ਮਹਿੰਦਰ ਬੇਦੀ ਦੁਆਰਾ ਅਨੁਵਾਦਿਤ ਪੁਸਤਕ ਦਹਿਸ਼ਤ ਦੀ ਘਾਟੀ, ਜਿਸ ਦੇ ਮੂਲ ਲੇਖਕ ਹਨ ਸਰ ਆਰਥਰ ਕਾਨਨ ਡਾਇਲ। ਭਾਗ ਪਹਿਲਾ, ਬ੍ਰਿਲਸਟੋਨ ਦੀ ਤਰਾਸਦੀ। ਪਹਿਲਾ ਅੰਗ। ਚੇਤਾਵਨੀ। ਮੈਂ ਸਮਝਦਾ ਕਿ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸ਼ਰਲਾਕ ਹੋਮਸ ਨੇ ਉਹਨੂੰ ਵਿਚਕਾਰੋਂ ਟੁੱਕਦਿਆਂ ਹੋਇਆਂ ਬੇਤਾਬੀ ਨਾਲ ਕਿਹਾ, ਫਿਲਹਾਲ ਤਾਂ ਤੁਸੀਂ ਮੈਨੂੰ ਸਮਝਣ ਦਿਓ। ਮੈਨੂੰ ਯਕੀਨ ਹੈ ਕਿ ਮੈਂ ਬੜੇ ਧੀਰਜ ਵਾਲਾ ਅਤੇ ਸ਼ਾਂਤ ਸੁਭਾਅ ਦਾ ਆਦਮੀ ਹਾਂ, ਪਰ ਫਿਰ ਵੀ ਉਹਦੀ ਇਸ ਬੇਹੂਦਾ ਹਰਕਤ ਤੋਂ ਚਿੜ ਗਿਆ ਅਤੇ ਤਿੱਖੀ ਸੁਰ 'ਚ ਬੋਲਿਆ, ਸੱਚ ਕਹਿ ਰਿਹਾ ਹੋਮਸ ਕਿ ਕਈ ਵਾਰੀ ਤਾਂ ਤੁਹਾਨੂੰ ਬਰਦਾਸ਼ਤ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਉਸ ਸਮੇਂ ਉਹ ਆਪਣੀਆਂ ਸੋਚਾਂ ਵਿੱਚ ਕੁਝ ਅਜਿਹਾ ਲੀਨ ਸੀ ਕਿ ਉਹਨੇ ਮੇਰੀ ਗੱਲ ਦਾ ਜਵਾਬ ਦੇਣ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ। ਅਸੀਂ ਦੋਵੇਂ ਉਸ ਸਮੇਂ ਨਾਸ਼ਤੇ ਦੀ ਮੇਜ਼ ਉੱਤੇ ਬੈਠੇ ਹੋਏ ਸਾਂ ਅਤੇ ਉਹ ਬੜੇ ਗੌਰ ਨਾਲ ਉਸ ਕਾਗਜ਼ ਦੀ ਸਲਿੱਪ ਨੂੰ ਦੇਖ ਰਿਹਾ ਸੀ, ਜਿਹੜੀ ਉਹਨੇ ਇੱਕ ਲੰਮੇ ਲਿਫਾਫੇ ਵਿੱਚੋਂ ਕੱਢੀ ਸੀ। ਉਸ ਪਿੱਛੋਂ ਉਹਨੇ ਲਿਫਾਫਾ ਚੁੱਕਿਆ ਅਤੇ ਚਾਨਣ ਵਿੱਚ ਉਹਦਾ ਬੜੀ ਬਾਰੀਕੀ ਨਾਲ ਨਿਰੀਖਣ ਕਰਨ ਲੱਗਾ। ਇਹ ਤਾਂ ਪੋਰਲੌਕ ਦੇ ਹੱਥ ਦੀ ਲਿਖਾਈ ਹੈ, ਉਹ ਸੋਚਾਂ 'ਚ ਡੁੱਬੀ ਸੁਰ 'ਚ ਬੁੜਬੁੜਾਇਆ। ਮੈਂ ਉਹਦੀ ਲਿਖਾਈ ਚੰਗੀ ਤਰ੍ਹਾਂ ਪਛਾਣਦਾ। ਜ਼ਰੂਰ ਕੋਈ ਬੜਾ ਹੀ ਮਹੱਤਵਪੂਰਨ ਕਾਰਨ ਹੋਏਗਾ ਜਿਹੜਾ ਉਹਨੇ ਆਹ ਸੁਨੇਹਾ ਮੇਰੇ ਵੱਲ ਘੱਲਿਆ ਹੈ। ਪਰ ਇਹ ਪੈਰਲੌਕ ਹੈ ਕੌਣ? ਮੈਂ ਪੁੱਛਿਆ। ਪੋਰਲੌਕ ਉਸ ਆਦਮੀ ਦਾ ਗੁਪਤ ਨਾਮ ਹੈ ਜਿਹੜਾ ਇੱਕ ਅਜਿਹੇ ਆਦਮੀ ਲਈ ਕੰਮ ਕਰਦਾ ਹੈ ਜਿਹੜਾ ਬੇਹੱਦ ਕਮੀਨਾ ਅਤੇ ਚਲਾਕ ਕਿਸਮ ਦਾ ਆਦਮੀ ਹੈ। ਤੁਸੀਂ ਅਕਸਰ ਮੇਰੇ ਮੂੰਹੋਂ ਪ੍ਰੋਫੈਸਰ ਮਰੀਆਰਟੀ ਦਾ ਜ਼ਿਕਰ ਸੁਣਿਆ ਹੋਵੇਗਾ। ਉਹ ਮਸ਼ਹੂਰ ਵਿਗਿਆਨਕ ਅਪਰਾਧੀ? ਹਾਂ ਵਾਟਸਨ, ਬਿਲਕੁਲ ਉਹੀ, ਹੋਮਸ ਬੋਲਿਆ। ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਉਸ ਵਰਗਾ ਮਹਾਂ ਕਮੀਨਾ, ਚਲਾਕ ਅਤੇ ਸਾਜ਼ਿਸ਼ੀ ਬੰਦਾ ਅੱਜ ਤੱਕ ਇਸ ਧਰਤੀ 'ਤੇ ਦੂਜਾ ਪੈਦਾ ਨਹੀਂ ਹੋਇਆ। ਕਿਆ ਸ਼ਾਨਦਾਰ ਖੁਰਾਫਾਤੀ ਦਿਮਾਗ ਪਾਇਆ ਉਹਨੇ ਕਿ ਅੰਡਰਵਰਲਡ ਦੇ ਵੱਡੇ ਵੱਡੇ ਦਿਮਾਗਾਂ ਨੂੰ ਆਪਣੀ ਮੁੱਠੀ 'ਚ ਕੀਤਾ ਹੋਇਆ। ਉਹ ਆਦਮੀ ਐਸੀ ਵਿਲੱਖਣ ਸ਼ਖਸੀਅਤ ਦਾ ਮਾਲਕ ਹੈ ਜਿਹੜਾ ਇਤਿਹਾਸ ਦੇ ਵਹਾਅ ਨੂੰ ਬਦਲਣ ਦੀ ਤਾਕਤ ਰੱਖਦਾ ਹੈ। ਇੱਕ ਬੜਾ ਹੀ ਖਤਰਨਾਕ ਅਤੇ ਸ਼ਾਤਰ ਅਪਰਾਧੀ ਹੋਣ ਦੇ ਬਾਵਜੂਦ ਆਮ ਜਨਤਾ ਦੀਆਂ ਨਜ਼ਰਾਂ 'ਚ ਬੜਾ ਹੀ ਇੱਜ਼ਤਦਾਰ ਅਤੇ ਸਤਿਕਾਰਯੋਗ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਉਹ ਗ੍ਰਹਿਾਂ ਦੀ ਸੰਚਾਲਕ ਸ਼ਕਤੀ ਨਾਮੀ ਉਸ ਪ੍ਰਸਿੱਧ ਪੁਸਤਕ ਦਾ ਲੇਖਕ ਵੀ ਹੈ ਜਿਹਨੇ ਵਿਗਿਆਨ ਜਗਤ 'ਚ ਤਹਿਲਕਾ ਮਚਾ ਦਿੱਤਾ ਸੀ। ਉਹ ਜੀਨੀਅਸ ਹੈ ਵਾਟਸਨ, ਜੀਨੀਅਸ। ਇਸ ਵਿੱਚ ਸ਼ੱਕ ਨਹੀਂ ਕਿ ਉਹ ਬਾਰ-ਬਾਰ ਮੇਰੇ ਹੱਥੋਂ ਤਿਲਕ ਗਿਆ, ਪਰ ਮੈਨੂੰ ਯਕੀਨ ਹੈ ਕਿ ਕਦੀ ਨਾ ਕਦੀ ਤਾਂ ਮੇਰਾ ਦਿਨ ਵੀ ਜ਼ਰੂਰ ਆਏਗਾ। ਮੈਂ ਵੀ ਉਹ ਦਿਨ ਦੇਖਣ ਲਈ ਬੇਤਾਬ ਹਾਂ, ਮੈਂ ਬੋਲਿਆ। ਪਰ ਤੁਸੀਂ ਇਹ ਨਹੀਂ ਦੱਸਿਆ ਕਿ ਪੋਰਲੌਕ ਕੌਣ ਹੈ? ਇਹ ਉਸ ਜੰਜੀਰ ਦੀ ਇੱਕ ਕਮਜ਼ੋਰ ਕੜੀ ਹੈ ਜਿਹੜੀ ਸਾਨੂੰ ਆਪਣੇ ਮੁੱਖ ਨਿਸ਼ਾਨੇ ਨਾਲ ਜੋੜਦੀ ਹੈ। ਹੁਣ ਤੁਹਾਤੋਂ ਕੀ ਛੁਪਾਉਣਾ ਕਿ ਪੋਰਲੌਕ ਕੋਈ ਬਹੁਤੀ ਮਹੱਤਵਪੂਰਨ ਕੜੀ ਨਹੀਂ, ਪਰ ਹਾਲੇ ਤੱਕ ਉਸ ਰਹੱਸਮਈ ਸੰਗਲੀ ਦੀ ਉਹੀ ਇੱਕੋ ਇੱਕ ਕੁੰਡੀ ਹੈ ਜਿਹੜੀ ਫਿਲਹਾਲ ਮੇਰੇ ਹੱਥ ਆਈ ਹੈ। ਪਰ ਕਿਸੇ ਮਜ਼ਬੂਤ ਤੋਂ ਮਜ਼ਬੂਤ ਜੰਜੀਰ ਦੀ ਕੋਈ ਵੀ ਕਮਜ਼ੋਰ ਕੜੀ ਜੇ ਇੱਕ ਵਾਰੀ ਹੱਥ ਆ ਜਾਏ ਤਾਂ ਫਿਰ ਉਹਦੇ ਟੁੱਟਣ 'ਚ ਦੇਰ ਨਹੀਂ ਲੱਗਦੀ, ਭਾਵੇਂ ਉਹ ਕਿੰਨੀ ਮਜ਼ਬੂਤ ਕਿਉਂ ਨਾ ਹੋਏ। ਤੁਸੀਂ ਇਹ ਬਿਲਕੁਲ ਠੀਕ ਕਿਹਾ ਵਾਟਸਨ। ਮੈਂ ਇਸ ਕਥਿਤ ਪੋਰਲੌਕ ਨੂੰ ਕੁਝ ਲਾਲਚ ਵਗੈਰਾ ਦੇ ਕੇ ਆਪਣੇ ਵੱਲ ਮੋੜ ਲਿਆ ਹੈ। ਬਦਲੇ 'ਚ ਉਹ ਮੈਨੂੰ ਗਾਹੇ ਬਗਾਏ ਮਹੱਤਵਪੂਰਨ ਸੂਚਨਾਵਾਂ ਭੇਜਦਾ ਰਹਿੰਦਾ ਹੈ, ਜਿਹੜੀਆਂ ਪਹਿਲਾਂ ਵੀ ਮੇਰੇ ਬੜੇ ਕੰਮ ਆ ਚੁੱਕੀਆਂ ਨੇ। ਇਸ ਵਾਰੀ ਵੀ ਲੱਗਦਾ ਹੈ ਉਹਨੇ ਕੋਡ ਵਰਡਸ ਵਿੱਚ ਕੋਈ ਬੜਾ ਹੀ ਮਹੱਤਵਪੂਰਨ ਸੁਨੇਹਾ ਭੇਜਿਆ ਹੈ। ਇਹ ਕਹਿੰਦਿਆਂ ਹੋਇਆਂ ਹੋਮਸ ਨੇ ਆਪਣੇ ਹੱਥ 'ਚ ਫੜੇ ਕਾਗਜ਼ ਨੂੰ ਹਵਾ 'ਚ ਹਿਲਾਇਆ। ਮੈਂ ਥੋੜ੍ਹਾ ਅਗਾਂਹ ਵੱਲ ਝੁਕਦਿਆਂ ਹੋਇਆਂ ਉਸ ਕਾਗਜ਼ ਨੂੰ ਦੇਖਿਆ ਤਾਂ ਮੈਨੂੰ ਉਸ ਉੱਤੇ ਬੜੀ ਅਜੀਬੋ-ਗਰੀਬ ਜਿਹੀ ਅੰਕ ਲਿਪੀ ਨਜ਼ਰ ਆਈ। 534 C2 13 127 31 4 17 21 41 ਡਗਲਸ 109 293 5 37 ਬਲਸਟੋਨ 26 ਬਲਸਟੋਨ 9 47 171। ਇਹਨੂੰ ਤੁਸੀਂ ਕੀ ਸਮਝਦੇ ਹੋ ਹੋਮਸ? ਜ਼ਾਹਰ ਹੈ ਸੰਕੇਤਕ ਭਾਸ਼ਾ 'ਚ ਕੋਈ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਸ ਸੰਕੇਤਕ ਭਾਸ਼ਾ 'ਚ ਕੋਈ ਸੂਚਨਾ ਦੇਣ ਦਾ ਕੀ ਫਾਇਦਾ ਜਿਹੜੀ ਪੜ੍ਹੀ ਨਾ ਜਾ ਸਕੇ? ਮੈਂ ਸੰਕੇਤਕ ਭਾਸ਼ਾਵਾਂ ਪੜ੍ਹ ਲੈਂਦਾ, ਪਰ ਇਹ ਉਹਨਾਂ ਨਾਲੋਂ ਅਲੱਗ ਹੈ।
ਫਿਰ ਵੀ ਇੰਨਾ ਅੰਦਾਜ਼ਾ ਤਾਂ ਮੈਂ ਲਾ ਹੀ ਲਿਆ ਹੈ ਕਿ ਇਹਨਾਂ ਅੰਕਾਂ ਰਾਹੀਂ ਕਿਸੇ ਪੁਸਤਕ 'ਚ ਦਿੱਤੇ ਗਏ ਸ਼ਬਦਾਂ ਵੱਲ ਇਸ਼ਾਰਾ ਕੀਤਾ ਗਿਆ ਹੈ। ਪਰ ਜਦੋਂ ਤੱਕ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਕਿਹੜੀ ਪੁਸਤਕ ਦੇ ਕਿਹੜੇ ਪੰਨੇ ਵੱਲ ਸੰਕੇਤ ਕੀਤਾ ਗਿਆ ਹੈ, ਉਦੋਂ ਤੱਕ ਮੈਂ ਪੂਰੀ ਤਰ੍ਹਾਂ ਲਾਚਾਰ ਹਾਂ। ਪਰ ਉਹਨੇ ਡਗਲਸ ਤੇ ਬਿਲਸਟੋਨ ਇਹ ਦੋ ਸ਼ਬਦ ਕਿਉਂ ਲਿਖੇ ਹੋਏ ਭਲਾ? ਜ਼ਾਹਿਰ ਹੈ ਕਿ ਇਹ ਸ਼ਬਦ ਉਸ ਵਿਸ਼ੇਸ਼ ਪੁਸਤਕ ਦੇ ਉਸ ਪੰਨੇ 'ਤੇ ਨਹੀਂ ਹੋਣੇ। ਫਿਰ ਉਹਨੇ ਉਸ ਪੁਸਤਕ ਬਾਰੇ ਕਿਉਂ ਨਹੀਂ ਦੱਸਿਆ? ਇਹ ਕੰਮ ਸਾਵਧਾਨੀ ਵਜੋਂ ਇੰਜ ਨਹੀਂ ਕੀਤਾ ਗਿਆ, ਮਾਈ ਡੀਅਰ ਵਾਟਸਨ, ਕਿਉਂਕਿ ਜੇ ਇਹ ਸੁਨੇਹਾ ਕਿਸੇ ਹੋਰ ਦੇ ਹੱਥ 'ਚ ਚਲਾ ਜਾਏ ਤਾਂ ਸਭ ਕੀਤਾ ਕਰਾਇਆ ਗੁੜ ਗੋਬਰ ਹੋ ਜਾਏਗਾ, ਜਾਂ ਨਹੀਂ? ਇਸ ਲਈ ਉਹਨੇ ਇਹਨਾਂ ਦੋਵਾਂ ਨੂੰ ਅਲੱਗ-ਅਲੱਗ ਭੇਜਣਾ ਠੀਕ ਸਮਝਿਆ ਹੋਏਗਾ। ਵੈਸੇ ਤਾਂ ਹੁਣ ਅਗਲੀ ਡਾਕ ਦੇ ਆਉਣ ਦਾ ਸਮਾਂ ਵੀ ਹੋ ਗਿਆ। ਹੋ ਸਕਦਾ ਉਸ 'ਚ ਉਹਦਾ ਦੂਜਾ ਖਤ ਆ ਜਾਏ, ਜਿਸ 'ਚ ਇਹਨਾਂ ਅੰਕਾਂ ਨਾਲ ਸੰਬੰਧਿਤ ਉਸ ਪੁਸਤਕ ਦਾ ਜ਼ਿਕਰ ਹੋਏ। ਹੋਮਸ ਦਾ ਅੰਦਾਜ਼ਾ ਸਹੀ ਨਿਕਲਿਆ, ਕਿਉਂਕਿ ਉਸੇ ਸਮੇਂ ਬਿਲੀ ਨਾਂ ਦਾ ਨੌਕਰ ਉਹ ਖਤ ਲੈ ਕੇ ਆ ਗਿਆ ਜਿਹਦਾ ਸਾਨੂੰ ਇੰਤਜ਼ਾਰ ਸੀ। ਲਿਖਾਈ ਤਾਂ ਉਹੀ ਹੈ। ਹੋਮਸ ਨੇ ਲਿਫਾਫਾ ਖੋਲ੍ਹ ਕੇ ਅੰਦਰੋਂ ਖਤ ਕੱਢਦਿਆਂ ਕਿਹਾ, ਤੇ ਫਿਰ ਉਹਨੂੰ ਪੜ੍ਹਨ ਲੱਗਾ ਤਾਂ ਉਹਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ। ਮੈਨੂੰ ਡਰ ਏ ਵਾਟਸਨ ਕਿ ਸਾਡਾ ਇਹ ਪੋਰਲਾਕ ਕਿਸੇ ਮੁਸੀਬਤ 'ਚ ਫਸ ਗਿਆ ਹੈ। ਫਿਰ ਉਹਨੇ ਉਹ ਖਤ ਮੈਨੂੰ ਪੜ੍ਹ ਕੇ ਸੁਣਾਇਆ। ਡੀਅਰ ਮਿਸਟਰ ਹੋਮਸ, ਮੈਂ ਹੁਣ ਇਸ ਮਾਮਲੇ 'ਚ ਹੋਰ ਕੁਝ ਨਹੀਂ ਕਰ ਸਕਾਂਗਾ। ਹਾਲਾਤ ਬੜੇ ਖਤਰਨਾਕ ਹੋ ਗਏ ਨੇ ਅਤੇ ਉਹ ਸ਼ਾਇਦ ਮੇਰੇ ਉੱਤੇ ਸ਼ੱਕ ਵੀ ਕਰਨ ਲੱਗਾ ਹੈ। ਜਿਸ ਸਮੇਂ ਮੈਂ ਇਸ ਸੰਕੇਤਕ ਭਾਸ਼ਾ ਨੂੰ ਸਮਝਣ ਦਾ ਗੁਰ ਭੇਜਣ ਲਈ ਲਿਫਾਫੇ ਉੱਤੇ ਤੁਹਾਡਾ ਪਤਾ ਲਿਖ ਰਿਹਾ ਸੀ, ਉਹ ਅਚਾਨਕ ਮੇਰੇ ਕੋਲ ਆ ਗਿਆ। ਹਾਲਾਂਕਿ ਮੈਂ ਬੜੀ ਹੁਸ਼ਿਆਰੀ ਨਾਲ ਉਹਨੂੰ ਢਕਣ ਵਿੱਚ ਕਾਮਯਾਬ ਹੋ ਗਿਆ ਸਾਂ, ਫਿਰ ਵੀ ਜੋ ਉਹਨੇ ਦੇਖ ਲਿਆ ਹੋਇਆ ਤਾਂ ਸਮਝ ਲੈਣਾ ਕਿ ਮੇਰੇ ਲਈ ਮੁਸੀਬਤ ਆ ਜਾਏਗੀ। ਮੈਨੂੰ ਉਸ ਦੀਆਂ ਅੱਖਾਂ 'ਚ ਸ਼ੱਕ ਦੇ ਪਰਛਾਵੇਂ ਤੈਰਦੇ ਦਿਖਾਈ ਦਿੰਦੇ ਸਨ। ਇਸੇ ਡਰ ਕਰਕੇ ਮੈਂ ਹੁਣ ਹੋਰ ਕੁਝ ਨਹੀਂ ਭੇਜ ਰਿਹਾ। ਮਿਹਰਬਾਨੀ ਕਰਕੇ ਉਸ ਸੰਕੇਤਕ ਭਾਸ਼ਾ ਦੇ ਸੁਨੇਹੇ ਨੂੰ ਸਾੜ ਦੇਣਾ। ਉਹ ਹੁਣ ਤੁਹਾਡੇ ਕਿਸੇ ਕੰਮ ਦਾ ਨਹੀਂ। ਫਰੇਡ ਪੋਰਲਾਕ। ਹੋਮਸ ਕੁਝ ਦੇਰ ਤੱਕ ਲਿਫਾਫੇ ਨੂੰ ਆਪਣੀਆਂ ਉਂਗਲਾਂ 'ਚ ਘੁਮਾਉਂਦਾ ਹੋਇਆ ਆਤਿਸ਼ਦਾਨ 'ਚ ਬਲ ਰਹੀ ਅੱਗ ਵੱਲ ਚੁੱਪਚਾਪ ਘੂਰਦਾ ਰਿਹਾ। ਹੋ ਸਕਦਾ ਹੈ ਇਹ ਸਿਰਫ ਉਹਦਾ ਵਹਿਮ ਹੀ ਹੋਏ, ਆਖਰ ਉਹ ਬੋਲਿਆ। ਆਪਣੇ ਆਪ ਨੂੰ ਵਿਸ਼ਵਾਸਘਾਤੀ ਸਮਝਣ ਕਰਕੇ ਉਹਨੇ ਦੂਜੇ ਦੀਆਂ ਅੱਖਾਂ 'ਚ ਬੇਮਤਲਬੀ ਸ਼ੱਕ ਦੇ ਪਰਛਾਵੇਂ ਦੇਖ ਲਏ ਹੋਣ। ਮੈਂ ਸਮਝਦਾ ਦੂਜੇ ਤੋਂ ਤੁਹਾਡਾ ਮਤਲਬ ਪ੍ਰੋਫੈਸਰ ਮਰੀਆਰਟੀ ਤੋਂ ਹੀ ਹੈ। ਬਿਲਕੁਲ ਉਸੇ ਤੋਂ ਹੈ, ਹੋਮਸ ਬੋਲਿਆ। ਖੈਰ, ਪੋਰਲਾਕ 'ਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ। ਫਿਲਹਾਲ ਤਾਂ ਸਾਨੂੰ ਇਸ ਸੰਕੇਤਕ ਭਾਸ਼ਾ ਦੀ ਸਮੱਸਿਆ ਨੂੰ ਹੱਲ ਕਰਨਾ ਪਏਗਾ ਤਾਂ ਕਿ ਜਾਣਿਆ ਜਾ ਸਕੇ ਕਿ ਕੀ ਸੁਨੇਹਾ ਭੇਜਿਆ ਗਿਆ। ਮੈਂ ਇਸ ਖੱਤ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਦੱਸ ਰਿਹਾ ਸੀ ਕਿ ਇਹਦਾ ਇਸ਼ਾਰਾ ਕਿਸੇ ਪੁਸਤਕ ਵੱਲ ਹੈ। ਇਹ ਸਿਰਫ ਤੁਹਾਡਾ ਅੰਦਾਜ਼ਾ ਹੀ ਹੈ। ਸਾਨੂੰ ਆਪਣੀ ਇਸ ਅੰਦਾਜ਼ੇ ਨੂੰ ਤਰਕ ਦੀ ਕਸੌਟੀ 'ਤੇ ਪਰਖ ਕੇ ਦੇਖਣਾ ਪਏਗਾ ਕਿ ਸਹੀ ਹੈ ਜਾਂ ਗਲਤ। ਤੁਹਾਨੂੰ ਕੋਈ ਅਜਿਹਾ ਨੁਕਤਾ ਦਿਖਾਈ ਦਿੰਦਾ ਜਿਹੜਾ ਉਸ ਪੁਸਤਕ ਵੱਲ ਇਸ਼ਾਰਾ ਕਰਦਾ ਹੋਏ? ਬਿਲਕੁਲ ਨਹੀਂ। ਚਲੋ ਤਾਂ ਫਿਰ ਅਸੀਂ ਆਪਣੇ ਢੰਗ ਨਾਲ ਕੋਸ਼ਿਸ਼ ਕਰਕੇ ਦੇਖਦੇ ਹਾਂ। ਇਹ ਸੰਕੇਤਕ ਸੰਕੇਤ 534 ਨੰਬਰ ਦੀ ਵੱਡੀ ਸੰਖਿਆ ਤੋਂ ਸ਼ੁਰੂ ਹੁੰਦਾ ਹੈ। ਥੋੜ੍ਹੀ ਦੇਰ ਲਈ ਅਸੀਂ ਇਹ ਮੰਨ ਲੈਂਦੇ ਹਾਂ ਕਿ 534 ਦੀ ਇਹ ਸੰਖਿਆ ਉਸ ਪੰਨੇ ਵੱਲ ਇਸ਼ਾਰਾ ਕਰ ਰਹੀ ਹੈ ਜਿਸ ਤੋਂ ਇਹ ਸੁਨੇਹਾ ਤਿਆਰ ਕੀਤਾ ਗਿਆ। ਇਹਦਾ ਮਤਲਬ ਇਹ ਕਿ ਕਾਫੀ ਮੋਟੀ ਪੁਸਤਕ ਹੋਣੀ ਚਾਹੀਦੀ ਹੈ। ਅਗਲਾ ਸੰਕੇਤਕ ਅੰਕ ਹੈ C2। ਹੁਣ ਇਸ ਤੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਵਾਟਸਨ? ਜ਼ਾਹਰ ਹੈ ਚੈਪਟਰ ਯਾਨੀ ਕਾਂਡ ਦੂਜਾ। ਬਿਲਕੁਲ ਨਹੀਂ ਵਾਟਸਨ, ਮੇਰੇ ਖਿਆਲ 'ਚ ਜਦੋਂ ਪੰਨਾ ਨੰਬਰ ਦਿੱਤਾ ਹੋਏ ਤਾਂ ਫਿਰ ਚੈਪਟਰ ਨੰਬਰ ਦੇਣ ਦੀ ਲੋੜ ਨਹੀਂ ਰਹਿ ਜਾਂਦੀ। ਵੈਸੇ ਵੀ ਜੇ ਕਿਸੇ ਪੁਸਤਕ ਦਾ ਦੂਜਾ ਚੈਪਟਰ 534 ਪੰਨੇ ਤੋਂ ਸ਼ੁਰੂ ਹੋ ਰਿਹਾ ਹੋਏ ਤਾਂ ਕੀ ਤੁਹਾਨੂੰ ਪਹਿਲੇ ਚੈਪਟਰ ਦੀ ਲੰਬਾਈ ਗੈਰ ਯਕੀਨੀ ਨਹੀਂ ਲੱਗਦੀ? ਕਹਿ ਤਾਂ ਤੁਸੀਂ ਠੀਕ ਰਹੇ ਹੋ, ਮੈਂ ਉਸ ਨਾਲ ਸਹਿਮਤ ਹੁੰਦਿਆਂ ਕਿਹਾ। ਫਿਰ ਇਹ ਪੱਕੇ ਤੌਰ 'ਤੇ ਚੈਪਟਰ ਦੀ ਜਗ੍ਹਾ ਕਾਲਮ ਹੋਣਾ ਚਾਹੀਦਾ ਹੈ। ਕਾਲਮ ਦੂਜਾ। ਹੁਣ ਤੁਸੀਂ ਸਹੀ ਨਿਸ਼ਾਨੇ 'ਤੇ ਪਹੁੰਚੇ। ਇਹ ਪੱਕੇ ਤੌਰ 'ਤੇ ਕਾਲਮ ਹੀ ਹੋਣਾ ਚਾਹੀਦਾ ਹੈ। ਹੁਣ ਸਾਡੇ ਸਾਹਮਣੇ ਇੱਕ ਵੱਡੀ ਸਾਰੀ ਪੁਸਤਕ ਆਕਾਰ ਲੈ ਰਹੀ ਹੈ ਜਿਹੜੀ 2 ਕਾਲਮ 'ਚ ਛਪੀ ਹੋਈ ਹੈ ਅਤੇ ਉਹਦੇ ਪੰਨੇ ਕਾਫੀ ਲੰਬੇ ਨੇ ਕਿਉਂਕਿ ਇਸ ਸੰਕੇਤਕ ਸੁਨੇਹੇ 'ਚ ਇੱਕ ਸ਼ਬਦ ਅਜਿਹਾ ਵੀ ਹੈ ਜਿਹਦਾ ਨੰਬਰ 293 ਹੈ। ਹੁਣ ਤੁਸੀਂ ਇਹ ਦੱਸੋ ਕਿ ਇਸ ਤਰਕਮਈ ਢੰਗ ਨਾਲ ਇਸ ਤੋਂ ਅੱਗੇ ਹੋਰ ਕੀ ਕੁਝ ਸੋਚਿਆ ਜਾ ਸਕਦਾ ਹੈ? ਹੋਰ ਕੀ ਸੋਚਿਆ ਜਾ ਸਕਦਾ ਹੈ? ਮੈਂ ਸੋਚਾਂ 'ਚ ਖੂਬੀ ਸੁਰਝ ਗਿਆ। ਮੈਂ ਤਾਂ ਸਮਝਦਾ ਕਿ ਅਸੀਂ ਆਪਣੀ ਤਰਕਮਈ ਸੋਚ ਦੀ ਟੀਸੀ 'ਤੇ ਪਹੁੰਚ ਚੁੱਕੇ ਹਾਂ। ਤੁਸੀਂ ਆਪਣੀ ਬੁੱਧੀ ਨਾਲ ਅਨਿਆਂ ਕਰ ਰਹੇ ਹੋ ਵਾਟਸਨ, ਉਹ ਬੋਲਿਆ।
ਤੁਸੀਂ ਥੋੜ੍ਹਾ ਆਪਣੇ ਦਿਮਾਗ 'ਤੇ ਜ਼ੋਰ ਪਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਅਜੇ ਅਸੀਂ ਬਹੁਤ ਕੁਝ ਸੋਚ ਤੇ ਸਮਝ ਸਕਦੇ ਹਾਂ। ਮਿਸਾਲ ਦੇ ਤੌਰ 'ਤੇ ਜੇ ਉਹ ਕੋਈ ਅਸਾਧਾਰਨ ਕਿਸਮ ਦੀ ਵਿਸ਼ੇਸ਼ ਪੁਸਤਕ ਹੁੰਦੀ ਤਾਂ ਮੈਂ ਸਮਝਦਾ ਆਪਣੇ ਇਸ ਖੱਤ ਵਿੱਚ ਇਹ ਨਾ ਲਿਖਦਾ ਕਿ ਉਹ ਪਹਿਲਾਂ ਖੱਤ ਦੀ ਸੰਕੇਤਕ ਭਾਸ਼ਾ ਨੂੰ ਸਮਝਣ ਦਾ ਗੁਰ ਇਸੇ ਖੱਤ ਦੇ ਨਾਲ ਲਿਖ ਕੇ ਭੇਜਣ ਲੱਗਾ ਸੀ। ਜ਼ਾਹਰ ਹੈ ਕਿ ਆਪਣੇ ਆਪ ਨੂੰ ਸ਼ੱਕ ਦੇ ਘੇਰੇ 'ਚ ਘਿਰਿਆ ਹੋਇਆ ਮਹਿਸੂਸ ਕਰਨ ਤੋਂ ਬਾਅਦ ਉਹਨੇ ਆਪਣਾ ਇਰਾਦਾ ਬਦਲ ਦਿੱਤਾ। ਪਰ ਇਸ ਨਾਲ ਇਹ ਵੀ ਤਾਂ ਪਤਾ ਲੱਗਦਾ ਹੈ ਕਿ ਉਹ ਇਹ ਸਮਝਦਾ ਸੀ ਕਿ ਉਸ ਪੁਸਤਕ ਨੂੰ ਹਾਸਲ ਕਰਨ 'ਚ ਮੈਨੂੰ ਕੋਈ ਖਾਸ ਦਿੱਕਤ ਨਹੀਂ ਆਏਗੀ। ਇਹ ਵੀ ਹੋ ਸਕਦਾ ਹੈ ਕਿ ਉਹ ਸਮਝਦਾ ਹੋਏ ਕਿ ਉਹ ਪੁਸਤਕ ਮੇਰੇ ਕੋਲ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ ਹੈ ਵਾਟਸਨ ਕਿ ਉਹ ਪੁਸਤਕ ਮੇਰੇ ਖਿਆਲ 'ਚ ਬੜੀ ਪ੍ਰਚਲਿਤ ਅਤੇ ਆਸਾਨੀ ਨਾਲ ਹਾਸਲ ਕੀਤੀ ਜਾ ਸਕਣ ਵਾਲੀ ਹੋਣੀ ਚਾਹੀਦੀ ਹੈ। ਬਾਈਬਲ। ਮੈਂ ਯਕਦਮ ਜਿੱਤ ਦੀ ਖੁਸ਼ੀ 'ਚ ਕੂਕਿਆ। ਬਹੁਤ ਅੱਛੇ ਵਾਟਸਨ, ਬਹੁਤ ਅੱਛੇ, ਪਰ ਉਨੇ ਨਹੀਂ ਜਿੰਨੇ ਤੁਹਾਨੂੰ ਹੋਣਾ ਚਾਹੀਦਾ ਸੀ, ਕਿਉਂਕਿ ਉਸ ਪਵਿੱਤਰ ਪੁਸਤਕ ਦੇ ਇੰਨੇ ਵੱਧ ਅਤੇ ਵੱਖ-ਵੱਖ ਕਿਸਮਾਂ ਦੇ ਸੰਸਕਰਣ ਮਿਲਦੇ ਨੇ ਕਿ ਕਿਸੇ ਵੀ ਦੋ ਸੰਸਕਰਣਾਂ ਦੇ ਪੰਨਾ ਨੰਬਰ ਇੱਕੋ ਜਿਹੇ ਨਹੀਂ ਹੋ ਸਕਦੇ। ਮੈਨੂੰ ਤਾਂ ਲੱਗਦਾ ਹੈ ਕਿ ਉਹ ਕੋਈ ਅਜਿਹੀ ਪੁਸਤਕ ਹੋਣੀ ਚਾਹੀਦੀ ਹੈ ਜਿਹਦਾ ਸਭ ਜਗ੍ਹਾ ਕੋਈ ਇੱਕੋ ਪ੍ਰਮਾਣਿਕ ਸੰਸਕਰਣ ਮਿਲਦਾ ਹੋਵੇ, ਕਿਉਂਕਿ ਪੋਰਲੌਕ ਦੇ ਖੱਤ ਤੋਂ ਇਹੀ ਅਹਿਸਾਸ ਹੁੰਦਾ ਹੈ ਜਿਵੇਂ ਉਹਨੂੰ ਇਸ ਗੱਲ ਦਾ ਪੱਕਾ ਯਕੀਨ ਹੋਏ ਕਿ ਉਹਦੀ ਪੁਸਤਕ ਦੇ 534 ਨੰਬਰ ਦੇ ਪੰਨੇ ਉੱਤੇ ਜੋ ਕੁਝ ਛਪਿਆ ਹੋਇਆ ਹੈ ਉਹੀ ਮੇਰੀ ਪੁਸਤਕ ਦੇ 534 ਨੰਬਰ ਦੇ ਪੰਨੇ ਉੱਤੇ ਜਿਵੇਂ ਦਾ ਤਿਵੇਂ ਹੋਣਾ ਚਾਹੀਦਾ ਹੈ। ਪਰ ਇਸ ਤਰ੍ਹਾਂ ਦੀਆਂ ਪੁਸਤਕਾਂ ਤਾਂ ਬੜੀਆਂ ਘੱਟ ਯਾਨੀ ਗਿਣਤੀ ਦੀਆਂ ਹੀ ਹੋਣਗੀਆਂ। ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਇਸ ਤਰ੍ਹਾਂ ਸਾਡੀ ਤਲਾਸ਼ ਹੁਣ ਉਹਨਾਂ ਕੁਝ ਕੁ ਗਿਣੀਆਂ ਚੁਣੀਆਂ ਪੁਸਤਕਾਂ ਤੱਕ ਸੀਮਤ ਹੋ ਜਾਂਦੀ ਹੈ ਜਿਨ੍ਹਾਂ ਦੇ ਨਾ ਸਿਰਫ ਮਾਣਕ ਸੰਸਕਰਣ ਹੀ ਪ੍ਰਕਾਸ਼ਿਤ ਹੁੰਦੇ ਨੇ, ਜਿਨ੍ਹਾਂ ਬਾਰੇ ਇਹ ਵੀ ਸਮਝਿਆ ਜਾਂਦਾ ਹੈ ਕਿ ਆਮ ਆਦਮੀ ਕੋਲ ਹੋਣੀ ਚਾਹੀਦੀ ਹੈ ਜਾਂ ਲੋੜ ਪੈਣ 'ਤੇ ਆਸਾਨੀ ਨਾਲ ਮਿਲ ਜਾਣੀ ਚਾਹੀਦੀ ਹੈ। ਡਿਕਸ਼ਨਰੀ? ਨਹੀਂ ਮੇਰੇ ਦੋਸਤ, ਕਿਸੇ ਡਿਕਸ਼ਨਰੀ ਜਾਂ ਸ਼ਬਦਕੋਸ਼ ਦੇ ਇੱਕੋ ਪੰਨੇ ਉੱਤੇ ਅਜਿਹੇ ਸ਼ਬਦ ਨਹੀਂ ਮਿਲ ਸਕਦੇ ਜਿਨ੍ਹਾਂ ਦੀ ਮਦਦ ਨਾਲ ਕੋਈ ਖਾਸ ਸੁਨੇਹਾ ਤਿਆਰ ਕੀਤਾ ਜਾ ਸਕੇ। ਅਤੇ ਹਰ ਸਾਲ ਛਪਣ ਵਾਲੀ ਕਿਸੇ ਜੰਤਰੀ ਜਾਂ ਪੰਚਾਂਗ ਬਾਰੇ ਤੁਹਾਡਾ ਕੀ ਖਿਆਲ ਹੈ? ਹਾਂ ਵਾਟਸਨ, ਹੁਣ ਲੱਗਦਾ ਹੈ ਕਿ ਤੁਸੀਂ ਸਹੀ ਨਿਸ਼ਾਨੇ 'ਤੇ ਤੀਰ ਮਾਰਿਆ ਹੈ। ਆਓ ਸਭ ਤੋਂ ਪਹਿਲਾਂ ਇਸ ਵੈਟੇਕਰ ਦੇ ਪੰਚਾਂਗ ਨੂੰ ਹੀ ਦੇਖਦੇ ਹਾਂ, ਜਿਹੜਾ ਸਭ ਤੋਂ ਵੱਧ ਲੋਕਾਂ ਦੀ ਪਸੰਦ ਹੋਣ ਦੇ ਨਾਤੇ ਸਭ ਤੋਂ ਵੱਧ ਵਿਕਦਾ ਅਤੇ ਪ੍ਰਕਾਸ਼ਿਤ ਹੁੰਦਾ ਹੈ। ਇਹ ਕਾਫੀ ਮੋਟਾ, ਤਾਜ਼ਾ ਅਤੇ ਭਰਪੂਰ ਪੰਨਿਆਂ ਵਾਲਾ ਹੋਣ ਦੇ ਨਾਲ ਛਪਿਆ ਵੀ 2 ਕਾਲਮਾਂ 'ਚ ਹੋਇਆ ਹੈ। ਉਹਨੇ ਨੇੜੇ ਪਈ ਮੇਜ਼ ਤੋਂ ਇੱਕ ਮੋਟੀ ਸਾਰੀ ਪੁਸਤਕ ਚੁੱਕ ਕੇ ਖੋਲ੍ਹਦਿਆਂ ਕਿਹਾ, ਇਹਦਾ ਪੰਨਾ 534 ਅਤੇ ਕਾਲਮ 2 ਇਸ ਬ੍ਰਿਟਿਸ਼ ਇੰਡੀਆ ਨਾਲ ਸੰਬੰਧਿਤ ਕਾਰੋਬਾਰ ਦੀ ਮੰਦਾ ਤੇਜ਼ੀ ਬਾਰੇ ਕੁਝ ਲਿਖਿਆ ਹੋਇਆ। ਵਾਟਸਨ, ਤੁਸੀਂ ਕਾਗਜ਼ 'ਤੇ ਕਲਮ ਲੈ ਲਓ। ਜਿਹੜਾ ਸ਼ਬਦ ਮੈਂ ਬੋਲਾਂ ਉਹਨੂੰ ਲਿਖਦੇ ਰਹਿਣਾ। 13 ਨੰਬਰ 'ਤੇ ਹੈ ਮਰਹੱਟਾ। ਇਹ 13 ਨੰਬਰ ਦੀ ਸ਼ੁਰੂਆਤ ਤਾਂ ਕੋਈ ਸ਼ੁਭ ਸ਼ਗਨ ਨਹੀਂ ਲੱਗਦਾ। ਖੈਰ, 127  'ਤੇ ਹੈ ਗੌਰਮੈਂਟ ਅਤੇ ਉਹਦੇ ਬਾਅਦ ਹੈ ਸੂਰ ਦੇ ਵਾਲ। ਇਹ ਤਾਂ ਸਾਡੇ ਮਤਲਬ ਦਾ ਕੋਈ ਸੁਨੇਹਾ ਨਹੀਂ ਬਣ ਰਿਹਾ। ਵਾਟਸਨ, ਲੱਗਦਾ ਹੈ ਸਾਡੀ ਸਾਰੀ ਮਿਹਨਤ ਬੇਕਾਰ ਗਈ। ਉਹਦੇ ਭਰਵੱਟੇ ਆਪਸ 'ਚ ਜੁੜ ਗਏ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਇਸ ਅਸਫਲਤਾ ਤੋਂ ਕਾਫੀ ਨਿਰਾਸ਼ ਹੋਇਆ ਹੋਏ ਅਤੇ ਉਹਦੇ ਕਾਰਨਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੋਏ। ਮੈਂ ਵੀ ਨਿਰਾਸ਼ ਅਤੇ ਉਦਾਸ ਜਿਹਾ ਹੋ ਕੇ ਆਤਿਸ਼ਦਾਨ ਦੀ ਅੱਗ ਨੂੰ ਘੂਰਨ ਲੱਗ ਪਿਆ ਸੀ। ਅਚਾਨਕ ਉਸ ਲੰਮੀ ਚੁੱਪ ਨੂੰ ਹੋਮਸ ਦੀ ਇੱਕ ਅਜੀਬ ਜਿਹੀ ਕਿਲਕਾਰੀ ਨੇ ਤੋੜਿਆ। ਉਹ ਬਿਜਲੀ ਦੀ ਤੇਜ਼ੀ ਨਾਲ ਅਲਮਾਰੀ ਵੱਲ ਵਧਿਆ ਅਤੇ ਉੱਥੋਂ ਪੀਲੇ ਰੰਗ ਦੇ ਕਵਰ ਵਾਲੀ ਇੱਕ ਹੋਰ ਮੋਟੀ ਸਾਰੀ ਪੁਸਤਕ ਕੱਢ ਲਿਆਇਆ। ਸਾਡੀ ਇਸ ਅਸਫਲਤਾ ਦਾ ਕਾਰਨ ਵਰਤਮਾਨ ਜਾਣਕਾਰੀ ਨੂੰ ਜਲਦੀ ਤੋਂ ਜਲਦੀ ਹਾਸਲ ਕਰਨ ਕਰਕੇ ਆਪਣੇ ਕੋਲ ਰੱਖਣ ਦਾ ਸੁਭਾਅ ਹੈ। ਵਾਟਸਨ, ਹੁਣ ਉਹ ਉਸ ਦੂਜੀ ਮੋਟੀ ਪੁਸਤਕ ਨੂੰ ਖੋਲ੍ਹਦਾ ਬੋਲਿਆ, ਕਿਉਂਕਿ ਅਜੇ ਤਾਂ ਸਿਰਫ 7 ਜਨਵਰੀ ਹੈ ਅਤੇ ਅਸੀਂ ਇਸ ਸਾਲ ਦੇ ਨਵੇਂ ਪੰਚਾਂਗ 'ਚ ਆਪਣੀ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦਕਿ ਅਸਲ ਸੰਭਾਵਨਾ ਇਸ ਗੱਲ ਦੀ ਹੈ ਕਿ ਪੋਰਲੌਕ ਨੇ ਆਪਣਾ ਇਹ ਸੰਕੇਤ ਸੁਨੇਹਾ ਪੁਰਾਣੇ ਪੰਚਾਂਗ ਦੇ ਆਧਾਰ 'ਤੇ ਤਿਆਰ ਕੀਤਾ ਹੋਏਗਾ। ਆਖਰ ਉਹਨੇ ਇੰਨੀ ਜਲਦੀ ਤਾਂ ਨਵਾਂ ਪੰਚਾਂਗ ਖਰੀਦਿਆ ਨਹੀਂ ਹੋਣਾ। ਆਓ ਦੇਖਦੇ ਹਾਂ ਇਸ ਪੁਰਾਣੇ ਪੰਚਾਂਗ ਦੇ 534 ਨੰਬਰ ਪੰਨੇ 'ਤੇ ਸਾਨੂੰ ਕੀ ਮਿਲਦਾ ਹੈ। ਨੰਬਰ 13 'ਤੇ ਲਿਖਿਆ ਹੈ ਉੱਥੇ, 127 'ਤੇ ਹੈ ਖਤਰਾ। ਹੁਣ ਹੋਮਸ ਦੀਆਂ ਅੱਖਾਂ ਇੱਕ ਅਜੀਬ ਜਿਹੇ ਉਤਸ਼ਾਹ ਨਾਲ ਚਮਕਣ ਲੱਗ ਪਈਆਂ। ਉਹ ਸ਼ਬਦ ਗਿਣਤੀ ਕਰ ਕਰਕੇ ਬੋਲਦਾ ਗਿਆ ਅਤੇ ਮੈਂ ਉਹਨਾਂ ਨੂੰ ਲਿਖਦਾ ਗਿਆ। ਪੂਰਾ ਸੁਨੇਹਾ ਸਾਡੇ ਸਾਹਮਣੇ ਇਸ ਤਰ੍ਹਾਂ ਨਾਲ ਉਘੜ ਕੇ ਆਇਆ, ਉੱਥੇ ਖਤਰਾ ਜਲਦੀ ਆ ਸਕਦਾ ਹੈ। ਇੱਕ ਡਗਲਸ ਮਾਲਦਾਰ ਪੇਂਡੂ ਹੁਣ ਬਿਰਲ ਹਾਊਸ। ਉਹਨਾਂ ਸੰਕੇਤਕ ਅੰਕਾਂ ਦੇ ਆਧਾਰ 'ਤੇ ਲਿਖੇ ਗਏ ਬੇਮਤਲਬ ਸ਼ਬਦਾਂ ਨੂੰ
ਉਲਝਣ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਮੈਂ ਬੋਲਿਆ, ਮੇਰੇ ਤਾਂ ਕੁਝ ਸਮਝ ਨਹੀਂ ਆ ਰਿਹਾ ਕਿ ਉਹਨੇ ਇਹ ਕਿਹਾ ਉਗੜ ਦੁਗੜਾ ਅਤੇ ਅਸਪਸ਼ਟ ਜਿਹਾ ਸੁਨੇਹਾ ਘੱਲਿਆ। ਪਰ ਮੈਂ ਸਮਝਦਾ ਕਿ ਉਹਦਾ ਸੁਨੇਹਾ ਬਿਲਕੁਲ ਸਪਸ਼ਟ ਅਤੇ ਦਰੁਸਤ ਸ਼ੈਲੀ 'ਚ। ਹੋਮਸ ਬੋਲਿਆ, ਜਦੋਂ ਤੁਹਾਡੇ ਸਾਹਮਣੇ ਸਿਰਫ ਇੱਕੋ ਕਾਲਮ 'ਚੋਂ ਇੱਛਾ ਦੇ ਸ਼ਬਦ ਚੁਣਨ ਦੀ ਮਜਬੂਰੀ ਹੋਏ ਤਾਂ ਕੋਈ ਜ਼ਰੂਰੀ ਨਹੀਂ ਕਿ ਤੁਹਾਡੀ ਲੋੜ ਦੇ ਸਾਰੇ ਸ਼ਬਦ ਉੱਥੋਂ ਮਿਲ ਜਾਣ। ਚਲੋ ਖੈਰ, ਇਸ ਸੁਨੇਹੇ ਦਾ ਮਤਲਬ ਬਿਲਕੁਲ ਸਾਫ਼ ਹੈ ਕਿ ਡਗਲਜ਼ ਨਾਂ ਦਾ ਜੇ ਕੋਈ ਵੀ ਆਦਮੀ ਉਸ ਸਮੇਂ ਬਿਲਸਟੋਨ ਹਾਊਸ 'ਚ ਠਹਿਰਿਆ ਹੋਇਆ ਹੈ, ਉਹ ਕੋਈ ਪਿੰਡ ਦਾ ਮਾਲਦਾਰ ਰਈਸ ਹੈ ਅਤੇ ਉਹਦੇ ਖਿਲਾਫ ਕੋਈ ਖਤਰਨਾਕ ਸਾਜ਼ਿਸ਼ ਰਚੀ ਜਾ ਰਹੀ ਹੈ। ਅਸੀਂ ਅਜੇ ਇਸ ਬਾਰੇ ਗੱਲਾਂ ਕਰ ਹੀ ਰਹੇ ਸੀ ਕਿ ਸਕਾਟਲੈਂਡ ਯਾਰਡ ਦਾ ਇੰਸਪੈਕਟਰ ਮੈਕਡੋਨਾਲਡ ਉੱਥੇ ਪਹੁੰਚ ਗਿਆ। ਜਦੋਂ ਮੈਕਡੋਨਾਲਡ ਨਾਲ ਕੁਝ ਸਾਲ ਪਹਿਲਾਂ ਭਰਤੀ ਹੋਇਆ ਸੀ ਤਾਂ ਉਹ ਇੱਕ ਗੁੰਮਨਾਮ ਜਿਹਾ ਪੁਲਿਸ ਵਾਲਾ ਸੀ, ਪਰ ਹੁਣ ਤਾਂ ਉਹਨੇ ਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲਈ ਸੀ ਅਤੇ ਉਹ ਸਕਾਟਲੈਂਡ ਯਾਰਡ ਦੀ ਡਿਟੈਕਟਿਵ ਫੋਰਸ ਦਾ ਇੱਕ ਬੜਾ ਹੀ ਭਰੋਸੇਮੰਦ ਨੌਜਵਾਨ ਅਤੇ ਕਾਬਿਲ ਅਫਸਰ ਮੰਨਿਆ ਜਾਂਦਾ ਸੀ। ਵੈਸੇ ਉਹਦੇ ਕੁਝ ਮਹੱਤਵਪੂਰਨ ਕੇਸ ਸੁਲਝਾਉਣ ਵਿੱਚ ਹੋਮਸ ਨੇ ਕਈ ਵਾਰੀ ਉਹਦੀ ਮਦਦ ਕੀਤੀ ਸੀ। ਇਸ ਲਈ ਉਹ ਜਦੋਂ ਵੀ ਕਿਸੇ ਕੇਸ 'ਚ ਉਲਝ ਕੇ ਰਹਿ ਜਾਂਦਾ ਤਾਂ ਹੋਮਸ ਦੇ ਕੋਲ ਹੀ ਆਉਂਦਾ ਸੀ। ਅੱਜ ਤਾਂ ਤੁਸੀਂ ਬੜੀ ਸਵੇਰੇ ਸਵੇਰੇ ਇੱਥੇ ਆ ਧਮਕੇ ਇੰਸਪੈਕਟਰ, ਹੋਮਸ ਨੇ ਮੁਸਕਰਾ ਕੇ ਉਹਦਾ ਸਵਾਗਤ ਕਰਦਿਆਂ ਹੋਇਆ ਕਿਹਾ। ਲੱਗਦਾ ਕਿਸੇ ਡੂੰਘੇ ਮਾਮਲੇ 'ਚ ਉਲਝੇ ਹੋਏ ਹੋ। ਤੁਹਾਡਾ ਅੰਦਾਜ਼ਾ ਕੁਝ ਜ਼ਿਆਦਾ ਗਲਤ ਨਹੀਂ ਮਿਸਟਰ ਹੋਮਸ, ਜਵਾਬ 'ਚ ਉਹ ਵੀ ਇੱਕ ਮੁਸਕਾਨ ਦੇ ਨਾਲ ਬੋਲਿਆ। ਨਹੀਂ, ਮੈਂ ਸਿਗਾਰ ਨਹੀਂ ਪੀਆਂਗਾ, ਥੈਂਕਸ, ਅੱਜ ਥੋੜ੍ਹਾ ਜਲਦੀ 'ਚ ਹਾਂ, ਤਦੇ ਤਾਂ ਇਸ ਠੰਡ 'ਚ ਇੰਨੀ ਸਵੇਰੇ ਸਵੇਰੇ। ਕਹਿੰਦਾ ਉਹ ਯਕਦਮ ਚੁੱਪ ਹੋ ਗਿਆ ਕਿਉਂਕਿ ਇਸੇ ਦੌਰਾਨ ਉਹਦੀਆਂ ਨਜ਼ਰਾਂ ਮੇਜ਼ ਉੱਤੇ ਪਏ ਉਸ ਕਾਗਜ਼ ਦੇ ਟੁਕੜੇ ਉੱਤੇ ਅਟਕ ਗਈਆਂ ਸਨ ਜਿਸ ਉੱਤੇ ਮੈਂ ਉਸ ਸੰਕੇਤਕ ਸੁਨੇਹੇ ਦੇ ਸ਼ਬਦ ਲਿਖ ਰਿਹਾ ਸਾਂ। ਡਗਲਜ਼, ਬ੍ਰਿਲਸਟੋਨ, ਉਹ ਹਕਲਾਉਂਦੀ ਜਿਹੀ ਆਵਾਜ਼ 'ਚ ਬੋਲਿਆ। ਇਹ ਤਾਂ ਕਿਸੇ ਜਾਦੂ ਟੂਣੇ ਵਰਗੀ ਗੱਲ ਲੱਗ ਰਹੀ ਹੈ ਮਿਸਟਰ ਹੋਮਸ, ਆਖਰ ਤੁਹਾਡੇ ਤੱਕ ਇਹ ਨਾਂ ਇੱਥੇ ਕਿੰਜ ਪਹੁੰਚ ਗਏ? ਇੰਸਪੈਕਟਰ ਨੇ ਸਾਡੇ ਦੋਵਾਂ ਵੱਲ ਵਾਰੀ-ਵਾਰੀ ਬੜੀ ਹੈਰਾਨੀ ਨਾਲ ਦੇਖਿਆ ਅਤੇ ਫਿਰ ਬੋਲਿਆ, ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮਿਸਟਰ ਡਗਲਜ਼ ਦੀ ਕੱਲ੍ਹ ਰਾਤ ਬਿਲਸਟੋਨ ਹਾਊਸ 'ਚ ਬੜੀ ਬੇਦਰਦੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਅੰਗ ਦੂਸਰਾ, ਸ਼ਰਲਾਕ ਹੋਮਸ ਦੀਆਂ ਗੱਲਾਂ। ਕੁਝ ਛਿਣ ਲਈ ਉੱਥੇ ਇੱਕ ਅਜੀਬ ਜਿਹੀ ਚੁੱਪ ਵਾਪਰੀ ਰਹੀ। ਅੱਛਾ, ਬਹੁਤ ਖੂਬ। ਥੋੜ੍ਹੀ ਦੇਰ ਬਾਅਦ ਉਸ ਚੁੱਪ ਨੂੰ ਤੋੜਦਿਆਂ ਹੋਇਆਂ ਸ਼ਰਲਾਕ ਹੋਮਸ ਨੇ ਸਿਰਫ ਇੰਨਾ ਹੀ ਕਿਹਾ। ਲੱਗਦਾ ਤੁਹਾਨੂੰ ਇਹ ਖਬਰ ਸੁਣ ਕੇ ਕੋਈ ਖਾਸ ਹੈਰਾਨੀ ਨਹੀਂ ਹੋਈ, ਇੰਸਪੈਕਟਰ ਬੋਲਿਆ। ਇਸ ਖਬਰ 'ਚ ਮੇਰੇ ਲਈ ਹੈਰਾਨੀ ਵਾਲੀ ਕੋਈ ਵੀ ਗੱਲ ਨਹੀਂ ਹੈ ਇੰਸਪੈਕਟਰ ਮੈਕ, ਕਿਉਂਕਿ ਮੈਨੂੰ ਆਪਣੇ ਇੱਕ ਗੁੰਮਨਾਮ ਸਰੋਤ ਤੋਂ ਪਹਿਲਾਂ ਹੀ ਇਹ ਜਾਣਕਾਰੀ ਮਿਲ ਚੁੱਕੀ ਸੀ ਕਿ ਬਿਲਸਟੋਨ ਹਾਊਸ 'ਚ ਰਹਿਣ ਵਾਲੇ ਡਗਲਜ਼ ਨਾਂ ਦੇ ਆਦਮੀ 'ਤੇ ਖਤਰਾ ਮੰਡਲਾ ਰਿਹਾ ਹੈ। ਹੁਣ ਤੁਹਾਤੋਂ ਖਬਰ ਮਿਲੀ ਕਿ ਪਿਛਲੀ ਰਾਤ ਉਹਦੀ ਹੱਤਿਆ ਕਰ ਦਿੱਤੀ ਗਈ। ਇਸ ਲਈ ਇਸ ਖਬਰ ਨੂੰ ਸੁਣ ਕੇ ਮੇਰੀ ਇਸ ਮਾਮਲੇ 'ਚ ਦਿਲਚਸਪੀ ਤਾਂ ਵਧੀ ਹੈ, ਪਰ ਇਸ 'ਚ ਹੈਰਾਨ ਹੋਣ ਵਰਗੀ ਕੋਈ ਗੱਲ ਮੈਨੂੰ ਕਿਧਰੇ ਵੀ ਨਜ਼ਰ ਨਹੀਂ ਆਈ। ਖੈਰ, ਮੈਂ ਸਵੇਰੇ ਸਵੇਰੇ ਬਿਲਸਟੋਨ ਵੱਲ ਹੀ ਜਾ ਰਿਹਾ ਸੀ ਅਤੇ ਤੁਹਾਡੇ ਕੋਲ ਇਹ ਪੁੱਛਣ ਲਈ ਆਇਆ ਸੀ ਕਿ ਕੀ ਤੁਸੀਂ ਮੇਰੇ ਨਾਲ ਉੱਥੇ ਚੱਲਣਾ ਪਸੰਦ ਕਰੋਗੇ? ਪਰ ਹੁਣ ਤੁਹਾਡੀ ਗੱਲ ਸੁਣ ਕੇ ਲੱਗਦਾ ਹੈ ਕਿ ਸਾਨੂੰ ਉੱਥੇ ਜਾਣ ਦੀ ਬਜਾਏ ਇੱਥੇ ਲੰਦਨ 'ਚ ਰਹਿ ਕੇ ਉਸ ਗੁੰਮਨਾਮ ਆਦਮੀ ਦੀ ਭਾਲ ਕਰਨੀ ਚਾਹੀਦੀ ਹੈ ਜਿਹਨੇ ਇਸ ਖਤਰੇ ਦੀ ਖਬਰ ਤੁਹਾਨੂੰ ਪਹਿਲਾਂ ਹੀ ਭੇਜਤੀ ਸੀ। ਨਹੀਂ ਇੰਸਪੈਕਟਰ, ਤੁਸੀਂ ਅਜਿਹਾ ਕੁਝ ਨਹੀਂ ਕਰੋਗੇ, ਹੋਮਸ ਨੇ ਤਾੜਨਾ ਭਰੀ ਸੁਰ 'ਚ ਕਿਹਾ, ਕਿਉਂਕਿ ਮੈਂ ਉਸ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਉਹਦੀ ਅਸਲੀਅਤ ਨੂੰ ਜਾਣਨ ਲਈ ਕੋਈ ਭਾਲ ਨਹੀਂ ਕੀਤੀ ਜਾਏਗੀ। ਵੈਸੇ ਵੀ ਉਹ ਤਾਂ ਇਸ ਸਿਲਸਿਲੇ ਦੀ ਇੱਕ ਬੜੀ ਛੋਟੀ ਅਤੇ ਮਾਮੂਲੀ ਜਿਹੀ ਕੜੀ ਹੈ। ਅਸਲੀ ਅਪਰਾਧੀ ਤਾਂ ਇੱਕ ਬੜਾ ਹੀ ਕਾਬਲ ਅਤੇ ਹੁਸ਼ਿਆਰ ਆਦਮੀ ਹੈ। ਇੱਕ ਕਾਬਲ ਅਤੇ ਹੁਸ਼ਿਆਰ ਆਦਮੀ ਕਿਤੇ ਉਹੀ ਪ੍ਰੋਫੈਸਰ ਤਾਂ ਨਹੀਂ ਹੈ ਜਿਹਦਾ ਤੁਸੀਂ ਅਕਸਰ ਮੇਰੇ ਸਾਹਮਣੇ ਚਰਚਾ ਕਰਦੇ ਰਹਿੰਦੇ ਹੋ? ਬਿਲਕੁਲ ਉਹੀ ਹੈ। ਫਿਰ ਤਾਂ ਮੈਨੂੰ ਤੁਹਾਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਤੁਹਾਡੇ ਮੂੰਹੋਂ ਉਹਦੀ ਚਰਚਾ ਸੁਣਨ ਪਿੱਛੋਂ ਉਸ ਬਾਰੇ ਛਾਣਬੀਣ ਕਰਨ ਦੇ ਇਰਾਦੇ ਨਾਲ ਇੱਕ ਵਾਰੀ ਮੈਂ ਉਹਨੂੰ ਮਿਲਣ ਲਈ ਉਹਦੇ ਘਰ ਗਿਆ ਸੀ। ਬੜੀ ਖੁਸ਼ਗਵਾਰ ਅਤੇ ਦਿਲ ਖੁਸ਼ ਮੁਲਾਕਾਤ ਰਹੀ ਸੀ ਉਹ। ਮੈਂ ਕਲਪਨਾ ਵੀ ਨਹੀਂ ਸੀ ਕੀਤੀ ਕਿ ਉਸ ਸਫੈਦ ਵਾਲਾਂ ਵਾਲਾ ਇੱਕ ਬੜਾ ਹੀ ਮਿੱਠ ਬੋਲੜਾ ਬਜ਼ੁਰਗ ਹੋਏਗਾ। ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਚੱਲਣ ਸਮੇਂ ਜਦੋਂ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਬਾਹਰ ਤੱਕ ਛੱਡਣ ਲਈ ਆਇਆ ਤਾਂ ਮੈਨੂੰ ਇੰਝ ਲੱਗਿਆ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਆਸ਼ੀਰਵਾਦ ਦੇ ਕੇ ਵਿਦਾ ਕਰ ਰਿਹਾ ਹੋਵੇ। ਅਤੇ ਉਹ ਖੁਸ਼ਗਵਾਰ ਅਤੇ ਦਿਲ ਖੁਸ਼ ਮੁਲਾਕਾਤ ਘਰ ਦੇ ਕਿਹੜੇ ਹਿੱਸੇ 'ਚ ਹੋਈ ਸੀ? ਹੋਮਸ ਨੇ ਪੁੱਛਿਆ। ਮੈਂ ਸਮਝਦਾ ਕਿ ਉਹ ਤੁਹਾਨੂੰ ਆਪਣੇ ਸਟੱਡੀ ਰੂਮ 'ਚ ਮਿਲਿਆ ਹੋਵੇਗਾ। ਹਾਂ, ਉੱਥੇ ਹੀ ਮਿਲਿਆ ਸੀ। ਬੜਾ ਹੀ ਸ਼ਾਨਦਾਰ ਕਮਰਾ ਸੀ। ਤੁਹਾਡਾ ਚਿਹਰਾ ਖਿੜਕੀ 'ਚੋਂ ਆਉਂਦੀ ਧੁੱਪ ਵੱਲ ਸੀ ਅਤੇ ਉਹਦਾ ਚਿਹਰਾ ਹਨੇਰੇ 'ਚ ਸੀ।
ਮੈਂ ਸ਼ਾਮ ਨੂੰ ਹਨੇਰਾ ਹੋਣ ਦੇ ਬਾਅਦ ਮਿਲਿਆ ਸੀ ਉਹਨੂੰ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੈਂਪ ਦੀ ਰੋਸ਼ਨੀ ਸਿੱਧੀ ਮੇਰੇ ਚਿਹਰੇ 'ਤੇ ਪੈ ਰਹੀ ਸੀ। ਇੰਸਪੈਕਟਰ ਨੇ ਕਿਹਾ ਤੇ ਫਿਰ ਉਹ ਤਰਬਕ ਕੇ ਬੋਲਿਆ, ਪਰ ਜਿੱਥੋਂ ਤੱਕ ਮੈਨੂੰ ਯਾਦ ਹੈ ਤੁਸੀਂ ਮੈਨੂੰ ਇਹ ਕਿਹਾ ਸੀ ਮਿਸਟਰ ਹੋਮਸ ਕਿ ਤੁਸੀਂ ਕਦੇ ਪ੍ਰੋਫੈਸਰ ਮਾਰੀਆਰਟੀ ਨੂੰ ਨਹੀਂ ਮਿਲੇ। ਵਾਕਈ ਕਦੇ ਨਹੀਂ ਮਿਲਿਆ। ਫਿਰ ਤੁਹਾਨੂੰ ਉਹਦੇ ਘਰ ਦੇ ਕਮਰੇ ਬਾਰੇ ਇੰਨੀ ਜਾਣਕਾਰੀ ਕਿੰਝੇ? ਮੇਰੇ ਆਪਣੇ ਤਰੀਕੇ ਨੇ, ਹੋਮਸ ਨੇ ਲਾਪਰਵਾਹੀ ਨਾਲ ਕਿਹਾ। ਮੈਂ ਨਹੀਂ ਸਮਝਦਾ ਕਿ ਤੁਹਾਡੇ ਵਰਗੇ ਕਾਬਲ ਅਤੇ ਹੁਸ਼ਿਆਰ ਡਿਟੈਕਟਿਵ ਨੂੰ ਮੈਨੂੰ ਆਪਣੇ ਇਹਨਾਂ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਣ ਦੀ ਲੋੜ ਹੈ। ਵੈਸੇ ਉੱਥੇ ਦੀ ਸ਼ਾਨੋ ਸ਼ੌਕਤ ਨੂੰ ਦੇਖ ਕੇ ਕੀ ਤੁਹਾਡੇ ਦਿਮਾਗ 'ਚ ਇਹ ਗੱਲ ਬਿਲਕੁਲ ਨਹੀਂ ਆਈ ਕਿ ਸਾਲ ਵਿੱਚ ਕੁੱਲ 700 ਪਾਉਂਡ ਤਨਖਾਹ ਲੈਣ ਵਾਲੇ ਉਸ ਪ੍ਰੋਫੈਸਰ ਕੋਲ ਇੰਨੇ ਰਾਜਸੀ ਢੰਗ ਨਾਲ ਰਹਿਣ ਲਈ ਪੈਸਾ ਕਿੱਥੋਂ ਆਉਂਦਾ ਹੈ? ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਕਿਸੇ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਹਾਸਿਲ ਕਰਦਾ ਹੈ? ਜ਼ਾਹਿਰ ਹੈ, ਪਰ ਉਹ ਕਰਦਾ ਕੀ ਹੈ? ਜਾਲੀ ਨੋਟ ਛਾਪਦਾ ਹੈ, ਡਾਕਾ ਮਾਰਦਾ ਹੈ, ਜਾਲਸਾਜ਼ੀ ਜਾਂ ਕਿਸੇ ਹੋਰ ਗੈਰ ਕਾਨੂੰਨੀ ਕੰਮ ਨਾਲ ਦੌਲਤ ਇਕੱਠੀ ਕਰਦਾ ਹੈ। ਇਹ ਨਾ ਪੁੱਛੋ, ਬਲਕਿ ਇਹ ਪੁੱਛੋ ਕਿ ਉਹ ਕਿਹੜਾ ਗੈਰ ਕਾਨੂੰਨੀ ਕੰਮ ਨਹੀਂ ਕਰਦਾ। ਉਹਨੇ ਇੱਕ ਮੁਜਰਮਾਨਾ ਸਾਮਰਾਜ ਸਥਾਪਿਤ ਕੀਤਾ ਹੋਇਆ। ਉਸ ਵਿੱਚ ਸੈਂਕੜੇ ਕਿਸਮ ਦਾ ਖੂਨ ਖਰਾਬਾ ਕਰਨ ਵਾਲੇ ਗੁੰਡੇ, ਜੇਬ ਕਤਰੇ, ਬਲੈਕਮੇਲਰ, ਪੇਸ਼ੇਵਰ ਜੁਆਰੀ ਅਤੇ ਹੋਰ ਵੀ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਨਾਜਾਇਜ਼ ਧੰਦੇ ਕਰਨ ਵਾਲੇ ਹਜ਼ਾਰਾਂ ਲੋਕ ਸ਼ਾਮਲ ਨੇ। ਬੜਾ ਹੀ ਵਿਸ਼ਾਲ ਕ੍ਰਿਮੀਨਲ ਆਰਗੇਨਾਈਜੇਸ਼ਨ ਯਾਨੀ ਮੁਜਰਮਾਨਾ ਗਰੁੱਪ ਹੈ ਉਹਦਾ। ਇਸ ਬਾਰੇ ਕਦੀ ਫਿਰ ਵਿਸਥਾਰ ਨਾਲ ਚਰਚਾ ਕਰਾਂਗੇ। ਹਾਲੇ ਤਾਂ ਤੁਸੀਂ ਇਹ ਦੱਸੋ ਕਿ ਜੋ ਡਗਲਜ਼ ਨਾਂ ਦੇ ਆਦਮੀ ਦੀ ਹੱਤਿਆ ਹੋਈ ਉਸ ਵਿੱਚ ਇਹ ਮਾਰੀਆਰਟੀ ਦਾ ਕੀ ਹੱਥ ਹੈ? ਦੂਜਾ ਇਹ ਕਿ ਤੁਹਾਨੂੰ ਉਸ ਹੱਤਿਆ ਬਾਰੇ ਪਹਿਲਾਂ ਜਾਣਕਾਰੀ ਕਿੰਝ ਹਾਸਲ ਹੋਈ? ਇਹ ਜਾਣਕਾਰੀ ਮੈਨੂੰ ਮੇਰੇ ਇੱਕ ਖਾਸ ਆਦਮੀ ਤੋਂ ਹਾਸਲ ਹੋਈ ਸੀ ਜਿਹਦਾ ਨਾਮ ਮੈਂ ਪੁਰਲਾਕ ਰੱਖਿਆ ਹੋਇਆ। ਪਰ ਹੱਤਿਆ ਕਿਸ ਲਈ ਕੀਤੀ ਗਈ? ਤੁਹਾਡੇ ਇਸ ਸਵਾਲ ਦਾ ਫਿਲਹਾਲ ਕੋਈ ਸਹੀ ਅਤੇ ਪੱਕਾ ਜਵਾਬ ਦੇ ਸਕਣਾ ਤਾਂ ਸੰਭਵ ਨਹੀਂ। ਫਿਰ ਵੀ ਅਸੀਂ ਇਸ ਹੱਤਿਆ ਪਿੱਛੇ ਛਿਪੇ 2 ਕਾਰਨਾਂ ਬਾਰੇ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ। ਪਹਿਲਾ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਮਾਰੀਆਰਟੀ ਆਪਣੀ ਪੂਰੇ ਆਰਗੇਨਾਈਜੇਸ਼ਨ ਨੂੰ ਡੰਡੇ ਦੇ ਜ਼ੋਰ ਨਾਲ ਚਲਾਉਂਦਾ ਹੈ। ਬੜਾ ਸਖਤ ਅਨੁਸ਼ਾਸਨ ਹੈ ਉਹਦਾ। ਉਹਦੇ ਉੱਥੇ ਸਿਰਫ ਇੱਕੋ ਸਜ਼ਾ ਦੇਣ ਦਾ ਨਿਯਮ ਹੈ ਅਤੇ ਉਹ ਹੈ ਮੌਤ। ਹੁਣ ਇਸ ਡਗਲਜ਼ ਨਾਂ ਦੇ ਜਿਸ ਆਦਮੀ ਦੀ ਹੱਤਿਆ ਕੀਤੀ ਗਈ ਹੈ ਉਸ ਬਾਰੇ ਮੈਂ ਇੱਕ ਅੰਦਾਜ਼ਾ ਤਾਂ ਇਹੋ ਲਾ ਸਕਦਾ ਕਿ ਉਹਨੇ ਕਿਸੇ ਰੂਪ ਵਿੱਚ ਇਸ ਅਪਰਾਧੀ ਗਰੁੱਪ ਨਾਲ ਕੋਈ ਗੱਦਾਰੀ ਜਾਂ ਇਹਦਾ ਕੋਈ ਨੁਕਸਾਨ ਕੀਤਾ ਹੋਵੇਗਾ, ਜਿਸ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਕਿ ਦੂਜਿਆਂ ਨੂੰ ਸਬਕ ਮਿਲੇ ਅਤੇ ਮੌਤ ਦੀ ਦਹਿਸ਼ਤ ਉਹਨਾਂ ਦੇ ਮਨ 'ਚ ਬੈਠ ਜਾਏ। ਅਤੇ ਦੂਜਾ ਕਾਰਨ ਕੀ ਹੋ ਸਕਦਾ ਮਿਸਟਰ ਹੋਮਸ? ਦੂਜਾ ਕਾਰਨ ਅਜੇ ਮੇਰੇ ਦਿਮਾਗ 'ਚ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ। ਉਸ ਬਾਰੇ ਸ਼ਾਇਦ ਸਾਨੂੰ ਬਿਲਸਟੋਨ ਪਹੁੰਚਣ 'ਤੇ ਕੋਈ ਜਾਣਕਾਰੀ ਮਿਲੇ। ਵੈਸੇ ਮੈਂ ਪ੍ਰੋਫੈਸਰ ਮਾਰੀਆਰਟੀ ਨੂੰ ਜਿੰਨਾ ਜਾਣਦਾ ਉਹਦੇ ਆਧਾਰ 'ਤੇ ਇਹ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਸਾਨੂੰ ਉੱਥੇ ਉਹਦੇ ਖਿਲਾਫ ਕੋਈ ਸੁਰਾਗ ਨਹੀਂ ਮਿਲੇਗਾ। ਫਿਰ ਵੀ ਘਟਨਾ ਵਾਲੀ ਜਗ੍ਹਾ 'ਤੇ ਜਾ ਕੇ ਦੇਖਣਾ ਤਾਂ ਬਣਦਾ ਹੀ ਹੈ। ਬਸ ਤਾਂ ਫਿਰ ਸਾਨੂੰ ਫੌਰਨ ਹੀ ਬਿਲਸਟੋਨ ਲਈ ਰਵਾਨਾ ਹੋ ਜਾਣਾ ਚਾਹੀਦਾ, ਮੈਕਡੋਨਾਲਡ ਨੇ ਕਿਹਾ। ਸਾਨੂੰ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ। ਬਸ 5 ਮਿੰਟ 'ਚ ਤਿਆਰ ਹੋ ਕੇ ਤੁਹਾਡੇ ਨਾਲ ਚੱਲਦੇ ਹਾਂ। ਹੋਮਸ ਨੇ ਭੁੜਕ ਕੇ ਖੜ੍ਹਾ ਹੋਣ ਤੋਂ ਬਾਅਦ ਕਾਹਲ ਨਾਲ ਆਪਣਾ ਗਾਊਨ ਲਾ ਕੇ ਕੋਟ ਪਾਉਂਦਿਆਂ ਕਿਹਾ, ਪਰ ਜਦੋਂ ਅਸੀਂ ਚੱਲ ਹੀ ਰਹੇ ਹਾਂ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਰਸਤੇ 'ਚ ਇਸ ਮਾਮਲੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਤੁਹਾਡੇ ਕੋਲ ਹੈ ਉਸ ਬਾਰੇ ਜ਼ਰਾ ਚਾਨਣਾ ਪਾ ਦਿਓਗੇ। ਜਦੋਂ ਅਸੀਂ ਕਿਰਾਏ ਦੀ ਬੱਗੀ 'ਚ ਬੈਠ ਕੇ ਉੱਥੋਂ ਰਵਾਨਾ ਹੋਏ ਤਾਂ ਮੈਕਡੋਨਾਲਡ ਨੇ ਰਸਤੇ 'ਚ ਸਾਨੂੰ ਦੱਸਿਆ ਕਿ ਉਹਨੂੰ ਇਸ ਬਾਰੇ ਖੁਦ ਵੀ ਕੋਈ ਜਾਣਕਾਰੀ ਨਹੀਂ ਹੈ। ਉਹਦਾ ਕਹਿਣਾ ਸੀ ਕਿ ਇਸ ਇਲਾਕੇ ਦਾ ਵਾਈਟ ਮੈਸਨ ਨਾਮ ਦਾ ਲੋਕਲ ਪੁਲਿਸ ਅਧਿਕਾਰੀ ਉਹਦਾ ਪੁਰਾਣਾ ਦੋਸਤ ਹੈ, ਜਿਹਨੇ ਸਵੇਰ ਦੀ ਮਿਲਕ ਟ੍ਰੇਨ ਰਾਹੀਂ ਆਪਣਾ ਸੁਨੇਹਾ ਲਿਖ ਕੇ ਉਹਨੂੰ ਘੱਲਿਆ ਸੀ ਤਾਂ ਕਿ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਸਕਾਟਲੈਂਡ ਯਾਰਡ ਦੀ ਮਦਦ ਹਾਸਲ ਕੀਤੀ ਜਾ ਸਕੇ। ਉਸ ਪਿੱਛੋਂ ਇੰਸਪੈਕਟਰ ਮੈਕਡੋਨਾਲਡ ਨੇ ਉਹ ਚਿੱਠੀ ਪੜ੍ਹ ਕੇ ਸੁਣਾਈ ਜਿਹੜੀ ਉਹਦੇ ਨਾਂ ਘੱਲੀ ਗਈ ਸੀ। ਮਹਿਕਮੇ ਵੱਲੋਂ ਤਾਂ ਤੁਹਾਡੀ ਮਦਦ ਪ੍ਰਾਪਤ ਕਰਨ ਲਈ ਮੈਂ ਇੱਕ ਅਲੱਗ ਦਰਖਾਸਤ ਲਿਖ ਕੇ ਦੂਜੇ ਲਿਫਾਫੇ 'ਚ ਭੇਜ ਰਿਹਾ। ਤਾਰ ਦੁਆਰਾ ਸੂਚਨਾ ਦੇਣਾ ਕਿ ਤੁਸੀਂ ਸਵੇਰ ਦੀ ਕਿਹੜੀ ਗੱਡੀ ਰਾਹੀਂ ਬਿਲਸਟੋਨ ਲਈ ਰਵਾਨਾ ਹੋ ਰਹੇ ਹੋ। ਜਾਂ ਤਾਂ ਮੈਂ ਖੁਦ ਤੁਹਾਨੂੰ ਲੈਣ ਲਈ ਸਟੇਸ਼ਨ ਪਹੁੰਚ ਜਾਵਾਂਗਾ ਜਾਂ ਜੇ ਮੈਂ ਕਿਸੇ ਕੰਮ 'ਚ ਫਸਿਆ ਹੋਇਆ ਤਾਂ ਕਿਸੇ ਨੂੰ ਭੇਜ ਦਿਆਂਗਾ। ਇਹ ਕੇਸ ਬੜਾ ਹੀ ਪੇਚੀਦਾ ਹੈ, ਇਸ ਲਈ ਸਮਾਂ ਨਸ਼ਟ ਕੀਤੇ ਬਿਨਾਂ ਫੌਰਨ ਰਵਾਨਾ ਹੋ ਪੈਣਾ। ਸੰਭਵ ਹੋਏ ਤਾਂ ਮਿਸਟਰ ਹੋਮਸ ਨੂੰ ਵੀ ਆਪਣੇ ਨਾਲ ਲੈਂਦੇ ਆਉਣਾ।
ਕਿਉਂਕਿ ਇਹ ਕੇਸ ਵਾਕਈ ਬੜਾ ਉਲਝਿਆ ਹੋਇਆ ਤੇ ਪੇਚੀਦਾ ਹੈ। ਪਰ ਇਸ ਵਿੱਚ ਡਗਲਸ ਤੇ ਉਹਦੀ ਮੌਤ ਦਾ ਤਾਂ ਕਿਧਰੇ ਵੀ ਕੋਈ ਜ਼ਿਕਰ ਨਹੀਂ। ਇਹਦਾ ਵੇਰਵਾ ਉਸ ਮਹਿਕਮੇ ਲਈ ਆਈ ਚਿੱਠੀ ਵਿੱਚ ਹੈ ਜਿਹੜੀ ਉਹਨੇ ਵੱਖ ਲਿਖ ਕੇ ਭੇਜੀ ਸੀ। ਉਸੇ ਤੋਂ ਮੈਨੂੰ ਪਤਾ ਲੱਗਿਆ ਕਿ ਮਰਨ ਵਾਲੇ ਦਾ ਨਾਂ ਡਗਲਸ ਸੀ ਤੇ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਹੈ। ਉਸ ਵਿੱਚ ਇਹ ਵੀ ਲਿਖਿਆ ਸੀ ਕਿ ਅਜੇ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ ਹੈ। ਪੂਰੀ ਜਾਣਕਾਰੀ ਦੇ ਬਿਨਾਂ ਇਸ ਮਾਮਲੇ ਬਾਰੇ ਹੋਰ ਵਧੇਰੇ ਗੱਲਬਾਤ ਕਰਨੀ ਬੇਕਾਰ ਹੈ, ਹੋਮਸ ਬੋਲਿਆ। ਫਿਲਹਾਲ ਤਾਂ ਸਾਡੇ ਸਾਹਮਣੇ ਦੋ ਬਿੰਦੂ ਨੇ, ਇੱਕ ਬੜਾ ਚਲਾਕ ਤੇ ਕਮੀਨਾ ਅਪਰਾਧੀ ਲੰਦਨ 'ਚ ਤੇ ਦੂਜਾ ਉਹ ਮੁਰਦਾ ਸੁਸੈਕਸ ਵਿੱਚ। ਇਹਨਾਂ ਦੋਵਾਂ ਬਿੰਦੂਆਂ ਵਿਚਕਾਰ ਅਸੀਂ ਤਫਤੀਸ਼ ਕਰਨੀ ਹੈ। ਤੀਸਰਾ ਕਾਂਡ, ਬਿਲ ਸਟੋਨ ਦੀ ਤਰਾਸਦੀ। ਹੁਣ ਮੈਂ ਆਪਣੀ ਨਾਚੀਜ਼ ਹਸਤੀ ਨੂੰ ਵਿਚਕਾਰੋਂ ਹਟਾ ਕੇ ਉਹਨਾਂ ਘਟਨਾਵਾਂ ਦਾ ਵਰਣਨ ਕਰਦਾ ਜਿਹੜੀਆਂ ਸਾਡੇ ਘਟਨਾ ਵਾਲੀ ਥਾਂ 'ਤੇ ਪਹੁੰਚਣ ਤੋਂ ਪਹਿਲਾਂ ਉੱਥੇ ਵਾਪਰ ਚੁੱਕੀਆਂ ਸਨ ਤੇ ਜਿਨ੍ਹਾਂ ਦੀ ਸਾਨੂੰ ਉੱਥੇ ਪਹੁੰਚ ਕੇ ਜਾਣਕਾਰੀ ਹੋਈ। ਸਿਰਫ ਇਸੇ ਤਰੀਕੇ ਨਾਲ ਹੀ ਮੈਂ ਆਪਣੇ ਪਾਠਕਾਂ ਨੂੰ ਇਸ ਅਜੀਬੋ-ਗਰੀਬ ਘਟਨਾ ਚੱਕਰ ਨਾਲ ਜੁੜੇ ਪਾਤਰਾਂ ਤੇ ਉਹਨਾਂ ਦੀਆਂ ਵਚਿੱਤਰ ਪ੍ਰਸਥਿਤੀਆਂ ਤੋਂ ਜਾਣੂ ਕਰਵਾ ਸਕਾਂਗਾ ਜਿਹੜੇ ਇਸ ਰਹੱਸਮਈ ਵਾਰਦਾਤ ਨਾਲ ਜੁੜੇ ਹੋਏ ਸਨ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਿਲ ਸਟੋਨ ਨਾਂ ਦੇ ਉਸ ਪਿੰਡ ਬਾਰੇ ਦੱਸਦੇ ਹਾਂ। ਇਹ ਇੰਗਲੈਂਡ ਦੇ ਸੁਸੈਕਸ ਸੂਬੇ ਦੀ ਉੱਤਰੀ ਹੱਦ 'ਤੇ ਸਥਿਤ ਟੁੱਟੇ ਭੱਜੇ ਘਰਾਂ ਦੀ ਇੱਕ ਪੁਰਾਣੀ ਜਿਹੀ ਬਸਤੀ ਹੈ। ਸਦੀਆਂ ਤੋਂ ਇਹਦੀ ਹਾਲਤ ਵਿੱਚ ਕਦੀ ਕੋਈ ਪਰਿਵਰਤਨ ਨਹੀਂ ਆਇਆ, ਪਰ ਹੁਣ ਕੁਝ ਵਰ੍ਹਿਆਂ ਤੋਂ ਹਾਲਾਤ ਬਦਲਣ ਲੱਗ ਪਏ ਸੀ ਤੇ ਇਸ ਇਲਾਕੇ ਨੇ ਬਹੁਤ ਸਾਰੇ ਰੱਜੇ ਪੁੱਜੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਸੀ, ਜਿਹਦਾ ਨਤੀਜਾ ਇਹ ਹੋਇਆ ਕਿ ਆਸੇ-ਪਾਸੇ ਦੇ ਉਜਾੜ ਇਲਾਕੇ ਵਿੱਚ ਸ਼ਾਨਦਾਰ ਮਕਾਨ ਤੇ ਕੋਠੀਆਂ ਆਦਿ ਨਜ਼ਰ ਆਉਣ ਲੱਗੀਆਂ। ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਵੀਆਂ-ਨਵੀਆਂ ਦੁਕਾਨਾਂ ਵੀ ਖੁੱਲ੍ਹਣ ਲੱਗੀਆਂ। ਇੰਝ ਲੱਗਣ ਲੱਗਾ ਜਿਵੇਂ ਪੁਰਾਣਾ ਪਿੰਡ ਛੇਤੀ ਵਿਕਸਤ ਹੋ ਕੇ ਇੱਕ ਆਧੁਨਿਕ ਨਗਰ ਦੇ ਰੂਪ 'ਚ ਬਦਲ ਜਾਏਗਾ ਤੇ ਇਸ ਇਲਾਕੇ ਦਾ ਕੇਂਦਰੀ ਸਥਾਨ ਬਣ ਜਾਏਗਾ। ਫਿਲਹਾਲ ਤਾਂ ਸਭ ਤੋਂ ਮਹੱਤਵਪੂਰਨ ਟਰਨਬ੍ਰਿਜ ਵਾਲਸ ਨਾਮੀ ਨਗਰ ਉੱਥੋਂ ਲਗਭਗ 10-12 ਮੀਲ ਦੂਰ ਹੈ। ਪਿੰਡ ਤੋਂ ਲਗਭਗ ਅੱਧਾ ਮੀਲ ਦੀ ਦੂਰੀ 'ਤੇ ਪੁਰਾਣੇ ਜ਼ਿਮੀਂਦਾਰਾਂ ਦੀ ਉਹ ਪੁਰਾਣੀ ਗੜ੍ਹੀ ਸੀ ਜਿਹਨੂੰ ਬਸਤੀ ਦੇ ਲੋਕ ਮੈਨਾਰ ਹਾਊਸ ਤੇ ਇਲਾਕੇ ਦੇ ਲੋਕ ਬਿਲ ਸਟੋਨ ਹਾਊਸ ਦੇ ਨਾਂ ਨਾਲ ਸੱਦਦੇ ਸਨ। ਉਸ ਗੜ੍ਹੀ ਨੂੰ ਉਹਦੇ ਮਾਲਕ ਵਰ੍ਹਿਆਂ ਪਹਿਲਾਂ ਛੱਡ ਕੇ ਇੱਥੋਂ ਚਲੇ ਗਏ ਸਨ, ਪਰ ਇਹ ਇਮਾਰਤ ਅੱਜ ਵੀ ਕਿਸੇ ਪ੍ਰਾਚੀਨ ਯੋਧੇ ਵਾਂਗ ਆਪਣੀ ਜਗ੍ਹਾ ਉੱਤੇ ਮਾਣ ਨਾਲ ਸਿਰ ਚੁੱਕੀ ਖੜ੍ਹੀ ਸੀ। ਇਸ ਗੜ੍ਹੀ ਦੇ ਚਾਰੇ ਪਾਸੇ ਇੱਕ ਖਾਈ ਪੁੱਟੀ ਹੋਈ ਸੀ ਜਿਹੜੀ ਪੁਰਾਣੇ ਜ਼ਮਾਨੇ 'ਚ ਬਾਹਰੀ ਹਮਲਿਆਂ ਤੋਂ ਸੁਰੱਖਿਆ ਲਈ ਬਣਾਈ ਗਈ ਸੀ। ਉਹ ਖਾਈ ਲਗਭਗ 40 ਫੁੱਟ ਚੌੜੀ ਸੀ ਤੇ ਇਮਾਰਤ ਦੇ ਗਿਰਦ ਕਿਸੇ ਅਜਗਰ ਵਾਂਗ ਕੁੰਡਲੀ ਮਾਰੀ ਪਸਰੀ ਹੋਈ ਸੀ। ਇੱਕ ਛੋਟੀ ਜਿਹੀ ਨਹਿਰ ਉਸ ਵਿੱਚ ਪਾਣੀ ਪਾਉਂਦੀ ਹੋਈ ਅੱਗੇ ਨਿਕਲ ਜਾਂਦੀ ਸੀ। ਇਹ ਦੂਜੀ ਗੱਲ ਹੈ ਕਿ ਉਹ ਪਾਣੀ ਕੁਝ ਫੁੱਟ ਤੋਂ ਵੱਧ ਡੂੰਘਾ ਨਹੀਂ ਸੀ। ਇਸ ਇਮਾਰਤ ਤੱਕ ਜਾਣ ਲਈ ਖਾਈ ਉੱਤੇ ਇੱਕ ਡਰਾਬ੍ਰਿਜ ਯਾਨੀ ਉਠਾਊ ਪੁਲ ਬਣਿਆ ਹੋਇਆ ਸੀ ਜਿਹਦੀਆਂ ਜੰਜੀਰਾਂ ਲੰਮੇ ਸਮੇਂ ਤੋਂ ਜਰ ਕੇ ਟੁੱਟ ਚੁੱਕੀਆਂ ਸਨ, ਪਰ ਉਹਦੇ ਨਵੇਂ ਮਾਲਕ ਨੇ ਇਹਨਾਂ ਨੂੰ ਬਦਲਵਾ ਕੇ ਨਾ ਉਸ ਉਠਾਊ ਪੁਲ ਨੂੰ ਸਿਰਫ ਠੀਕ ਕਰਵਾ ਲਿਆ ਸੀ, ਬਲਕਿ ਉਹ ਪੁਲ ਰੋਜ਼ ਰਾਤ ਨੂੰ ਚੁੱਕ ਵੀ ਦਿੱਤਾ ਜਾਂਦਾ ਸੀ ਤੇ ਹਰ ਸਵੇਰ ਫਿਰ ਵਾਪਸ ਲਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਹਨੇ ਨਾ ਸਿਰਫ ਉਸ ਪੁਰਾਣੇ ਸਾਮੰਤੀ ਰਿਵਾਜ਼ ਨੂੰ ਚਾਲੂ ਰੱਖਿਆ, ਬਲਕਿ ਰਾਤ ਵੇਲੇ ਉਹ ਗੜ੍ਹੀ ਇੱਕ ਟਾਪੂ ਦੇ ਰੂਪ 'ਚ ਬਦਲ ਜਾਂਦੀ ਸੀ। ਇਹ ਇੱਕ ਅਜਿਹਾ ਤੱਥ ਸੀ ਜਿਹਨੇ ਹੱਤਿਆ ਦੇ ਉਸ ਰਹੱਸ ਨੂੰ ਹੋਰ ਵੀ ਵੱਧ ਉਲਝਾ ਦਿੱਤਾ ਸੀ, ਜਿਹੜਾ ਛੇਤੀ ਪੂਰੇ ਇੰਗਲੈਂਡ ਦੀ ਉਤਸੁਕਤਾ ਦਾ ਸਬੱਬ ਬਣਨ ਵਾਲਾ ਸੀ। ਉਹ ਏਡੀ ਵੱਡੀ ਇਮਾਰਤ ਵਿੱਚ ਪਰਿਵਾਰ ਦੇ ਰੂਪ 'ਚ ਸਿਰਫ 2 ਜਣੇ ਹੀ ਰਹਿੰਦੇ ਸਨ, ਡਗਲਸ ਤੇ ਉਹਦੀ ਪਤਨੀ। 50 ਵਰ੍ਹਿਆਂ ਦਾ ਡਗਲਸ ਹੱਟਾ-ਕੱਟਾ ਤੇ ਕਾਫੀ ਸਿਹਤਮੰਦ ਆਦਮੀ ਸੀ। ਇੱਥੇ ਆਉਣ ਤੋਂ ਬਾਅਦ ਉਹ ਆਪਣੇ ਉਦਾਰ ਤੇ ਮਿਲਣਸਾਰ ਸੁਭਾਅ ਕਾਰਨ ਛੇਤੀ ਸਥਾਨਕ ਲੋਕਾਂ ਨਾਲ ਘੁਲ ਮਿਲ ਗਿਆ ਸੀ, ਕਿਉਂਕਿ ਉਹ ਹਰੇਕ ਦੇ ਦੁੱਖ ਸੁੱਖ 'ਚ ਕੰਮ ਆਉਣ ਲਈ ਹਰ ਵੇਲੇ ਤਿਆਰ ਰਹਿੰਦਾ ਸੀ। ਇਸ ਲਈ ਉਹਨੇ ਉਹਨਾਂ ਲੋਕਾਂ ਦਾ ਸਨਮਾਨ ਤੇ ਪ੍ਰੇਮ ਪ੍ਰਾਪਤ ਕਰ ਲਿਆ ਸੀ। ਉਹ ਕਾਫੀ ਮਾਲਦਾਰ ਆਦਮੀ ਸੀ ਤੇ ਕਿਹਾ ਜਾਂਦਾ ਸੀ ਕਿ ਉਹਨੇ ਇਹ ਸਾਰੀ ਦੌਲਤ ਕੈਲੀਫੋਰਨੀਆ ਦੀਆਂ ਸੋਨੇ ਦੀਆਂ ਖਾਣਾਂ 'ਚੋਂ ਕਮਾਈ ਸੀ। ਉਹ ਤੇ ਉਹਦੀ ਪਤਨੀ ਅਕਸਰ ਇਹ ਕਹਿੰਦੇ ਰਹਿੰਦੇ ਸਨ ਕਿ ਉਹਨਾਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਅਮਰੀਕਾ 'ਚ ਬਿਤਾਇਆ ਸੀ। ਉਹਦੀ ਪਤਨੀ ਨੂੰ ਵੀ ਉਹ ਲੋਕ ਜਿਹੜੇ ਉਹਨੂੰ ਮਿਲ ਚੁੱਕੇ ਸਨ ਖਾਸੀ ਮਿਲਾਪੜੀ ਸਮਝਦੇ ਸਨ। ਵੈਸੇ ਉਹ ਕੁਝ ਇਕਾਂਤ ਪਸੰਦ ਸੁਭਾਅ ਦੀ ਸੀ,
ਇਸ ਲਈ ਘੱਟ ਲੋਕਾਂ ਨੂੰ ਹੀ ਮਿਲਦੀ ਸੀ ਅਤੇ ਆਪਣੀ ਘਰ ਗ੍ਰਸਤੀ ਦੇ ਕੰਮਾਂ 'ਚ ਹੀ ਰੁੱਝੀ ਰਹਿੰਦੀ ਸੀ। ਉਹ ਨਾ ਸਿਰਫ ਖੂਬਸੂਰਤ ਸੀ ਬਲਕਿ ਆਪਣੇ ਪਤੀ ਨਾਲੋਂ 20 ਵਰ੍ਹੇ ਛੋਟੀ ਵੀ ਸੀ। ਕਈ ਲੋਕਾਂ ਦੀਆਂ ਨਜ਼ਰਾਂ 'ਚ ਇਹ ਇੱਕ ਕੁਜੋੜ ਵਿਆਹ ਸੀ। ਇਹਦੇ ਬਾਵਜੂਦ ਪਿਛਲੇ 5 ਸਾਲਾਂ ਤੋਂ ਜਦੋਂ ਤੋਂ ਉਹ ਲੋਕ ਇੱਥੇ ਆ ਕੇ ਰਹਿਣ ਲੱਗੇ ਸਨ, ਕਿਸੇ ਨੇ ਵੀ ਉਹਨਾਂ ਦੋਵਾਂ ਵਿਚਕਾਰ ਕਿਸੇ ਕਿਸਮ ਦੀ ਤਕਰਾਰ ਜਾਂ ਮੂੰਹ ਮੋਟਾ ਹੁੰਦਾ ਨਹੀਂ ਸੀ ਦੇਖਿਆ। ਬਲਕਿ ਬਹੁਤ ਸਾਰੇ ਲੋਕ ਤਾਂ ਉਹਨਾਂ ਦੇ ਆਪਸੀ ਪ੍ਰੇਮ ਅਤੇ ਸਦਭਾਵ ਦਾ ਆਪਸ 'ਚ ਉਦਾਹਰਨ ਦਿੰਦੇ ਹੁੰਦੇ ਸਨ। ਜਿਹੜੇ ਉਹਨਾਂ ਦੇ ਨਜ਼ਦੀਕੀ ਸਿਆਣੂ ਸਨ ਉਹ ਤਾਂ ਇੱਥੋਂ ਤੱਕ ਕਹਿੰਦੇ ਸਨ ਕਿ ਜੇ ਕਿਤੇ ਉਹਦੇ ਪਤੀ ਨੂੰ ਰਾਤੀ ਆਉਣ 'ਚ ਦੇਰ ਹੋ ਜਾਂਦੀ ਸੀ ਤਾਂ ਉਹਦੀ ਫਿਕਰ ਵਿੱਚ ਬੁਰੀ ਤਰ੍ਹਾਂ ਘਬਰਾ ਜਾਂਦੀ ਸੀ ਅਤੇ ਘਬਰਾਹਟ ਅਤੇ ਪਰੇਸ਼ਾਨੀ ਦੇ ਮਾਰੇ ਡੋਰੀ ਜਿਹੀ ਹੋ ਗਈ ਲੱਗਣ ਲੱਗਦੀ ਸੀ। ਇਹ ਤੋਂ ਇਲਾਵਾ ਇੱਕ ਹੋਰ ਆਦਮੀ ਵੀ ਸੀ ਜਿਹੜਾ ਹੱਤਿਆ ਦੀ ਰਾਤ ਨੂੰ ਉਸ ਛੱਤ ਹੇਠ ਠਹਿਰਿਆ ਹੋਇਆ ਸੀ, ਜਿਹਦਾ ਨਾਂ ਉਸ ਹੱਤਿਆ ਕਰਕੇ ਸਾਰੇ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕਾ ਸੀ। ਉਹਦਾ ਨਾਂ ਸੀ ਸੇਸਿਲ ਜੇਮਸ ਬਾਰਕਰ, ਜਿਹੜਾ ਲੰਦਨ ਦੇ ਹੈਂਪਸਟੇਡ ਨਾਂ ਦੇ ਇਲਾਕੇ 'ਚ ਰਹਿੰਦਾ ਸੀ। ਸੇਸਿਲ ਬਾਰਕਰ ਬਿਲਲਸਟੋਨ ਨਾਮੀ ਪਿੰਡ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਸੀ, ਕਿਉਂਕਿ ਅਕਸਰ ਗੜੀ 'ਚ ਆਉਂਦਾ ਜਾਂਦਾ ਰਹਿੰਦਾ ਸੀ, ਜਿੱਥੇ ਇੱਕ ਸਤਿਕਾਰਤ ਮਹਿਮਾਨ ਦੇ ਤੌਰ 'ਤੇ ਉਹਦਾ ਸਵਾਗਤ ਕੀਤਾ ਜਾਂਦਾ ਸੀ। ਪੁਰਾਣੇ ਦਿਨਾਂ ਦਾ ਉਹ ਇੱਕੋ ਇੱਕ ਅਜਿਹਾ ਜਾਣਕਾਰ ਸੀ ਜਿਹੜਾ ਉਹਨਾਂ ਲੋਕਾਂ ਨੂੰ ਮਿਲਣ ਲਈ ਉੱਥੇ ਆਉਂਦਾ ਰਹਿੰਦਾ ਸੀ। ਇਹਦੇ ਇਲਾਵਾ ਉਸ ਇਮਾਰਤ ਦੇ ਜਿਹੜੇ ਹੋਰ ਵਸਨੀਕ ਸਨ, ਉਹਨਾਂ ਵਿੱਚ ਬਟਲਰ ਏਮਸ ਅਤੇ ਮਿਸਿਜ਼ ਅਲੇਨ, ਇਹ 2 ਮੁੱਖ ਜਣੇ ਹੋਰ ਸਨ, ਜਿਹੜੇ ਘਰ ਦੀ ਦੇਖਭਾਲ ਅਤੇ ਕੰਮਕਾਜ 'ਚ ਹੱਥ ਵੰਡਾਉਣ ਲਈ ਰੱਖੇ ਗਏ ਸਨ। ਵੈਸੇ 6 ਨੌਕਰ ਹੋਰ ਵੀ ਸਨ, ਪਰ ਉਹਨਾਂ ਦਾ 6 ਜਨਵਰੀ ਨੂੰ ਵਾਪਰੀ ਉਸ ਦੁਖਦਾਈ ਘਟਨਾ ਨਾਲ ਕੋਈ ਸਬੰਧ ਨਹੀਂ ਸੀ। ਰਾਤ ਦੇ 11:45 ਵਜੇ ਦੇ ਕਰੀਬ ਸੁਸੈਕਸ ਦੀ ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਸਾਰਜੈਂਟ ਵਿਲਸਨ ਨੂੰ ਹੱਤਿਆ ਦੀ ਸੂਚਨਾ ਮਿਲੀ। ਸੂਚਨਾ ਦੇਣ ਲਈ ਘਬਰਾਇਆ ਅਤੇ ਬੌਂਦਲਿਆ ਜਿਹਾ ਸੇਸਿਲ ਬਾਰਕਰ ਖੁਦ ਉੱਥੇ ਪਹੁੰਚਿਆ ਸੀ ਅਤੇ ਉਖੜੇ ਸਾਹਾਂ ਨਾਲ ਸੂਚਨਾ ਦੇਣ ਪਿੱਛੋਂ ਫੌਰਨ ਹੀ ਗੜੀ ਵਾਪਸ ਪਰਤ ਗਿਆ ਸੀ। ਸਾਰਜੈਂਟ ਵਿਲਸਨ ਵੀ ਸੂਬੇ ਦੇ ਅਧਿਕਾਰੀਆਂ ਨੂੰ ਉਸ ਗੰਭੀਰ ਵਾਰਦਾਤ ਦੀ ਸੂਚਨਾ ਦੇਣ ਪਿੱਛੋਂ 12 ਵਜੇ ਤੋਂ ਕੁਝ ਮਿੰਟ ਬਾਅਦ ਹੀ ਗੜੀ ਪਹੁੰਚ ਗਿਆ। ਉੱਥੇ ਬਿਲਸਟੋਨ ਹਾਊਸ ਪਹੁੰਚ ਕੇ ਸਾਰਜੈਂਟ ਨੇ ਦੇਖਿਆ ਕਿ ਚੁੱਕਿਆ ਹੋਇਆ ਪੁਲ ਉਸ ਸਮੇਂ ਹੇਠਾਂ ਡਿੱਗਿਆ ਹੋਇਆ ਸੀ। ਖਿੜਕੀਆਂ 'ਚ ਚਾਨਣ ਸੀ ਅਤੇ ਇਮਾਰਤ ਦੇ ਸਾਰੇ ਲੋਕ ਬੁਰੀ ਤਰ੍ਹਾਂ ਦਹਿਸ਼ਤ ਜ਼ਦਾ ਅਤੇ ਬੌਂਦਲੇ ਹੋਏ ਸਨ। ਸਾਰੇ ਨੌਕਰ ਆਪਣੇ ਪੀਲੇ ਚਿਹਰਿਆਂ ਸਮੇਤ ਇੱਕ ਪਾਸੇ ਝੁੰਡ ਬਣੇ ਬੈਠੇ ਸਨ ਅਤੇ ਬਟਲਰ ਏਮਸ ਦਰਵਾਜ਼ੇ ਕੋਲ ਖੜ੍ਹਾ ਬੜੀ ਬੇਚੈਨੀ ਨਾਲ ਆਪਣੀਆਂ ਉਂਗਲਾਂ ਮਰੋੜ ਰਿਹਾ ਸੀ। ਸਿਰਫ ਸੇਸਿਲ ਬਾਰਕਰ ਹੀ ਇੱਕ ਅਜਿਹਾ ਆਦਮੀ ਸੀ ਜਿਹਨੇ ਆਪਣੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਕਾਬੂ 'ਚ ਰੱਖਿਆ ਹੋਇਆ ਸੀ। ਉਹਨੇ ਪ੍ਰਵੇਸ਼ ਮਾਰਗ ਦੇ ਨੇੜੇ ਦਾ ਸਭ ਤੋਂ ਨਜ਼ਦੀਕੀ ਦਰਵਾਜ਼ਾ ਖੋਲ੍ਹਿਆ ਅਤੇ ਸਾਰਜੈਂਟ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਐਨ ਉਦੋਂ ਹੀ ਡਾਕਟਰ ਵੁੱਡ ਉੱਥੇ ਪਹੁੰਚ ਗਿਆ, ਜਿਹੜਾ ਕਿ ਪਿੰਡ ਦਾ ਬੜਾ ਹੀ ਜਿੰਦਾ ਦਿਲ ਅਤੇ ਕਾਬਿਲ ਚਿਕਿਤਸਕ ਸੀ। ਤਿੰਨੇ ਜਣੇ ਉਸ ਘਾਤਕ ਕਮਰੇ ਵਿੱਚ ਇਕੱਠੇ ਪ੍ਰਵੇਸ਼ ਹੋਏ, ਜਦਕਿ ਦੁੱਖ ਵਿੱਚ ਡੁੱਬਿਆ ਹੋਇਆ ਬਟਲਰ ਉਹਨਾਂ ਦੇ ਪਿੱਛੇ ਪਿੱਛੇ ਅੰਦਰ ਆਇਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤਾਂ ਕਿ ਉਸ ਵਿਭਤਸ ਦ੍ਰਿਸ਼ ਨੂੰ ਹੋਰ ਨੌਕਰ ਨੌਕਰਾਣੀਆਂ ਨਾ ਦੇਖ ਸਕਣ। ਮਰਨ ਵਾਲਾ ਕਮਰੇ ਦੇ ਐਨ ਵਿਚਕਾਰ ਫਰਸ਼ ਉੱਤੇ ਚਿੱਤ ਪਿਆ ਹੋਇਆ ਸੀ। ਸਾਰੇ ਅੰਗ ਬਾਹਰ ਵੱਲ ਨੂੰ ਪਸਰੇ ਹੋਏ ਸਨ। ਉਹਨੇ ਇੱਕ ਗੁਲਾਬੀ ਰੰਗ ਦਾ ਗਾਊਨ ਪਾਇਆ ਹੋਇਆ ਸੀ, ਜਿਹਨੇ ਉਹਦੇ ਰਾਤ ਦੇ ਪਹਿਰਾਵੇ ਨੂੰ ਢੱਕ ਲਿਆ ਸੀ। ਡਾਕਟਰ ਦੇ ਨੇੜੇ ਦੀ ਮੇਜ਼ 'ਤੇ ਰੱਖਿਆ ਲੈਂਪ ਚੁੱਕਿਆ ਅਤੇ ਲਾਸ਼ ਤੋਂ ਝੁਕ ਗਿਆ। ਇਹ ਜਾਣਨ ਲਈ ਇੱਕੋ ਨਜ਼ਰ ਕਾਫੀ ਸੀ ਕਿ ਉਹਦੀ ਹੁਣ ਕੋਈ ਜ਼ਰੂਰਤ ਨਹੀਂ ਸੀ। ਲਾਸ਼ ਦੀ ਹਾਲਤ ਵਾਕਈ ਬੜੀ ਵਿਭਤਸ ਅਤੇ ਡਰਾਵਨੀ ਸੀ। ਉਹਦੀ ਛਾਤੀ ਉੱਤੇ ਸ਼ਾਟਗਨ ਪਈ ਸੀ, ਜਿਹਦੀਆਂ ਨਾਲਾਂ ਟ੍ਰਿਗਰਸ ਤੋਂ ਲਗਭਗ 1 ਫੁੱਟ ਦੀ ਦੂਰੀ ਤੋਂ ਕੱਟੀਆਂ ਹੋਈਆਂ ਸਨ। ਦੋਵੇਂ ਟ੍ਰਿਗਰਸ ਇੱਕ ਤਾਰ ਨਾਲ ਆਪਸ 'ਚ ਬੰਨ੍ਹ ਦਿੱਤੇ ਗਏ ਸਨ ਤਾਂ ਕਿ ਜਦੋਂ ਇੱਕ ਨੂੰ ਦੱਬਿਆ ਜਾਏ ਤਾਂ ਦੂਜਾ ਆਪਣੇ ਆਪ ਹੀ ਨੱਪਿਆ ਜਾਏ। ਨਤੀਜਾ ਇਹ ਹੋਇਆ ਕਿ ਦੋਵੇਂ ਗੋਲੀਆਂ ਇਕੱਠੀਆਂ ਪੂਰੀ ਤਾਕਤ ਨਾਲ ਸ਼ਿਕਾਰ ਦੇ ਚਿਹਰੇ 'ਤੇ ਜਾ ਵੱਜੀਆਂ ਅਤੇ ਉਹਦੀਆਂ ਧੱਜੀਆਂ ਉਡਾ ਦਿੱਤੀਆਂ। ਅਸੀਂ ਉਦੋਂ ਤੱਕ ਕਿਸੇ ਚੀਜ਼ ਨੂੰ ਨਹੀਂ ਛੂਹਾਂਗੇ ਜਦ ਤੱਕ ਕਿ ਮੇਰੇ ਉੱਪਰਲੇ ਅਫਸਰ ਇੱਥੇ ਨਹੀਂ ਪਹੁੰਚ ਜਾਂਦੇ, ਉਸ ਪਿੰਡ ਦੇ ਸਾਰਜੈਂਟ ਨੇ ਧੀਮੀ ਆਵਾਜ਼ 'ਚ ਕਿਹਾ। ਕੋਈ ਚੀਜ਼ ਨਹੀਂ ਛੂਹੀ ਗਈ, ਸੇਸਿਲ ਬਾਰਕਰ ਨੇ ਕਿਹਾ। ਸਭ ਕੁਝ ਉਵੇਂ ਹੀ ਹੈ ਜਿਵੇਂ ਮੈਂ ਇਹਨੂੰ ਪਹਿਲੀ ਵਾਰ ਦੇਖਿਆ ਸੀ। ਇਹ ਘਟਨਾ ਕਦੋਂ ਹੋਈ? ਸਾਰਜੈਂਟ ਵਿਲਸਨ ਨੇ ਆਪਣੀ ਨੋਟਬੁੱਕ ਕੱਢਦਿਆਂ ਪੁੱਛਿਆ। 11:30 ਦੇ ਆਸ-ਪਾਸ, ਸੇਸਿਲ ਬਾਰਕਰ ਨੇ ਕਿਹਾ। ਮੈਂ ਅਜੇ ਲੇਟਿਆ ਨਹੀਂ ਸੀ ਅਤੇ ਆਪਣੇ ਬੈੱਡਰੂਮ 'ਚ ਆਤਿਸ਼ਦਾਨ ਕੋਲ ਬੈਠਾ ਅੱਗ ਸੇਕ ਰਿਹਾ ਸੀ ਕਿ ਅਚਾਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਕੋਈ ਬਹੁਤੀ ਤੇਜ਼ ਆਵਾਜ਼ ਨਹੀਂ ਸੀ, ਕਾਫੀ ਧੀਮੀ ਜਿਹੀ ਸੀ।
ਫਿਰ ਵੀ ਮੈਂ ਕਾਹਲ ਨਾਲ ਦੌੜਦਾ ਹੋਇਆ ਇੱਥੇ ਪਹੁੰਚਿਆ। ਮੁਸ਼ਕਲ ਨਾਲ 30 ਸਕਿੰਟ ਲੱਗੇ ਹੋਣਗੇ ਮੈਨੂੰ ਇੱਥੇ ਪਹੁੰਚਣ ਵਿੱਚ। ਕੀ ਦਰਵਾਜ਼ਾ ਖੁੱਲ੍ਹਾ ਸੀ? ਹਾਂ, ਦਰਵਾਜ਼ਾ ਖੁੱਲ੍ਹਾ ਸੀ ਅਤੇ ਬਦਕਿਸਮਤ ਡਗਲਸ ਇੰਝ ਹੀ ਪਿਆ ਸੀ ਜਿਵੇਂ ਇਸ ਸਮੇਂ ਤੁਸੀਂ ਦੇਖ ਰਹੇ ਹੋ। ਮੇਜ਼ ਉੱਤੇ ਮੋਮਬੱਤੀ ਬਲ ਰਹੀ ਸੀ। ਥੋੜ੍ਹੀ ਦੇਰ ਬਾਅਦ ਉਹਨੂੰ ਬੁਝਾ ਕੇ ਮੈਂ ਹੀ ਲੈਂਪ ਜਗਾਇਆ ਸੀ। ਕੀ ਤੁਸੀਂ ਕਿਸੇ ਨੂੰ ਨਹੀਂ ਦੇਖਿਆ? ਨਹੀਂ, ਮੈਂ ਬਸ ਮਿਸਿਸ ਡਗਲਸ ਦੇ ਪੌੜੀਆਂ ਉਤਰ ਕੇ ਆਉਣ ਦੀ ਆਵਾਜ਼ ਸੁਣੀ ਅਤੇ ਉਹਨਾਂ ਨੂੰ ਰੋਕਣ ਲਈ ਬਾਹਰ ਵੱਲ ਆ ਲਿਆ ਤਾਂ ਕਿ ਉਹ ਇਸ ਭਿਆਨਕ ਦ੍ਰਿਸ਼ ਨੂੰ ਨਾ ਦੇਖ ਸਕਣ। ਉਦੋਂ ਹੀ ਘਰ ਦਾ ਕੰਮ ਕਾਜ ਕਰਨ ਵਾਲੀ ਮਿਸਿਸ ਐਲੇਨ ਵੀ ਉੱਥੇ ਪਹੁੰਚ ਗਈ ਅਤੇ ਉਹਨਾਂ ਨੂੰ ਆਪਣੇ ਨਾਲ ਉੱਪਰ ਲੈ ਗਈ। ਇਸ ਦੌਰਾਨ ਏਮਜ਼ ਵੀ ਆ ਗਿਆ ਅਤੇ ਅਸੀਂ ਦੋਵੇਂ ਇੱਕ ਵਾਰੀ ਫਿਰ ਇਸ ਕਮਰੇ 'ਚ ਆਏ। ਪਰ ਮੈਂ ਸੁਣਿਆ ਰਾਤ ਨੂੰ ਡਰਾਬ੍ਰਿਜ ਚੁੱਕ ਦਿੱਤਾ ਜਾਂਦਾ ਹੈ। ਜੀ ਹਾਂ, ਬਿਲਕੁਲ ਚੁੱਕਿਆ ਹੋਇਆ ਸੀ। ਮੈਂ ਹੀ ਉਹਨੂੰ ਹੇਠਾਂ ਕੀਤਾ ਸੀ। ਅਜਿਹੀ ਹਾਲਤ ਵਿੱਚ ਕੋਈ ਵੀ ਹਥਿਆਰਾ ਇੱਥੋਂ ਨਿਕਲ ਕੇ ਬਾਹਰ ਕਿੰਝ ਜਾ ਸਕਦਾ ਹੈ? ਸਾਰਜੈਂਟ ਵਿਲਸਨ ਬੋਲਿਆ। ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਪੱਕਾ ਹੈ ਕਿ ਮਿਸਟਰ ਡਗਲਸ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ। ਅਸੀਂ ਵੀ ਪਹਿਲੇ ਇਹੋ ਸੋਚਿਆ ਸੀ, ਪਰ ਕਹਿੰਦਿਆਂ ਹੋਇਆਂ ਬਾਰਕਰ ਨੇ ਇੱਕ ਪਰਦਾ ਹਟਾਇਆ ਅਤੇ ਗੋਦਨੇ ਦੇ ਡਿਜ਼ਾਈਨਦਾਰ ਸ਼ੀਸ਼ਿਆਂ ਵਾਲੀ ਖਿੜਕੀ ਪੂਰੀ ਤਰ੍ਹਾਂ ਖੁੱਲ੍ਹੀ ਦਿਖਾਈ ਦਿੱਤੀ। ਤੁਸੀਂ ਜ਼ਰਾ ਆਹ ਦੇਖੋ। ਉਹਨੇ ਲੈਂਪ ਨੂੰ ਖਿੜਕੀ ਦੀ ਚੌਖਟ ਉੱਤੇ ਝੁਕਾਇਆ ਅਤੇ ਉਹਦੀ ਰੌਸ਼ਨੀ 'ਚ ਉੱਥੇ ਖੂਨ ਦਾ ਇੱਕ ਧੱਬਾ ਜਿਹਾ ਦਿਖਾਈ ਦਿੱਤਾ, ਜਿਵੇਂ ਕਿਸੇ ਬੂਟ ਦੇ ਹੇਠਲੇ ਤਲੇ ਦਾ ਨਿਸ਼ਾਨ ਹੋਏ। ਸਾਫ਼ ਜ਼ਾਹਿਰ ਹੈ ਕਿ ਕਿਸੇ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਇੱਥੇ ਪੈਰ ਰੱਖਿਆ ਸੀ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੋਈ ਖਾਈ ਦੇ ਪਾਣੀ 'ਚ ਲੱਥ ਕੇ ਉਹਨੂੰ ਪਾਰ ਕਰਕੇ ਗਿਆ? ਬਿਲਕੁਲ। ਪਰ ਜੇ ਤੁਸੀਂ ਹੱਤਿਆ ਕੀਤੇ ਜਾਣ ਦੇ ਅੱਧੇ ਮਿੰਟ 'ਚ ਹੀ ਇੱਥੇ ਪਹੁੰਚ ਗਏ ਤਾਂ ਕਿੰਨਾ ਵੀ ਫੁਰਤੀਲਾ ਹੋਣ ਦੇ ਬਾਵਜੂਦ ਹਥਿਆਰੇ ਨੂੰ ਅਜੇ ਖਾਈ ਦੇ ਪਾਣੀ ਵਿੱਚ ਹੀ ਹੋਣਾ ਚਾਹੀਦਾ ਸੀ। ਬਿਲਕੁਲ ਹੋਣਾ ਚਾਹੀਦਾ ਸੀ, ਬਸ਼ਰਤੇ ਕਿ ਮੈਂ ਖਿੜਕੀ 'ਚੋਂ ਝਾਕ ਕੇ ਦੇਖ ਲਿਆ ਹੁੰਦਾ। ਪਰ ਤੁਸੀਂ ਦੇਖਿਆ ਹੀ ਹੈ, ਪਰਦਾ ਤਣਿਆ ਹੋਇਆ ਸੀ ਅਤੇ ਉਸ ਵਕਤ ਇਹਨੂੰ ਹਟਾ ਕੇ ਖਿੜਕੀ ਦੇ ਬਾਹਰ ਦੇਖਣ ਦਾ ਖਿਆਲ ਹੀ ਮੇਰੇ ਦਿਮਾਗ 'ਚ ਨਹੀਂ ਸੀ ਆਇਆ, ਕਿਉਂਕਿ ਉਦੋਂ ਹੀ ਮਿਸਿਸ ਡਗਲਸ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਸੀ ਅਤੇ ਮੈਂ ਉਹਨਾਂ ਨੂੰ ਰੋਕਣ ਲਈ ਕਾਹਲ ਨਾਲ ਬਾਹਰ ਨਿਕਲ ਗਿਆ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਇਸ ਭਿਆਨਕ ਅਤੇ ਦਰਦਨਾਕ ਦ੍ਰਿਸ਼ ਨੂੰ ਦੇਖਣ। ਵਾਕਿਆ ਹੀ ਬੜਾ ਖੌਫਨਾਕ ਅਤੇ ਦਿਲ ਹਿਲਾ ਦੇਣ ਵਾਲਾ ਨਜ਼ਾਰਾ ਹੈ। ਡਾਕਟਰ ਵੁੱਡ ਨੇ ਖਿਲਰੀ ਪੁਲਰੀ ਖੋਪੜੀ ਵੱਲ ਦੇਖਦਿਆਂ ਕਿਹਾ। ਮੈਂ ਅਜਿਹਾ ਦਿਲ ਕੰਬਾਊ ਅਤੇ ਲਹੂ ਭਿੱਜਾ ਦ੍ਰਿਸ਼ ਇੱਕ ਵਾਰ ਪਹਿਲਾਂ ਉਦੋਂ ਦੇਖਿਆ ਸੀ ਜਦੋਂ ਬਿਲਸਟੋਨ ਦੇ ਨੇੜੇ 2 ਟ੍ਰੇਨਾਂ ਦੀ ਭਿਆਨਕ ਟੱਕਰ ਹੋਈ ਸੀ। ਉਹ ਤਾਂ ਸਭ ਠੀਕ ਹੈ। ਪੁਲਿਸ ਸਾਜਣ ਨੇ ਡਾਕਟਰ ਵੁੱਡ ਦੀ ਗੱਲ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਿਵੇਂ ਸੁਣਿਆ ਹੀ ਨਾ ਹੋਏ ਅਤੇ ਸੇਸਿਲ ਬਾਰਕਰ ਵੱਲ ਭੌਂਕ ਕੇ ਕਿਹਾ, ਚਲੋ ਮੰਨਿਆ ਕਿ ਉਹ ਖਾਈ ਦੇ ਪਾਣੀ 'ਚੋਂ ਲੰਘ ਕੇ ਨੱਸ ਗਿਆ, ਪਰ ਸਵਾਲ ਤਾਂ ਇਹ ਹੈ ਕਿ ਉਹ ਅੰਦਰ ਆਇਆ ਕਿਵੇਂ? ਡਰਾਬ੍ਰਿਜ ਕਿੰਨੇ ਵਜੇ ਚੁੱਕਿਆ ਗਿਆ ਸੀ? ਤਕਰੀਬਨ 6 ਵਜੇ। ਏਮਜ਼ ਨਾਂ ਦੇ ਬਟਲਰ ਨੇ ਕਿਹਾ। ਮੈਂ ਤਾਂ ਸੁਣਿਆ ਹੈ ਕਿ ਉਹਨੂੰ ਸੂਰਜ ਛਿਪਦੇ ਹੀ ਚੁੱਕ ਦਿੱਤਾ ਜਾਂਦਾ ਹੈ, ਸਾਰਜੈਂਟ ਬੋਲਿਆ, ਅਤੇ ਅੱਜ ਕੱਲ੍ਹ ਸਰਦੀਆਂ ਦੇ ਮੌਸਮ 'ਚ ਸੂਰਜ 6 ਵਜੇ ਨਹੀਂ ਬਲਕਿ 4:30 ਵਜੇ ਛਿਪ ਜਾਂਦਾ ਹੈ। ਮਿਸਿਸ ਡਗਲਸ ਦੀਆਂ ਕੁਝ ਮਹਿਮਾਨ ਚਾਹ 'ਤੇ ਆਈਆਂ ਹੋਈਆਂ ਸਨ, ਏਮਜ਼ ਨੇ ਜਵਾਬ ਦਿੱਤਾ। ਮੈਂ ਉਹਨਾਂ ਦੇ ਜਾਣ ਤੋਂ ਪਹਿਲਾਂ ਤਾਂ ਪੁਲ ਨਹੀਂ ਸੀ ਚੁੱਕ ਸਕਦਾ। ਉਹਨਾਂ ਲੋਕਾਂ ਦੇ ਜਾਣ ਦੇ ਫੌਰਨ ਬਾਅਦ ਹੀ ਮੈਂ ਪੁਲ ਦੀ ਜੰਜੀਰ ਖਿੱਚ ਕੇ ਉਹਨੂੰ ਚੁੱਕ ਦਿੱਤਾ ਸੀ। ਫਿਰ ਤਾਂ ਇਹੀ ਸੋਚਿਆ ਜਾ ਸਕਦਾ, ਸਾਰਜੈਂਟ ਨੇ ਸੋਚਾਂ 'ਚ ਡੁੱਬੀ ਸੁਰ 'ਚ ਕਿਹਾ। ਜੇ ਕੋਈ ਵਾਕਈ ਬਾਹਰੋਂ ਆਇਆ ਸੀ, ਬਸ਼ਰਤੇ ਕਿ ਇਹ ਕੰਮ ਵਾਕਈ ਕਿਸੇ ਬਾਹਰਲੇ ਆਦਮੀ ਦਾ ਹੈ, ਤਾਂ ਉਹ 6 ਵਜੇ ਤੋਂ ਪਹਿਲਾਂ ਹੀ ਪੁਲ ਪਾਰ ਕਰਕੇ ਅੰਦਰ ਵੜ ਆਇਆ ਸੀ ਅਤੇ ਤਦ ਤੱਕ ਲੁੱਕ ਕੇ ਇੰਤਜ਼ਾਰ ਕਰਦਾ ਰਿਹਾ ਜਦ ਤੱਕ ਮਿਸਟਰ ਡਗਲਸ 11 ਵਜੇ ਦੇ ਕਰੀਬ ਇਸ ਕਮਰੇ 'ਚ ਨਹੀਂ ਪਹੁੰਚ ਗਏ। ਪਰ ਇਹ ਉਹਨਾਂ ਦਾ ਸੌਣ ਕਮਰਾ ਤਾਂ ਹੈ ਹੀ ਨਹੀਂ। ਸਵਾਲ ਇਹ ਉੱਠਦਾ ਹੈ ਕਿ ਇੰਨੀ ਰਾਤ ਨੂੰ ਉਹ ਇਸ ਕਮਰੇ 'ਚ ਕੀ ਕਰਨ ਆਏ ਸੀ? ਦਰਅਸਲ ਮਿਸਟਰ ਡਗਲਸ ਦੀ ਆਦਤ ਸੀ ਕਿ ਸੌਣ ਲਈ ਜਾਣ ਤੋਂ ਪਹਿਲਾਂ ਉਹ ਸਾਰੇ ਕਮਰੇ ਖੁਦ ਚੈੱਕ ਕਰਦੇ ਸਨ ਕਿ ਕਿਤੇ ਕੋਈ ਮੋਮਬੱਤੀ ਵਗੈਰਾ ਤਾਂ ਨਹੀਂ ਬਲਦੀ ਰਹਿ ਗਈ। ਇਹਦਾ ਮਤਲਬ ਹੈ ਕਿ ਮੇਰਾ ਅੰਦਾਜ਼ਾ ਬਿਲਕੁਲ ਠੀਕ ਹੈ, ਸਾਰਜੈਂਟ ਨੇ ਉਤਸ਼ਾਹਤ ਜਿਹੀ ਸੁਰ 'ਚ ਕਿਹਾ। ਉਹ ਇਸ ਕਮਰੇ ਨੂੰ ਚੈੱਕ ਕਰਨ ਲਈ ਵੜੇ ਹੋਣਗੇ ਜਿੱਥੇ ਹਥਿਆਰਾ ਪਹਿਲਾਂ ਹੀ ਲੁਕਿਆ ਬੈਠਾ ਸੀ। ਉਹਨੇ ਮਿਸਟਰ ਡਗਲਸ ਨੂੰ ਗੋਲੀ ਮਾਰੀ ਅਤੇ ਫਿਰ ਆਪਣੀ ਸ਼ਾਟਗਨ ਉੱਥੇ ਹੀ ਛੱਡ ਕੇ ਖਿੜਕੀ ਦੇ ਰਸਤੇ ਖਾਈ 'ਚ ਕੁੱਦ ਕੇ ਭੱਜ ਗਿਆ। ਮੈਂ ਕਹਿੰਦਾ ਬਿਲਕੁਲ ਇੰਝ ਹੀ ਹੋਇਆ ਹੈ, ਕਿਉਂਕਿ ਕੋਈ ਦੂਜੀ ਥਿਊਰੀ ਇੱਥੇ ਮੌਜੂਦ ਤੱਥਾਂ ਨਾਲ ਮੇਲ ਹੀ ਨਹੀਂ ਖਾ ਸਕਦੀ। ਇਸ ਦੌਰਾਨ ਸਾਰਜੈਂਟ ਦੀ ਨਜ਼ਰ ਲਾਸ਼ ਕੋਲ ਫਰਸ਼ ਉੱਤੇ ਪਈ ਇੱਕ ਕਾਰਡ ਉੱਤੇ ਪਈ ਅਤੇ ਉਹਨੇ ਚੁੱਕ ਲਿਆ। ਪਹਿਲੇ ਅੱਖਰਾਂ ਦੇ ਰੂਪ ਵਿੱਚ ਵੀ ਦੇ ਅੱਖਰ
ਤੇ ਉਸ ਪਿੱਛੇ 341 ਨੰਬਰ ਬੜੇ ਬੇਢੰਗੇ ਢੰਗ ਨਾਲ ਘਸੀਟ ਕੇ ਲਿਖੇ ਗਏ ਸਨ। ਇਹ ਕੀ ਹੈ? ਉਹ ਕਾਰਡ ਉਹਨੇ ਉੱਥੇ ਮੌਜੂਦ ਲੋਕਾਂ ਨੂੰ ਦਿਖਾਉਂਦਿਆਂ ਪੁੱਛਿਆ। ਮੇਰਾ ਇਹ 'ਤੇ ਧਿਆਨ ਹੀ ਨਹੀਂ ਗਿਆ, ਬਾਰਕਰ ਨੇ ਉਸ ਕਾਰਡ ਨੂੰ ਉਤਸੁਕਤਾ ਨਾਲ ਦੇਖਦਿਆਂ ਕਿਹਾ। ਹੋ ਸਕਦਾ ਹੈ ਉਸ ਹਥਿਆਰੇ ਤੋਂ ਇੱਥੇ ਪਿੱਛੇ ਡਿੱਗ ਗਿਆ ਹੋਵੇ। 20-341 ਇਹਦਾ ਕੀ ਮਤਲਬ ਹੋ ਸਕਦਾ? ਕਾਰਡ ਆਪਣੀਆਂ ਉਂਗਲਾਂ 'ਚ ਘੁਮਾਉਂਦਾ ਹੋਇਆ ਸਾਰਜੈਂਟ ਮੁੜਿਆ ਅਤੇ ਫਿਰ ਡਾਕਟਰ ਵੱਲ ਭੌਂ ਕੇ ਬੋਲਿਆ, ਡਾਕਟਰ ਵੁੱਡ, ਇਹ ਤੁਹਾਡੇ ਪੈਰਾਂ ਕੋਲ ਹੀ ਕੀ ਪਿਆ ਹੋਇਆ? ਉਹ ਇੱਕ ਵੱਡਾ ਸਾਰਾ ਹਥੌੜਾ ਸੀ ਜਿਹੜਾ ਆਤਿਸ਼ਦਾਨ ਦੇ ਸਾਹਮਣੇ ਦਰੀ ਉੱਤੇ ਪਿਆ ਸੀ। ਕੱਲ੍ਹ ਦਿਨੇ ਮਿਸਟਰ ਡਗਲਸ ਕੁਝ ਤਸਵੀਰਾਂ ਬਦਲ ਰਹੇ ਸਨ। ਸੇਸਿਲ ਬਾਰਕਰ ਨੇ ਟਾਂਟ 'ਤੇ ਰੱਖੀਆਂ ਮੇਖਾਂ 'ਤੇ ਇੱਕ ਡੱਬੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ। ਮੈਂ ਖੁਦ ਉਹਨਾਂ ਨੂੰ ਕੁਰਸੀ ਉੱਤੇ ਖੜ੍ਹੇ ਹੋ ਕੇ ਉਹ ਵੱਡੀ ਤਸਵੀਰ ਦੇ ਲਈ ਕੰਧ ਵਿੱਚ ਮੇਖ ਠੋਕਦੇ ਦੇਖਿਆ ਸੀ। ਸ਼ਾਇਦ ਉਹ ਬਾਅਦ 'ਚ ਹਥੌੜਾ ਉੱਥੋਂ ਚੁੱਕਣਾ ਭੁੱਲ ਗਏ ਹੋਣਗੇ। ਕਹਿੰਦਾ ਹੋਇਆ ਸੇਸਿਲ ਬਾਰਕਰ ਉਹ ਹਥੌੜਾ ਚੁੱਕਣ ਲਈ ਵਧਿਆ ਤਾਂ ਸਾਰਜੈਂਟ ਨੇ ਉਹਨੂੰ ਫੌਰਨ ਟੋਕਦਿਆਂ ਕਿਹਾ, ਜਿਹੜੀ ਚੀਜ਼ ਜਿਵੇਂ ਹੈ ਉਹਨੂੰ ਉਵੇਂ ਹੀ ਰਹਿਣ ਦਿਓ। ਇਹ ਮਾਮਲਾ ਸਾਡੇ ਵਰਗੇ ਪੇਂਡੂ ਪੁਲਿਸ ਵਾਲਿਆਂ ਦੀ ਸਮਝ ਤੋਂ ਬਿਲਕੁਲ ਬਾਹਰ ਹੈ। ਲੱਗਦਾ ਇਸ ਲਈ ਤਾਂ ਲੰਦਨ ਤੋਂ ਕਿਸੇ ਜਾਸੂਸ ਨੂੰ ਬੁਲਾਉਣਾ ਪਏਗਾ। ਇਸ ਦੌਰਾਨ ਉਹਨੇ ਲੈਂਪ ਚੁੱਕਿਆ ਅਤੇ ਉਹਦੇ ਚਾਨਣ 'ਚ ਕਮਰੇ ਦਾ ਨਿਰੀਖਣ ਕਰਨ ਲੱਗਾ। ਉਹਨੇ ਪਰਦਿਆਂ ਪਿੱਛੇ ਝਾਕ ਕੇ ਵੀ ਦੇਖਿਆ। ਲੱਗਦਾ ਹੈ ਕੋਈ ਇੱਥੇ ਲੁੱਕ ਕੇ ਖੜ੍ਹਾ ਰਿਹਾ ਸੀ। ਉਹਨੇ ਇੱਕ ਪਾਸੇ ਦਾ ਪਰਦਾ ਖਿਸਕਾ ਕੇ ਉਹਦੇ ਪਿੱਛੇ ਫਰਸ਼ ਉੱਤੇ ਚਾਨਣ ਪਾਉਂਦਿਆਂ ਕਿਹਾ ਅਤੇ ਕੋਨੇ 'ਚ ਮਿੱਟੀ ਨਾਲ ਲਿਬੜੇ ਬੂਟਾਂ ਦੇ ਨਿਸ਼ਾਨ ਵੇਖ ਕੇ ਬੋਲਿਆ, ਮੇਰਾ ਖਿਆਲ ਹੈ ਮਿਸਟਰ ਬਾਰਕਰ ਕਿ ਉਹ ਆਦਮੀ 4 ਤੋਂ 6 ਵਜੇ ਦੇ ਵਿਚਕਾਰ ਮੌਕਾ ਵੇਖ ਕੇ ਅੰਦਰ ਵੜ ਆਇਆ ਅਤੇ ਪਹਿਲਾ ਕਮਰਾ ਦਿਖਾਈ ਦਿੱਤਾ ਤਾਂ ਇਸੇ 'ਚ ਵੜ ਕੇ ਖੜ੍ਹਾ ਹੋ ਗਿਆ। ਹੋ ਸਕਦਾ ਹੈ ਉਹ ਇੱਥੇ ਸਿਰਫ ਚੋਰੀ ਕਰਨ ਦੀ ਨੀਅਤ ਨਾਲ ਹੀ ਆਇਆ ਹੋਵੇ, ਪਰ ਮਿਸਟਰ ਡਗਲਸ ਦੁਆਰਾ ਦੇਖ ਲਏ ਜਾਣ 'ਤੇ ਉਹਨਾਂ ਦੀ ਹੱਤਿਆ ਕਰਕੇ ਭੱਜ ਗਿਆ। ਮੇਰਾ ਵੀ ਇਹੀ ਖਿਆਲ ਹੈ, ਸੇਸਿਲ ਬਾਰਕਰ ਨੇ ਕਿਹਾ। ਪਰ ਕੀ ਅਸੀਂ ਇੱਥੇ ਗੱਲਾਂ 'ਚ ਆਪਣਾ ਵਕਤ ਬਰਬਾਦ ਨਹੀਂ ਕਰ ਰਹੇ? ਇਹ ਤੋਂ ਪਹਿਲਾਂ ਕਿ ਉਹ ਹਥਿਆਰਾ ਇੱਥੋਂ ਭੱਜ ਕੇ ਕਿਤੇ ਦੂਰ ਨਿਕਲ ਜਾਏ, ਸਾਨੂੰ ਉਹਦੀ ਤਲਾਸ਼ 'ਚ ਆਸੇ-ਪਾਸੇ ਦੇ ਇਲਾਕੇ ਨੂੰ ਛਾਣ ਦੇਣਾ ਚਾਹੀਦਾ। ਸਾਰਜੈਂਟ ਨੇ ਕੁਝ ਚਿਰ ਵਿਚਾਰ ਕਰਨ ਪਿੱਛੋਂ ਕਿਹਾ, ਸਵੇਰੇ 6 ਵਜੇ ਤੋਂ ਪਹਿਲਾਂ ਕੋਈ ਟ੍ਰੇਨ ਨਹੀਂ ਹੈ, ਇਸ ਲਈ ਫਿਲਹਾਲ ਰੇਲ ਰਾਹੀਂ ਭੱਜ ਕੇ ਤਾਂ ਉਹ ਕਿਧਰੇ ਦੂਰ ਜਾ ਨਹੀਂ ਸਕਦਾ, ਅਤੇ ਜੇ ਉਹਨੇ ਸੜਕ ਦੇ ਰਸਤੇ ਕਿਧਰੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇੰਨੀ ਠੰਡੀ ਰਾਤ ਵਿੱਚ ਗਿੱਲੇ ਕੱਪੜਿਆਂ 'ਚ ਉਹਦੀ ਹਾਲਤ ਖਰਾਬ ਹੋ ਜਾਏਗੀ। ਨਾਲ ਹੀ ਕਿਸੇ ਨਾ ਕਿਸੇ ਦੀ ਨਜ਼ਰ 'ਚ ਵੀ ਆ ਜਾਏਗਾ। ਵੈਸੇ ਵੀ ਜਦੋਂ ਤੱਕ ਡਿਪਾਰਟਮੈਂਟ ਦੇ ਹੋਰ ਲੋਕ ਇੱਥੇ ਨਹੀਂ ਪਹੁੰਚ ਜਾਂਦੇ, ਉਦੋਂ ਤੱਕ ਮੈਂ ਇੱਥੋਂ ਹਿੱਲ ਵੀ ਨਹੀਂ ਸਕਦਾ। ਇਸ ਦੌਰਾਨ ਡਾਕਟਰ ਨੇ ਉਹਦੇ ਹੱਥੋਂ ਲੈਂਪ ਲੈ ਕੇ ਬਾਰੀਕੀ ਨਾਲ ਲਾਸ਼ ਦਾ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਨਿਸ਼ਾਨ ਕਿਹਾ ਹੈ? ਅਚਾਨਕ ਉਹ ਬੋਲਿਆ। ਮਰਨ ਵਾਲੇ ਦੀ ਸੱਜੀ ਬਾਂਹ ਉਹਦੇ ਡਰੈਸਿੰਗ ਗਾਊਨ 'ਚੋਂ ਬਾਹਰ ਨਿਕਲ ਆਈ ਸੀ ਅਤੇ ਕੂਹਣੀ ਤੱਕ ਨੰਗੀ ਨਜ਼ਰ ਆ ਰਹੀ ਸੀ। ਬਾਂਹ ਉੱਤੇ ਬਰਾਊਨ ਰੰਗ ਦਾ ਅਜੀਬ ਜਿਹਾ ਨਿਸ਼ਾਨ ਖੁਦਿਆ ਹੋਇਆ ਸੀ। ਇੱਕ ਗੋਲ ਘੇਰੇ 'ਚ ਤ੍ਰਿਭੁਜ ਦੀ ਮੂਰਤ ਬਣੀ ਹੋਈ ਸੀ। ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਇਹ ਨਿਸ਼ਾਨ ਕਾਹਦਾ ਹੈ, ਸੇਸਿਲ ਬਾਰਕਰ ਨੇ ਕਿਹਾ, ਪਰ ਮੈਂ ਪਿਛਲੇ 10 ਸਾਲ ਤੋਂ ਉਹਦੀ ਬਾਂਹ ਉੱਤੇ ਇਹ ਨਿਸ਼ਾਨ ਦੇਖ ਰਿਹਾ। ਹਾਂ, ਕਾਫੀ ਪੁਰਾਣਾ ਨਿਸ਼ਾਨ ਹੈ, ਬਟਲਰ ਬੋਲਿਆ। ਜਦੋਂ ਕਦੀ ਮਾਲਕ ਆਪਣੀ ਬਾਂਹ ਉੱਪਰ ਚੜ੍ਹਾ ਲੈਂਦੇ ਸਨ ਤਾਂ ਇਹ ਦਿਖਾਈ ਦੇਣ ਲੱਗਦਾ ਸੀ। ਇਹਦਾ ਮਤਲਬ ਇਹ ਕਿ ਇਸ ਨਿਸ਼ਾਨ ਦਾ ਇਸ ਹੱਤਿਆ ਨਾਲ ਕੋਈ ਸਬੰਧ ਨਹੀਂ ਹੈ। ਸਾਰਜੈਂਟ ਦੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕਿ ਬਟਲਰ ਆਪਣੇ ਗਲੇ ਵਿੱਚੋਂ ਅਜੀਬ ਜਿਹੀ ਆਵਾਜ਼ ਕੱਢਦਾ ਹੋਇਆ ਭੁੜਕਿਆ, ਅੰਗੂਠੀ! ਉਹ ਮਰਨ ਵਾਲੇ ਦੇ ਹੱਥ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ, ਉਹਨਾਂ ਦੀ ਵੈਡਿੰਗ ਰਿੰਗ ਗਾਇਬ ਹੈ। ਕੀ ਮਤਲਬ? ਮਾਲਕ ਆਪਣੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਵਿੱਚ ਆਪਣੇ ਵਿਆਹ ਦੀ ਵੈਡਿੰਗ ਰਿੰਗ ਪਾਈ ਰੱਖਦੇ ਸਨ। ਉਹਦੇ ਉੱਪਰ ਉਹ ਮੋਟੀ ਅੰਗੂਠੀ ਪਾਉਂਦੇ ਸਨ ਜਿਸ ਉੱਤੇ ਸੋਨੇ ਦਾ ਗੋਲ ਗੁੰਬਦ ਜਿਹਾ ਬਣਿਆ ਹੋਇਆ ਹੈ। ਉਹਦੇ ਬਰਾਬਰ ਵਾਲੀ ਤੀਜੀ ਉਂਗਲ ਵਿੱਚ ਸੱਪ ਵਾਂਗ ਵਲ ਖਾਂਦੀ ਹੋਈ ਸੋਨੇ ਦੀ ਇੱਕ ਹੋਰ ਅੰਗੂਠੀ ਪਾਉਂਦੇ ਸਨ, ਜਿਹਨੂੰ ਉਹ ਸਰਪ ਮੁਦਰਾ ਕਹਿੰਦੇ ਸਨ। ਤੂੰ ਠੀਕ ਕਹਿ ਰਿਹਾ, ਬਾਰਕਰ ਬੋਲਿਆ, ਪਰ ਉਹ ਗੁੰਬਦ ਵਾਲੀ ਅੰਗੂਠੀ ਅਤੇ ਸਰਪ ਮੁਦਰਾ ਤਾਂ ਦੋਵੇਂ ਆਪਣੀ ਜਗ੍ਹਾ ਮੌਜੂਦ ਨੇ, ਪਰ ਉਹ ਵੈਡਿੰਗ ਰਿੰਗ ਗਾਇਬ ਹੈ। ਤੁਹਾਡਾ ਲੋਕਾਂ ਦਾ ਕਹਿਣ ਦਾ ਮਤਲਬ ਹੈ ਕਿ ਮਿਸਟਰ ਡਗਲਸ ਇਸ ਗੁੰਬਦਨੁਮਾ ਅੰਗੂਠੀ ਦੇ ਹੇਠ ਆਪਣੀ ਵੈਡਿੰਗ ਰਿੰਗ ਪਾਉਂਦੇ ਸੀ? ਹਾਂਜੀ, ਉਹ ਹਮੇਸ਼ਾ ਹੀ ਗੁੰਬਦ ਵਾਲੀ ਅੰਗੂਠੀ ਦੇ ਹੇਠ ਹੀ ਦੂਜੀ ਅੰਗੂਠੀ ਪਾਉਂਦੇ ਹੁੰਦੇ ਸੀ। ਇਹਦਾ ਮਤਲਬ ਇਹ ਕਿ ਹਥਿਆਰਾ ਜੋ ਕੋਈ ਵੀ ਸੀ, ਉਹਨੇ ਪਹਿਲਾਂ ਗੁੰਬਦ ਵਾਲੀ ਅੰਗੂਠੀ ਉਂਗਲ 'ਚੋਂ ਲਾਈ, ਉਸ ਪਿੱਛੋਂ ਵਿਆਹ ਵਾਲੀ ਅੰਗੂਠੀ ਲਾਈ ਅਤੇ ਗੁੰਬਦ ਵਾਲੀ ਅੰਗੂਠੀ ਵਾਪਸ ਉਂਗਲ 'ਚ ਪਾ ਦਿੱਤੀ। ਬਿਲਕੁਲ ਇੰਝ ਹੀ ਕੀਤਾ ਉਹਨੇ। ਉਹ ਵਿਚਾਰਾ ਪਿੰਡ ਦਾ ਪੁਲਿਸ ਵਾਲਾ ਬੜੀ ਨਿਰਾਸ਼ਾ ਨਾਲ ਆਪਣਾ ਸਿਰ ਖੁਰਕਦਾ ਬੋਲਿਆ, ਮੇਰੀ ਸਮਝ ਤਾਂ ਕੁਛ ਨਹੀਂ ਆ ਰਿਹਾ। ਵਾਈਟ ਮੈਸਨ ਬੜਾ ਕਾਬਿਲ ਅਫਸਰ ਹੈ, ਉਹਨੇ ਪਹਿਲਾਂ ਵੀ ਕਈ ਮੁਸ਼ਕਲ ਮਾਮਲੇ ਸੁਲਝਾਏ ਨੇ। ਵਾਈਟ ਮੈਸਨ ਇੱਥੇ ਪਹੁੰਚ ਜਾਏ ਤਾਂ ਮੇਰੀ ਜਾਨ ਛੁੱਟੇ।
ਉਹਦੀ ਬੜੀ ਦੂਰ ਤੱਕ ਪਹੁੰਚੇ। ਜ਼ਰੂਰਤ ਪਈ ਤਾਂ ਉਹ ਲੰਦਨ ਤੋਂ ਵੀ ਮਦਦ ਮੰਗਾ ਲਏਗਾ। ਜਿੱਥੋਂ ਤੱਕ ਮੇਰਾ ਸਵਾਲ ਹੈ ਤਾਂ ਮੈਨੂੰ ਇਹ ਮੰਨਣ 'ਚ ਕੋਈ ਸੰਕੋਚ ਨਹੀਂ ਕਿ ਇਸ ਮਾਮਲੇ ਨੂੰ ਸਮਝਣ ਲਾਇਕ ਅਕਲ ਮੇਰੀ ਖੋਪੜੀ 'ਚ ਤਾਂ ਹੈ ਹੀ ਨਹੀਂ। ਕਾਂਡ ਚੌਥਾ, ਰਹੱਸ ਹੋਰ ਡੂੰਘਿਆਇਆ। ਸਵੇਰੇ 3 ਵਜੇ ਦੇ ਕਰੀਬ ਸੁਸੈਕਸ ਦਾ ਚੀਫ ਡਿਟੈਕਟਿਵ ਵਾਈਟ ਮੈਸਨ ਸਾਰਜੈਂਟ ਵਿਲਸਨ ਦਾ ਅਤ ਜ਼ਰੂਰੀ ਸੁਨੇਹਾ ਮਿਲਦਿਆਂ ਹੀ ਇੱਕ ਛੋਟੀ ਘੋੜਾ ਗੱਡੀ 'ਚ ਸਵਾਰ ਹੋ ਕੇ ਬੜੀ ਜਲਦੀ ਉੱਥੇ ਪਹੁੰਚ ਗਿਆ। ਸਵੇਰੇ 5:40 ਦੀ ਟ੍ਰੇਨ ਰਾਹੀਂ ਉਹਨੇ ਸਕਾਟਲੈਂਡ ਯਾਰਡ ਲਈ ਸੁਨੇਹਾ ਰਵਾਨਾ ਕਰ ਦਿੱਤਾ ਅਤੇ ਠੀਕ 12 ਵਜੇ ਉਹ ਸਟੇਸ਼ਨ ਉੱਤੇ ਸਾਡਾ ਸਵਾਗਤ ਕਰਨ ਲਈ ਮੌਜੂਦ ਸੀ। ਵਾਈਟ ਮੈਸਨ ਸ਼ਾਂਤ ਸੁਭਾਅ ਦਾ, ਸਹਿਜ ਜਿਹਾ ਦਿਖਾਈ ਦੇਣ ਵਾਲਾ ਇੱਕ ਪੇਂਡੂ ਆਦਮੀ ਸੀ, ਜਿਹੜਾ ਆਪਣੇ ਪਹਿਰਾਵੇ ਤੋਂ ਕੋਈ ਛੋਟਾ ਕਿਸਾਨ ਜਾਂ ਅਜਿਹਾ ਹੀ ਕੋਈ ਆਮ ਆਦਮੀ ਨਜ਼ਰ ਆਉਂਦਾ ਸੀ। ਉਹਨੂੰ ਦੇਖ ਕੇ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਸੀ ਕਿ ਉਹ ਅਪਰਾਧੀਆਂ ਨੂੰ ਫੜਨ ਵਾਲਾ ਸੂਬੇ ਦਾ ਵੱਡਾ ਜਸੂਸ ਹੈ। ਬੜਾ ਹੀ ਟੇਢਾ ਮਾਮਲਾ ਹੈ, ਮੈਕਡੋਨਾਲਡ ਆਪਸੀ ਜਾਣ ਪਛਾਣ ਤੇ ਦੁਆ ਸਲਾਮ ਪਿੱਛੋਂ ਨੇ ਕਿਹਾ। ਜਦੋਂ ਇਹ ਖਬਰ ਫੈਲੇਗੀ ਅਖਬਾਰ ਵਾਲੇ ਇੱਥੇ ਮੱਖੀਆਂ ਦੇ ਝੁੰਡ ਵਾਂਗੂ ਆ ਧਮਕਣਗੇ। ਮੇਰੀ ਯਾਦਦਾਸ਼ਤ ਮੁਤਾਬਕ ਤਾਂ ਇੰਨਾ ਉਲਝਿਆ ਹੋਇਆ ਕੇਸ ਇਸ ਇਲਾਕੇ 'ਚ ਪਹਿਲਾਂ ਕਦੀ ਨਹੀਂ ਹੋਇਆ। ਮਿਸਟਰ ਹੋਮਸ ਤੇ ਡਾਕਟਰ ਵਾਟਸਨ, ਤੁਹਾਡੇ ਲਈ ਮੈਂ ਵੈਸਟ ਵੇਲੇ ਆਰਮਸ ਹੋਟਲ 'ਚ ਇੱਕ ਕਮਰਾ ਬੁੱਕ ਕਰਵਾ ਦਿੱਤਾ ਹੈ। ਵੈਸੇ ਵੀ ਇੱਥੇ ਠਹਿਰਨ ਲਈ ਹੋਰ ਕੋਈ ਜਗ੍ਹਾ ਹੈ ਹੀ ਨਹੀਂ। ਫਿਰ ਵੀ ਮੈਂ ਸੁਣਿਆ ਕਿ ਉਹ ਕਾਫੀ ਸਾਫ਼ ਸੁਥਰਾ ਅਤੇ ਚੰਗਾ ਹੈ। ਤੁਸੀਂ ਮੇਰੇ ਨਾਲ ਚੱਲੋ, ਮੇਰਾ ਆਦਮੀ ਤੁਹਾਡਾ ਸਮਾਨ ਲੈ ਆਏਗਾ। ਸੁਸੈਕਸ ਦਾ ਉਹ ਚੀਫ ਡਿਟੈਕਟਿਵ ਇੱਕ ਬੜਾ ਹੀ ਜ਼ਿੰਦਾ ਦਿਲ ਅਤੇ ਖੁਸ਼ ਮਿਜਾਜ਼ ਆਦਮੀ ਸੀ। 10 ਮਿੰਟਾਂ ਵਿੱਚ ਹੀ ਅਸੀਂ ਆਪਣੀ ਠਾਹਰ ਵਾਲੀ ਥਾਂ ਪਹੁੰਚ ਚੁੱਕੇ ਸਾਂ ਅਤੇ ਅਗਲੇ 10 ਮਿੰਟਾਂ 'ਚ ਅਸੀਂ ਹੋਟਲ ਦੇ ਲੌਨ 'ਚ ਬੈਠੇ ਪਿਛਲੇ ਕਾਂਡ 'ਚ ਬਿਆਨੀਆਂ ਕੀਤੀਆਂ ਹੋਈਆਂ ਘਟਨਾਵਾਂ 'ਤੇ ਤੇਜ਼ੀ ਨਾਲ ਜਾਣੂ ਹੋ ਰਹੇ ਸਾਂ। ਮੈਕਡੋਨਾਲਡ ਵਿੱਚ ਕੁਝ ਨੋਟ ਕਰ ਰਿਹਾ ਸੀ, ਜਦਕਿ ਹੋਮਸ ਆਪਣੇ ਚਿਹਰੇ ਉੱਤੇ ਹੈਰਾਨੀ ਅਤੇ ਤਾਰੀਫ ਦੇ ਮਿਲੇ ਜੁਲੇ ਭਾਵ ਲਈ ਇਕਾਗਰਚਿਤ ਹੋ ਕੇ ਸਾਰਾ ਕਿੱਸਾ ਸੁਣ ਰਿਹਾ ਸੀ, ਜਿਵੇਂ ਕੋਈ ਪੌਦਾ ਵਿਗਿਆਨੀ ਕਿਸੇ ਦੁਰਲੱਭ ਅਤੇ ਮਹੱਤਵਪੂਰਨ ਪ੍ਰਜਾਤੀ ਦੇ ਬੂਟੇ ਦਾ ਨਿਰੀਖਣ ਕਰਦਾ। ਅਦਭੁਤ। ਜਦੋਂ ਸਾਰਾ ਕਿੱਸਾ ਸੁਣਾ ਦਿੱਤਾ ਗਿਆ ਤਾਂ ਉਹ ਬੋਲਿਆ, ਵਾਕਈ ਬੜਾ ਵਿਲੱਖਣ ਕੇਸ ਹੈ। ਮੈਂ ਜਾਣਦਾ ਸੀ ਤੁਸੀਂ ਇਹੋ ਕਹੋਗੇ ਮਿਸਟਰ ਹੋਮਸ, ਵਾਈਟ ਮੈਸਨ ਨੇ ਖੁਸ਼ੀ ਭਰੀ ਸੁਰ 'ਚ ਕਿਹਾ। ਅਸੀਂ ਸੁਸੈਕਸ ਵਿੱਚ ਰਹਿਣ ਦੇ ਬਾਵਜੂਦ ਨਵੇਂ ਜ਼ਮਾਨੇ ਦੀਆਂ ਗੱਲਾਂ ਤੋਂ ਚੰਗੀ ਤਰ੍ਹਾਂ ਵਾਕਫ ਹਾਂ। ਮੈਂ ਤੁਹਾਨੂੰ ਇਹ ਵੀ ਦੱਸ ਹੀ ਦਿੱਤਾ ਹੈ ਕਿ ਸਵੇਰੇ 3 ਤੇ 4 ਵਜੇ ਦੇ ਵਿਚਕਾਰ ਉੱਥੇ ਪਹੁੰਚ ਕੇ ਜਦੋਂ ਮੈਂ ਸਾਰਾ ਮਾਮਲਾ ਆਪਣੇ ਹੱਥ ਲਿਆ ਤਾਂ ਉੱਥੇ ਕੀ ਕੁਝ ਵਾਪਰ ਚੁੱਕਿਆ ਸੀ। ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਸਾਰਜੈਂਟ ਵਿਲਸਨ ਤੋਂ ਸਾਰੀ ਤੱਥਾਂ ਦੀ ਜਾਣਕਾਰੀ ਹਾਸਲ ਕਰਨ ਪਿੱਛੋਂ ਮੈਂ ਕੀ ਕੀਤਾ। ਤੁਸੀਂ ਕੀ ਕੀਤਾ? ਹੋਮਸ ਨੇ ਉਤਸੁਕਤਾ ਨਾਲ ਪੁੱਛਿਆ। ਸਭ ਤੋਂ ਪਹਿਲਾਂ ਤਾਂ ਮੈਂ ਉਸ ਹਥੌੜੇ ਦੀ ਜਾਂਚ ਕੀਤੀ ਜਿਹੜਾ ਘਟਨਾ ਵਾਲੀ ਜਗ੍ਹਾ 'ਤੇ ਮਿਲਿਆ ਸੀ, ਵਾਈਟ ਮੈਸਨ ਨੇ ਦੱਸਿਆ। ਇਸ ਮਾਮਲੇ 'ਚ ਮੇਰੀ ਮਦਦ ਕਰਨ ਲਈ ਉੱਥੇ ਡਾਕਟਰ ਵੁੱਡ ਮੌਜੂਦ ਹੀ ਸਨ, ਪਰ ਸਾਨੂੰ ਉਸ ਉੱਪਰ ਹਿੰਸਾ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆਇਆ। ਮੈਨੂੰ ਉਮੀਦ ਸੀ ਕਿ ਸ਼ਾਇਦ ਮਿਸਟਰ ਡਗਲਸ ਨੇ ਆਤਮ ਰੱਖਿਆ ਲਈ ਇਹਦਾ ਪ੍ਰਯੋਗ ਕੀਤਾ ਹੋਵੇ, ਪਰ ਉਸ ਉੱਤੇ ਅਜਿਹਾ ਕੋਈ ਨਿਸ਼ਾਨ ਦਿਖਾਈ ਨਹੀਂ ਦਿੱਤਾ। ਤੁਹਾਡੀ ਇਹ ਗੱਲ ਤਾਂ ਕੁਝ ਜ਼ਿਆਦਾ ਦਮਦਾਰ ਨਹੀਂ ਲੱਗੀ, ਇੰਸਪੈਕਟਰ ਮੈਕਡੋਨਾਲਡ ਨੇ ਕਿਹਾ, ਕਿਉਂਕਿ ਮੇਰੀ ਜਾਣਕਾਰੀ 'ਚ ਅਜਿਹੀਆਂ ਬਹੁਤ ਸਾਰੀਆਂ ਹੱਤਿਆਵਾਂ ਹੋਈਆਂ ਨੇ ਜਿਹੜੀਆਂ ਹਥੌੜੇ ਨਾਲ ਕੀਤੀਆਂ ਗਈਆਂ ਸਨ, ਪਰ ਉਹਨਾਂ ਉੱਤੇ ਹੱਤਿਆ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਸੀ ਆਇਆ। ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ, ਵਾਈਟ ਮੈਸਨ ਬੋਲਿਆ, ਪਰ ਹਥੌੜੇ ਉੱਤੇ ਖੂਨ ਦਾ ਕੋਈ ਨਿਸ਼ਾਨ ਜਾਂ ਧੱਬਾ ਹੋ ਵੀ ਸਕਦਾ ਸੀ, ਜਿਹੜਾ ਇਸ ਕੇਸ ਨੂੰ ਹੱਲ ਕਰਨ 'ਚ ਸਾਨੂੰ ਮਦਦ ਦਿੰਦਾ। ਇਸ ਲਈ ਮੈਂ ਇਹਦਾ ਨਿਰੀਖਣ ਕੀਤਾ ਸੀ, ਪਰ ਇਸ ਉੱਤੇ ਅਜਿਹਾ ਕੁਝ ਵੀ ਨਹੀਂ ਸੀ। ਉਸ ਪਿੱਛੋਂ ਮੈਂ ਸ਼ਾਟਗਨ ਦਾ ਨਿਰੀਖਣ ਕੀਤਾ, ਜਿਵੇਂ ਕਿ ਸਾਰਜੈਂਟ ਵਿਲਸਨ ਤੋਂ ਮੈਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਉਹਦੇ ਦੋਵੇਂ ਟ੍ਰਿਗਰਸ ਆਪਸ 'ਚ ਤਾਰ ਨਾਲ ਬੰਨੇ ਗਏ ਸਨ, ਤਾਂ ਕਿ ਜੇ ਇੱਕ ਨੂੰ ਦੱਬਿਆ ਜਾਏ ਤਾਂ ਦੂਜਾ ਉਹਦੇ ਨਾਲ ਆਪਣੇ ਆਪ ਦੱਬਿਆ ਜਾਏ ਅਤੇ ਦੋਵੇਂ ਗੋਲੀਆਂ ਇਕੱਠੀਆਂ ਚੱਲ ਜਾਣ। ਜ਼ਾਹਰ ਹੈ ਕਿ ਜਿਹਨੇ ਵੀ ਇੰਜ ਕੀਤਾ ਸੀ ਉਹ ਆਪਣੇ ਸ਼ਿਕਾਰ ਨੂੰ ਬਚਣ ਦਾ ਕੋਈ ਮੌਕਾ ਨਹੀਂ ਸੀ ਦੇਣਾ ਚਾਹੁੰਦਾ। ਸ਼ਾਟਗਨ ਦੀਆਂ ਨਾਲਾਂ ਕੱਟ ਦੇਣ ਕਰਕੇ ਉਹਨੂੰ ਕੋਟ ਅੰਦਰ ਬੜੀ ਆਸਾਨੀ ਨਾਲ ਛੁਪਾਇਆ ਜਾ ਸਕਦਾ ਸੀ। ਉਸ ਉੱਤੇ ਬਣਾਉਣ ਵਾਲੀ ਕੰਪਨੀ ਦਾ ਤਾਂ ਨਾਂ ਨਹੀਂ ਸੀ, ਪਰ ਉਹਦੀਆਂ ਦੋਵੇਂ ਨਾਲਾਂ ਦੇ ਘੇਰੇਦਾਰ ਜੋੜ ਉੱਤੇ PEN ਇਹ 3 ਅੱਖਰ ਛਪੇ ਹੋਏ ਦਿਖਾਈ ਦੇ ਰਹੇ ਸਨ। ਉਹਨਾਂ ਤੋਂ ਅੱਗੇ ਬਾਕੀ ਜੋ ਕੁਝ ਵੀ ਲਿਖਿਆ ਹੋਇਆ ਸੀ ਉਹ ਉਹਨਾਂ ਨਾਲਾਂ ਦੇ ਨਾਲ ਹੀ ਕੱਟਿਆ ਗਿਆ ਸੀ। ਮੈਂ ਸਮਝਦਾ P ਦਾ ਅੱਖਰ ਵੱਡਾ ਅਤੇ ਉੱਪਰਲੇ ਪਾਸਿਓਂ ਘੁਮਾਦਾਰ ਹੋਏਗਾ, EN ਛੋਟੇ ਅੱਖਰਾਂ 'ਚ ਲਿਖੇ ਹੋਣਗੇ ਅਤੇ ਲਿਖਾਈ ਦਸਤੇ ਵੱਲੋਂ ਸ਼ੁਰੂ
ਹੋ ਰਹੀ ਹੋਏਗੀ, ਹੋਮਸ ਬੋਲਿਆ। ਬਿਲਕੁਲ ਠੀਕ ਕਿਹਾ ਤੁਸੀਂ। ਪੈਨਸਿਲਵਾਨੀਆ ਸਮਾਲ ਆਰਮਸ ਕੰਪਨੀ ਬੜੀ ਮਸ਼ਹੂਰ ਅਮਰੀਕਨ ਫਰਮ ਹੈ। ਵਾਈਟ ਮੈਸਨ ਇੰਜ ਹੈਰਾਨੀ ਨਾਲ ਮੇਰੇ ਦੋਸਤ ਵੱਲ ਦੇਖਦਾ ਰਹਿ ਗਿਆ, ਜਿਵੇਂ ਕੋਈ ਪੇਂਡੂ ਹਕੀਮ ਜਾਂ ਵੈਦ ਸ਼ਹਿਰ ਦੇ ਉਸ ਵੱਡੇ ਡਾਕਟਰ ਵੱਲ ਵੇਖਦਾ ਰਹਿ ਜਾਂਦਾ ਹੈ, ਜਿਹੜਾ ਚੁਟਕੀ ਵਜਾਉਂਦੇ ਉਸ ਮੁਸ਼ਕਲ ਬਿਮਾਰੀ ਨੂੰ ਫੜ ਲੈਂਦਾ ਹੈ ਜਿਹਨੇ ਉਹਨੂੰ ਪਰੇਸ਼ਾਨ ਕੀਤਾ ਹੋਇਆ ਸੀ। ਇਹ ਤਾਂ ਤੁਸੀਂ ਵਾਕਈ ਕਮਾਲ ਕਰ ਦਿੱਤਾ ਮਿਸਟਰ ਹੋਮਸ। ਇਹ ਖੁਸ਼ੀ ਮਿਸ਼ਰਤ ਆਵਾਜ਼ 'ਚ ਬੋਲਿਆ। ਮੇਰੀ ਇੱਕ ਬਹੁਤ ਵੱਡੀ ਮੁਸ਼ਕਲ ਨੂੰ ਆਸਾਨ ਕਰ ਦਿੱਤਾ। ਵਾਕਈ ਕਮਾਲ ਹੈ। ਕੋਈ ਸ਼ੱਕ ਨਹੀਂ ਕਿ ਉਹ ਇੱਕ ਅਮਰੀਕਨ ਗਾਨੀ ਹੈ। ਮੈਂ ਕਿਤੇ ਪੜ੍ਹਿਆ ਵੀ ਸੀ ਕਿ ਅਮਰੀਕਾ ਦੇ ਕੁਝ ਖਾਸ ਇਲਾਕਿਆਂ ਦੇ ਲੋਕ ਸ਼ਾਟਗਨ ਦੀ ਨਾਲ ਨੂੰ ਕੱਟ ਕੇ ਛੋਟਾ ਕਰ ਲੈਂਦੇ ਨੇ। ਇਹਦੇ ਇਲਾਵਾ ਮੈਨੂੰ ਕੁਝ ਅਜਿਹੇ ਸਬੂਤ ਵੀ ਮਿਲੇ ਨੇ ਜਿੱਥੋਂ ਸਾਬਤ ਹੁੰਦਾ ਹੈ ਕਿ ਵਾਕਈ ਕੋਈ ਅਜਨਬੀ ਉਸ ਇਮਾਰਤ 'ਚ ਵੜਿਆ ਸੀ। ਮੈਨੂੰ ਲੱਗਦਾ ਤੁਸੀਂ ਇਸ ਕੇਸ ਨੂੰ ਹੱਲ ਕਰਨ ਦੇ ਚੱਕਰ 'ਚ ਜ਼ਰਾ ਜਲਦੀ ਕੁਝ ਨਤੀਜਿਆਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਕਡੋਨਾਲਡ ਨੇ ਆਪਣਾ ਸਿਰ ਹਿਲਾਉਂਦਿਆਂ ਹੋਇਆਂ ਕਿਹਾ ਕਿ ਅਜੇ ਤੱਕ ਕੋਈ ਅਜਿਹਾ ਸਬੂਤ ਮਿਲਿਆ ਜਿੱਥੋਂ ਸਾਬਤ ਹੋਏ ਵੀ ਵਾਕਈ ਕੋਈ ਅਜਨਬੀ ਇਸ ਇਮਾਰਤ 'ਚ ਵੜਿਆ ਸੀ। ਖੁੱਲ੍ਹੀ ਖਿੜਕੀ, ਚੁਗਾਠ ਉੱਪਰ ਖੂਨ ਦਾ ਧੱਬਾ, ਉਹ ਅਜੀਬੋ-ਗਰੀਬ ਕਾਰਡ, ਕੋਨੇ 'ਚ ਬੂਟਾਂ ਦੇ ਨਿਸ਼ਾਨ ਅਤੇ ਉਹ ਕੱਟੀਆਂ ਨਾਲਾਂ ਵਾਲੀ ਸ਼ਾਟਗਨ, ਕੀ ਇਹ ਸਾਰੀਆਂ ਚੀਜ਼ਾਂ ਇੱਥੇ ਕਿਸੇ ਅਜਨਬੀ ਦੀ ਮੌਜੂਦਗੀ ਸਾਬਤ ਨਹੀਂ ਕਰਦੀਆਂ? ਇਹ ਸਭ ਚੀਜ਼ਾਂ ਸਾਨੂੰ ਭਰਮ 'ਚ ਪਾਉਣ ਖਾਤਰ ਵੀ ਉੱਥੇ ਰੱਖੀਆਂ ਜਾ ਸਕਦੀਆਂ ਨੇ। ਇਹ ਨਾ ਭੁੱਲੋ ਕਿ ਡਗਲਸ ਨਾਂ ਦਾ ਆਦਮੀ ਜਿਹਦੀ ਹੱਤਿਆ ਹੋਈ ਏ ਲੰਮੇ ਸਮੇਂ ਤੱਕ ਅਮਰੀਕਾ 'ਚ ਰਹਿ ਚੁੱਕਾ ਸੀ। ਉਸੇ ਤਰ੍ਹਾਂ ਸੇਸਿਲ ਬਾਰਕਰ ਵੀ। ਇਸ ਲਈ ਇਹ ਜ਼ਾਹਰ ਕਰਨ ਲਈ ਕਿ ਕਿਸੇ ਅਮਰੀਕਨ ਦਾ ਕੰਮ ਹੈ, ਹਥਿਆਰੇ ਨੂੰ ਉੱਥੋਂ ਬੁਲਾਉਣ ਦੀ ਕੋਈ ਖਾਸ ਲੋੜ ਨਹੀਂ ਹੈ। ਅਤੇ ਉਹ ਏਮਸ ਨਾਂ ਦਾ ਬਟਲਰ, ਉਸ ਬਾਰੇ ਵੀ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਕੀ ਉਹ ਭਰੋਸੇ ਦਾ ਆਦਮੀ ਹੈ। ਉਹ ਪਹਿਲੇ 10 ਸਾਲ ਤੋਂ ਸਰ ਚਾਰਲਸ ਚਾਂਡੋਸ 'ਤੇ ਕੰਮ ਕਰ ਰਿਹਾ ਸੀ ਅਤੇ ਜਦੋਂ ਦਾ ਡਗਲਸ ਇੱਥੇ ਆਇਆ, ਯਾਨੀ ਪਿਛਲੇ 5 ਸਾਲ ਦਾ, ਉਹਦੇ ਘਰ ਕੰਮ ਕਰ ਰਿਹਾ। ਇਸ ਲਈ ਉਹਨੂੰ ਬਿਲਕੁਲ ਭਰੋਸੇ ਦਾ ਆਦਮੀ ਕਿਹਾ ਜਾ ਸਕਦਾ ਹੈ। ਉਹਦਾ ਦਾਅਵਾ ਹੈ ਕਿ ਉਹਨੇ ਉਸ ਸ਼ਾਟਗਨ ਨੂੰ ਪਹਿਲਾਂ ਕਦੀ ਉਸ ਘਰ 'ਚ ਨਹੀਂ ਦੇਖਿਆ। ਨਾ ਭੁੱਲੋ ਕਿ ਉਸ ਸ਼ਾਟਗਨ ਦੀਆਂ ਨਾਲਾਂ ਇਸੇ ਲਈ ਕੱਟੀਆਂ ਗਈਆਂ ਸਨ ਕਿ ਉਹਨੂੰ ਲੁਕਾ ਕੇ ਰੱਖਿਆ ਜਾ ਸਕੇ। ਲਿਹਾਜ਼ਾ ਉਹਨੂੰ ਕਿਸੇ ਵੀ ਬਕਸੇ ਜਾਂ ਸੰਦੂਕ 'ਚ ਬੜੇ ਆਰਾਮ ਨਾਲ ਲੁਕਾ ਕੇ ਰੱਖਿਆ ਜਾ ਸਕਦਾ ਸੀ। ਇਸ ਲਈ ਉਹ ਇਹ ਦਾਅਵਾ ਕਿਵੇਂ ਕਰ ਸਕਦਾ ਹੈ ਕਿ ਅਜਿਹੀ ਕੋਈ ਗਨ ਇਸ ਘਰ 'ਚ ਹੈ ਹੀ ਨਹੀਂ ਸੀ? ਤੁਸੀਂ ਦੱਸੋ ਮਿਸਟਰ ਹੋਮਸ, ਕੀ ਮੈਂ ਗਲਤ ਕਹਿ ਰਿਹਾ? ਪਹਿਲਾਂ ਮੈਨੂੰ ਇਹ ਤਾਂ ਪਤਾ ਲੱਗ ਜਾਏ ਕਿ ਸਾਰੇ ਮਾਮਲੇ ਬਾਰੇ ਤੁਹਾਡੇ ਆਪਣੇ ਵਿਚਾਰ ਕੀ ਨੇ, ਹੋਮਸ ਨੇ ਕਿਸੇ ਜੱਜ ਵਾਂਗ ਕਿਹਾ। ਜੇ ਵਾਕਈ ਕੋਈ ਆਦਮੀ ਇਸ ਇਮਾਰਤ 'ਚ ਵੜਿਆ ਸੀ ਤਾਂ ਮੇਰੇ ਖਿਆਲ 'ਚ ਉਹ ਚੋਰ ਕਤਈ ਨਹੀਂ ਸੀ। ਲਾਸ਼ ਕੋਲ ਕਾਰਡ ਦਾ ਪਿਆ ਹੋਣਾ ਅਤੇ ਉਂਗਲ ਵਿੱਚੋਂ ਸਿਰਫ ਇੱਕ ਅੰਗੂਠੀ ਦਾ ਲਾਹਿਆ ਜਾਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਉਹ ਉੱਥੇ ਹੱਤਿਆ ਕਰਨ ਦੇ ਇਰਾਦੇ ਨਾਲ ਹੀ ਆਇਆ ਸੀ। ਇਹਦਾ ਕੋਈ ਵੀ ਕਾਰਨ ਹੋ ਸਕਦਾ ਹੈ। ਉਹ ਅੰਦਰ ਕਿੰਜ ਵੜਿਆ, ਅਜੇ ਇਸ ਬਹਿਸ ਵਿੱਚ ਨਾ ਪੈ ਕੇ ਮੈਂ ਤੁਹਾਡਾ ਲੋਕਾਂ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹਾਂਗਾ ਕਿ ਉਹ ਜੋ ਕੋਈ ਵੀ ਸੀ, ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋਏਗਾ ਕਿ ਇੱਥੋਂ ਨਿਕਲ ਕੇ ਬਾਹਰ ਆਉਣਾ ਕੋਈ ਆਸਾਨ ਕੰਮ ਨਹੀਂ, ਕਿਉਂਕਿ ਉਹ ਇਮਾਰਤ ਚਾਰੇ ਪਾਸਿਓਂ ਪਾਣੀ ਨਾਲ ਭਰੀ ਖਾਈ ਨਾਲ ਘਿਰੀ ਹੋਈ ਹੈ। ਅਜਿਹੀ ਹਾਲਤ 'ਚ ਸਵਾਲ ਪੈਦਾ ਹੁੰਦਾ ਹੈ ਕਿ ਹੱਤਿਆ ਲਈ ਉਹ ਕਿਸ ਤਰ੍ਹਾਂ ਦਾ ਹਥਿਆਰ ਵਰਤੋਂ 'ਚ ਲਿਆਏਗਾ। ਪੱਕਾ ਹੈ ਉਹ ਕੋਈ ਅਜਿਹਾ ਹਥਿਆਰ ਚੁਣੇਗਾ ਜਿਹੜਾ ਘੱਟ ਤੋਂ ਘੱਟ ਆਵਾਜ਼ ਕਰੇ, ਕਿਉਂਕਿ ਸਿਰਫ ਉਸੇ ਹਾਲਤ ਵਿੱਚ ਇਮਾਰਤ ਦੇ ਕਿਸੇ ਵੀ ਆਦਮੀ ਦਾ ਧਿਆਨ ਆਪਣੇ ਵੱਲ ਖਿੱਚੇ ਬਿਨਾਂ ਚੁੱਪਚਾਪ ਖਿੜਕੀ ਵਿੱਚੋਂ ਨਿਕਲ ਕੇ ਆਰਾਮ ਨਾਲ ਪਾਣੀ ਭਰੀ ਖਾਈ ਨੂੰ ਪਾਰ ਕਰਕੇ ਉੱਥੋਂ ਬਾਹਰ ਨਿਕਲਣ ਦੀ ਉਮੀਦ ਕਰ ਸਕਦਾ ਸੀ। ਇਹ ਗੱਲ ਤਾਂ ਮੇਰੀ ਸਮਝ 'ਚ ਆਉਂਦੀ ਹੈ, ਪਰ ਇਹ ਸਮਝ 'ਚ ਨਹੀਂ ਆਉਂਦਾ ਕਿ ਉਹ ਆਪਣੇ ਨਾਲ ਸਭ ਤੋਂ ਤੇਜ਼ ਧਮਾਕਾ ਕਰਨ ਵਾਲਾ ਹਥਿਆਰ ਲੈ ਕੇ ਅੰਦਰ ਜਾਏਗਾ ਤਾਂ ਕਿ ਇਮਾਰਤ ਵਿੱਚ ਮੌਜੂਦ ਹਰ ਆਦਮੀ ਨੂੰ ਉਹਦੀ ਆਵਾਜ਼ ਸੁਣਾਈ ਦੇਵੇ ਅਤੇ ਉਹ ਫੌਰਨ ਹੀ ਦੌੜਦਾ ਹੋਇਆ ਘਟਨਾ ਵਾਲੀ ਜਗ੍ਹਾ ਪਹੁੰਚ ਜਾਏ। ਆਖਰ ਹੱਤਿਆ ਕਰਨ ਪਿੱਛੋਂ ਆਪਣੇ ਦੇਖ ਲਏ ਜਾਣ ਦਾ ਖਤਰਾ ਕਿਉਂ ਮੁੱਲ ਲੈਣਾ ਚਾਹੇਗਾ? ਕੀ ਇਹ ਗੱਲ ਤੁਹਾਨੂੰ ਯਕੀਨ ਕਰਨ ਯੋਗ ਲੱਗਦੀ ਹੈ ਮਿਸਟਰ ਹੋਮਸ? ਤੁਸੀਂ ਆਪਣਾ ਕੇਸ ਵਾਕਈ ਬੜੀ ਜ਼ੋਰਦਾਰ ਦਲੀਲਾਂ ਨਾਲ ਪੇਸ਼ ਕੀਤਾ ਹੈ, ਮੇਰੇ ਦੋਸਤ ਨੇ ਸੋਚਦਿਆਂ ਜਵਾਬ ਦਿੱਤਾ, ਅਤੇ ਇਹਨਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਬੜਾ ਜ਼ਰੂਰੀ ਹੈ। ਮੈਂ ਤੁਹਾਤੋਂ ਇਹ ਜਾਣਨਾ ਚਾਹਾਂਗਾ ਮਿਸਟਰ ਵਾਈਟ ਮੈਸਨ ਕਿ ਕੀ ਆਪਣੀ ਤਹਿਕੀਕਾਤ ਦੌਰਾਨ ਤੁਸੀਂ ਖਾਈ ਦੇ ਆਸੇ-ਪਾਸੇ ਦੇ ਇਲਾਕੇ ਦਾ ਨਿਰੀਖਣ ਕੀਤਾ ਸੀ? ਜੇ ਕੀਤਾ ਸੀ ਤਾਂ ਕੀ ਉੱਥੇ ਤੁਹਾਨੂੰ ਕਿਸੇ ਆਦਮੀ ਦੇ ਪਾਣੀ 'ਚੋਂ ਬਾਹਰ ਨਿਕਲ ਕੇ ਆਉਣ ਦੇ ਨਿਸ਼ਾਨ ਦਿਖਾਈ ਦਿੱਤੇ? ਮੈਂ ਪਾਣੀ ਭਰੀ ਖਾਈ ਦੇ ਚਾਰੇ ਪਾਸੇ ਘੁੰਮ ਕੇ ਉਹਦੇ ਆਸ-ਪਾਸ ਦੇ ਏਰੀਏ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਸੀ ਮਿਸਟਰ ਹੋਮਸ। ਮੈਨੂੰ ਉੱਥੇ ਅਜਿਹੇ ਨਿਸ਼ਾਨ ਕਿਤੇ ਨਹੀਂ ਮਿਲੇ। ਫਿਰ ਤਾਂ ਇਹੋ ਬਿਹਤਰ ਹੋਏਗਾ ਕਿ ਅਸੀਂ ਵੀ ਇੱਕ ਵਾਰੀ ਘਟਨਾ ਵਾਲੀ ਜਗ੍ਹਾ ਪਹੁੰਚ ਕੇ ਉਹਦਾ ਮੁਆਇਨਾ ਕਰ ਲਈਏ। ਸ਼ਾਇਦ ਕੋਈ ਅਜਿਹਾ ਸੂਤਰ ਸਾਡੇ ਹੱਥ ਲੱਗ ਜਾਏ
ਜਿਹੜਾ ਇਸ ਸਾਰੇ ਮਾਮਲੇ ਨੂੰ ਸੁਲਝਾਉਣ 'ਚ ਸਾਡਾ ਮਦਦਗਾਰ ਹੋ ਸਕੇ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਮਿਸਟਰ ਵਾਈਟ ਮੈਸਨ? ਮੈਂ ਤਾਂ ਖੁਦ ਚਾਹੁੰਦਾ ਕਿ ਤੁਸੀਂ ਉੱਥੇ ਚੱਲੋ। ਮੈਂ ਇਹ ਬਿਹਤਰ ਸਮਝਿਆ ਕਿ ਉੱਥੇ ਜਾਣ ਤੋਂ ਪਹਿਲਾਂ ਤੁਹਾਨੂੰ ਸਾਰੀ ਵਸਤੂ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਕਰਵਾ ਦਿਆਂ ਤਾਂ ਕਿ ਮੈਂ ਮਿਸਟਰ ਹੋਮਸ ਨਾਲ ਪਹਿਲਾਂ ਵੀ ਕੰਮ ਕਰ ਚੁੱਕਾ। ਮੈਕਡੋਨਾਲਡ ਨੇ ਵਾਈਟ ਮੈਸਨ ਦੀ ਗੱਲ ਕੱਟਦਿਆਂ ਕਿਹਾ। ਇਹ ਆਪਣੇ ਤਰੀਕੇ ਨਾਲ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ। ਬੇਸ਼ੱਕ ਮੈਂ ਆਪਣੇ ਤਰੀਕੇ ਨਾਲ ਕੰਮ ਕਰਨਾ ਪਸੰਦ ਕਰਦਾ, ਹੋਮਸ ਨੇ ਇੱਕ ਮੁਸਕਰਾਹਟ ਨਾਲ ਕਿਹਾ। ਮੈਂ ਜੇ ਕਿਸੇ ਕੇਸ ਉੱਤੇ ਕੰਮ ਕਰਦਾ ਤਾਂ ਮੇਰਾ ਉਦੇਸ਼ ਹੁੰਦਾ ਹੈ ਕਿ ਨਿਆਂ ਦੀ ਰਾਖੀ ਹੋਵੇ ਅਤੇ ਪੁਲਿਸ ਦਾ ਵੀ ਕੰਮ ਹੋ ਜਾਏ। ਜੇ ਮੈਂ ਕਦੀ ਪੁਲਿਸ ਨਾਲੋਂ ਵੱਖ ਕੰਮ ਕੀਤਾ ਹੈ ਤਾਂ ਸਿਰਫ ਇਸ ਲਈ ਕਿਉਂਕਿ ਉਹ ਖੁਦ ਮੈਥੋਂ ਅਲੱਗ ਹੋ ਕੇ ਆਪਣੇ ਢੰਗ ਨਾਲ ਕੰਮ ਕਰਨ ਲੱਗਦੀ ਸੀ। ਮੈਂ ਆਪਣੇ ਵੱਲੋਂ ਪੁਲਿਸ ਨੂੰ ਕਦੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਗੱਲ ਹੋਰ ਹੈ ਮਿਸਟਰ ਵਾਈਟ ਮੈਸਨ, ਮੈਂ ਨਾ ਸਿਰਫ ਆਪਣੇ ਢੰਗ ਨਾਲ ਕੰਮ ਕਰਨਾ ਪਸੰਦ ਕਰਦਾ ਬਲਕਿ ਜਦੋਂ ਤੱਕ ਮੇਰੀ ਖੋਜ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਆਪਣੇ ਨਤੀਜਿਆਂ ਬਾਰੇ ਕਿਸੇ ਨੂੰ ਕੁਝ ਦੱਸਦਾ ਵੀ ਨਹੀਂ ਹਾਂ। ਜਦੋਂ ਮੇਰੀ ਖੋਜ ਪੂਰੀ ਹੋ ਜਾਂਦੀ ਹੈ ਤਾਂ ਮੈਂ ਸਾਰੀਆਂ ਗੱਲਾਂ ਖੋਲ੍ਹ ਕੇ ਦੱਸ ਦਿੰਦਾ। ਤੁਸੀਂ ਇੱਥੇ ਆ ਕੇ ਸਾਡਾ ਮਾਣ ਵਧਾਇਆ ਮਿਸਟਰ ਹੋਮਸ, ਵਾਈਟ ਮੈਸਨ ਨੇ ਨਿਮਰ ਸੁਰ ਵਿੱਚ ਕਿਹਾ। ਸਾਡੇ ਵੱਲੋਂ ਤੁਸੀਂ ਆਪਣੇ ਢੰਗ ਨਾਲ ਕੰਮ ਕਰਨ ਲਈ ਆਜ਼ਾਦ ਹੋ। ਆਓ ਮੈਂ ਤੁਹਾਨੂੰ ਉੱਥੇ ਲੈ ਚੱਲਦਾ, ਤੁਸੀਂ ਵੀ ਆਓ। ਡਾਕਟਰ ਵਾਟਸਨ, ਮੈਨੂੰ ਉਮੀਦ ਹੈ ਤੁਸੀਂ ਜਦੋਂ ਕਦੀ ਵੀ ਇਸ ਮਾਮਲੇ ਨੂੰ ਪੁਸਤਕ ਰੂਪ 'ਚ ਪੇਸ਼ ਕਰੋਗੇ ਤਾਂ ਸਾਡੇ ਨਾਂ ਉਸ 'ਚ ਜ਼ਰੂਰ ਹੋਣਗੇ। ਅਸੀਂ ਲੋਕ ਪਿੰਡ ਦੀਆਂ ਟੇਢੀਆਂ ਮੇਢੀਆਂ ਗਲੀਆਂ 'ਚੋਂ ਲੰਘ ਕੇ ਇੱਕ ਲੰਮੇ ਚੌੜੇ ਮੈਦਾਨ 'ਚ ਪਹੁੰਚੇ ਜਿਹਦੇ ਵਿਚਕਾਰੋਂ ਇੱਕ ਸੜਕ ਲੰਘ ਰਹੀ ਸੀ। ਸੜਕ ਪਾਰ ਵਾਲੇ ਦੂਜੇ ਮੈਦਾਨ 'ਚੋਂ ਗੜੀ ਸੀ। ਸੜਕ ਪਾਰ ਕਰਨ ਪਿੱਛੋਂ ਥੋੜ੍ਹਾ ਕੁ ਅੱਗੇ ਖਾਈ ਕੋਲ ਇੱਕ ਪੁਰਾਣੇ ਜ਼ਮਾਨੇ ਦਾ ਬਾਗ ਸੀ ਜਿਸ ਕੋਲੋਂ ਲੰਘਣ ਪਿੱਛੋਂ ਅਸੀਂ ਲੱਕੜ ਦੇ ਡਰਾ ਬ੍ਰਿਜ ਕੋਲ ਪਹੁੰਚ ਗਏ ਜਿਹੜਾ ਉਸ ਸਮੇਂ ਖਾਈ ਉੱਤੇ ਪੁਲ ਵਾਂਗ ਟਿਕਿਆ ਹੋਇਆ ਸੀ। ਖਾਈ ਦੇ ਮਟਮੈਲੇ ਪਾਣੀ ਉੱਪਰ ਸਰਦੀਆਂ ਦੀ ਗੁਣਗੁਣੀ ਧੁੱਪ ਪਾਰੇ ਵਾਂਗ ਝਿਲਮਿਲਾ ਰਹੀ ਸੀ। ਬਿਲਸਟੋਨ ਮੈਨਾਰ ਹਾਊਸ ਨਾਂ ਦੀ ਉਹ ਸਦੀਆਂ ਪੁਰਾਣੀ ਇਮਾਰਤ ਮੌਸਮ ਦੀ ਮਾਰ ਝੱਲਦੀ ਝੱਲਦੀ ਖਾਸੀ ਬਦਰੰਗ ਹੋ ਗਈ ਸੀ। ਇਹਦੇ ਬਾਵਜੂਦ ਉਹ ਇਮਾਰਤ ਅਜੇ ਵੀ ਇਹ ਅਹਿਸਾਸ ਕਰਵਾ ਰਹੀ ਸੀ ਕਿ ਕਦੀ ਉਹਨੇ ਵੀ ਬੜੇ ਚੰਗੇ ਦਿਨ ਦੇਖੇ ਸਨ ਜਦੋਂ ਇੱਥੇ ਵੱਡੇ ਖਾਨਦਾਨੀ ਲੋਕਾਂ ਦੀ ਭੀੜ ਜੁੜੀ ਹੁੰਦੀ ਸੀ ਅਤੇ ਨਾਚ ਰੰਗ ਤੇ ਸ਼ਿਕਾਰ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਸਨ। ਪਰ ਹੁਣ ਤਾਂ ਬਸ ਉਹਨਾਂ ਸੁਖਦਾਈ ਪੁਰਾਣੀਆਂ ਯਾਦਾਂ ਦਾ ਮਕਬਰਾ ਬਣ ਕੇ ਰਹਿ ਗਈ ਸੀ। ਮੈਂ ਉਸ ਪੁਰਾਣੀ ਇਮਾਰਤ ਨੂੰ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਉਸ ਮਨਹੂਸ ਵਾਰਦਾਤ ਲਈ ਇਹ ਕਿੰਨੀ ਠੀਕ ਜਗ੍ਹਾ ਸੀ। ਉਹ ਖਿੜਕੀ ਹੈ, ਵਾਈਟ ਮੈਸਨ ਨੇ ਇਮਾਰਤ ਵੱਲ ਇਸ਼ਾਰਾ ਕਰਦਿਆਂ ਹੋਇਆਂ ਦੱਸਿਆ। ਉਹ ਜਿਹੜੀ ਡਰਾ ਬ੍ਰਿਜ ਦੇ ਐਨ ਬਰਾਬਰ ਸੱਜੇ ਹੱਥ ਖਾਈ ਦੇ ਉੱਪਰ ਹੈ। ਉਹ ਅਜੇ ਵੀ ਉਸੇ ਤਰ੍ਹਾਂ ਖੁੱਲ੍ਹੀ ਹੋਈ ਹੈ ਜਿਵੇਂ ਰਾਤ ਨੂੰ ਸੀ। ਪਰ ਇਹ ਤਾਂ ਇੰਨੀ ਭੀੜੀ ਹੈ ਕਿ ਕਿਸੇ ਆਦਮੀ ਦਾ ਇਸ 'ਚੋਂ ਨਿਕਲਣਾ ਮੁਸ਼ਕਿਲ ਹੈ, ਹੋਮਸ ਬੋਲਿਆ। ਕੋਈ ਮੋਟਾ ਜਾਂ ਭਾਰੇ ਸਰੀਰ ਦਾ ਆਦਮੀ ਤਾਂ ਸੱਚਮੁੱਚ ਨਹੀਂ ਨਿਕਲ ਸਕਦਾ ਮਿਸਟਰ ਹੋਮਸ, ਵਾਈਟ ਮੈਸਨ ਨੇ ਕਿਹਾ। ਪਰ ਮੇਰੇ ਤੇ ਤੁਹਾਡੇ ਵਰਗਾ ਪਤਲਾ ਆਦਮੀ ਚਾਹੇ ਤਾਂ ਕੋਸ਼ਿਸ਼ ਕਰਕੇ ਨਿਕਲ ਸਕਦਾ ਇਸ 'ਚੋਂ। ਪਰ ਹੋਮਸ ਉਹਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਖਾਈ ਦੀ ਵੱਟ ਨੂੰ ਦੇਖਣ ਲੱਗਾ ਜਿਹੜੀ ਪੱਥਰਾਂ ਦੀ ਬਣੀ ਹੋਈ ਸੀ। ਉਸ ਪਿੱਛੋਂ ਉਹਦੇ ਕਿਨਾਰੇ ਬਣੀ ਘਾਹ ਦੀ ਪੱਟੀ ਉੱਪਰ ਨਜ਼ਰਾਂ ਦੌੜਾਉਣ ਲੱਗਾ। ਮੈਂ ਇੱਥੇ ਸਭ ਚੰਗੀ ਤਰ੍ਹਾਂ ਦੇਖ ਚੁੱਕਿਆ ਮਿਸਟਰ ਹੋਮਸ, ਵਾਈਟ ਮੈਸਨ ਬੋਲਿਆ, ਪਰ ਇੱਥੇ ਕੋਈ ਅਜਿਹਾ ਨਿਸ਼ਾਨ ਨਹੀਂ ਮਿਲਿਆ ਜਿੱਥੋਂ ਪਤਾ ਲੱਗਦਾ ਕਿ ਕੋਈ ਖਾਈ ਵਿੱਚੋਂ ਬਾਹਰ ਨਿਕਲਿਆ ਸੀ। ਅਤੇ ਫਿਰ ਸਵਾਲ ਤਾਂ ਇਹ ਹੈ ਕਿ ਮੁਜਰਮ ਆਪਣੇ ਨਿਸ਼ਾਨ ਛੱਡੇਗਾ ਹੀ ਕਿਉਂ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਆਖਿਰ ਕੋਈ ਆਪਣੇ ਨਿਸ਼ਾਨ ਛੱਡੇਗਾ ਹੀ ਕਿਉਂ? ਅੱਛਾ ਇਹ ਦੱਸੋ ਕਿ ਖਾਈ ਦਾ ਪਾਣੀ ਹਮੇਸ਼ਾ ਹੀ ਇੰਨਾ ਗੰਧਲਾ ਰਹਿੰਦਾ ਹੈ? ਆਮ ਤੌਰ 'ਤੇ ਤਾਂ ਇਸੇ ਰੰਗ ਦਾ ਹੀ ਹੁੰਦਾ। ਪਾਣੀ ਹੈ ਕਿੰਨਾ ਕੁ ਡੂੰਘਾ? ਦੋਵਾਂ ਕਿਨਾਰਿਆਂ ਦੇ ਕੋਲ ਤਾਂ 2-2 ਫੁੱਟ ਪਰ ਵਿਚਕਾਰ 3 ਫੁੱਟ ਦੇ ਕਰੀਬ ਡੂੰਘਾ ਹੈ। ਅਸੀਂ ਡਰਾ ਬ੍ਰਿਜ ਕੋਲ ਪਹੁੰਚੇ ਤਾਂ ਸਾਨੂੰ ਇੱਕ ਪੱਕੀ ਉਮਰ ਦਾ ਆਦਮੀ ਮਿਲਿਆ ਜਿਸ ਬਾਰੇ ਪਤਾ ਲੱਗਿਆ ਕਿ ਉਹੀ ਏਮਜ਼ ਨਾਂ ਦਾ ਬਟਲਰ ਸੀ। ਉਸ ਵਿਚਾਰੇ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ ਅਤੇ ਅਜੇ ਵੀ ਸਦਮੇ ਕਰਕੇ ਬੇਹਾਲ ਨਜ਼ਰ ਆ ਰਿਹਾ ਸੀ। ਡਾਕਟਰ ਵੁੱਡ ਤਾਂ ਉੱਥੋਂ ਜਾ ਚੁੱਕੇ ਸਨ ਪਰ ਬਜ਼ੁਰਗ ਸਾਰਜੈਂਟ ਵਿਲਸਨ ਵਾਰਦਾਤ ਵਾਲੇ ਕਮਰੇ 'ਚ ਅਜੇ ਵੀ ਆਪਣੀ ਡਿਊਟੀ 'ਤੇ ਮੌਜੂਦ ਸੀ। ਕੋਈ ਨਵੀਂ ਖਬਰ ਸਾਰਜੈਂਟ ਵਿਲਸਨ? ਵਾਈਟ ਮੈਸਨ ਨੇ ਉੱਥੇ ਪਹੁੰਚਦਿਆਂ ਹੀ ਉਹਨੂੰ ਪੁੱਛਿਆ। ਨੋ ਸਰ। ਹੁਣ ਤੁਸੀਂ ਚਾਹੋ ਤਾਂ ਘਰ ਜਾ ਸਕਦੇ ਹੋ ਪਰ ਜਾਂਦੇ ਹੋਏ ਬਾਹਰ ਖੜ੍ਹੇ ਬਟਲਰ ਨੂੰ ਕਹਿਣਾ ਕਿ ਉਹ ਮਿਸਟਰ ਸੇਸਿਲ ਬਾਰਕਰ, ਮਿਸਿਜ਼ ਡਗਲ ਅਤੇ ਉਹ ਜਿਹੜੀ ਘਰ ਦਾ ਕੰਮਕਾਜ ਦੇਖਣ ਵਾਲੀ ਹਾਊਸਕੀਪਰ ਮਿਸਿਜ਼ ਅਲੇ ਨੇ ਉਹਨਾਂ ਤਿੰਨਾਂ ਨੂੰ ਇੱਥੇ ਆਉਣ ਲਈ ਕਹਿ ਦੇ। ਉਹਨੂੰ ਭੇਜਣ ਪਿੱਛੋਂ ਵਾਈਟ ਮੈਸਨ ਸਾਡੇ ਵੱਲ ਭੌਂ ਕੇ ਬੋਲਿਆ, ਮੈਂ ਸਮਝਦਾ ਕਿ ਤੁਸੀਂ ਸਭ ਮੇਰੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੋਗੇ ਕਿ ਕਿਸੇ ਹਾਲਤ ਵਿੱਚ ਆਤਮ ਹੱਤਿਆ ਦਾ ਕੇਸ ਤਾਂ ਕਤਈ ਨਹੀਂ ਹੈ ਕਿਉਂਕਿ ਕੋਈ ਵੀ ਆਦਮੀ ਆਤਮ ਹੱਤਿਆ ਕਰਨ ਤੋਂ ਪਹਿਲਾਂ ਨਾ ਆਪਣੇ ਹੱਥ ਦੀ ਅੰਗੂਠੀ ਲਾਏਗਾ
ਨਾ ਖਿੜਕੀ ਦੀ ਚੁਗਾਹਟ ਉੱਤੇ ਖੂਨ ਦਾ ਦਾਗ ਲਾਏਗਾ ਤੇ ਨਾ ਪਰਦੇ ਪਿੱਛੇ ਖੜਾ ਹੋ ਕੇ ਉੱਥੇ ਆਪਣੇ ਬੂਟਾਂ ਦੇ ਨਿਸ਼ਾਨ ਹੀ ਛੱਡੇਗਾ, ਜਿਸ ਨਾਲ ਲੱਗੇ ਕਿ ਉੱਥੇ ਕੋਈ ਲੁੱਕ ਕੇ ਖੜਾ ਰਿਹਾ ਸੀ। ਬਿਹਤਰ ਹੋਏਗਾ ਅਸੀਂ ਇਸ ਆਤਮ ਹੱਤਿਆ ਵਾਲੇ ਵਿਚਾਰ ਨੂੰ ਆਪਣੇ ਦਿਮਾਗ 'ਚੋਂ ਕੱਢ ਹੀ ਦੇਈਏ, ਮੈਕਡੋਨਾਲਡ ਨੇ ਕਿਹਾ। ਇਹਦਾ ਮਤਲਬ ਹੈ ਕਿ ਅਸੀਂ ਸਾਰੇ ਇਸ ਗੱਲ ਉੱਤੇ ਸਹਿਮਤ ਹਾਂ ਕਿ ਇਹ ਇੱਕ ਹੱਤਿਆ ਦਾ ਕੇਸ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਧਮਾਕੇ ਦੀ ਆਵਾਜ਼ ਸੁਣ ਕੇ ਸੇਸਿਲ ਬਾਰਕਰ, ਜਿਹਦਾ ਕਿ ਦਾਅਵਾ ਹੈ ਕਿ ਉਹ ਇੱਥੇ ਸਭ ਤੋਂ ਪਹਿਲਾਂ ਪਹੁੰਚਿਆ ਸੀ, ਤੇ ਏਮਸ ਤੇ ਹੋਰ ਲੋਕ ਵੀ 1 ਮਿੰਟ ਤੋਂ ਘੱਟ ਸਮੇਂ 'ਚ ਇੱਥੇ ਪਹੁੰਚ ਗਏ ਸਨ, ਤਾਂ ਕਿ ਇਹ ਸੰਭਵ ਹੈ ਕਿ ਇੰਨੀ ਦੇਰ ਵਿੱਚ ਹਥਿਆਰੇ ਨੇ ਮਰਨ ਵਾਲੇ ਦੇ ਹੱਥ ਵਿੱਚ ਅੰਗੂਠੀ ਲਾਉਣ ਪਿੱਛੋਂ ਪਰਦੇ ਪਿੱਛੇ ਖਲੋ ਕੇ ਆਪਣੇ ਬੂਟਾਂ ਦੇ ਨਿਸ਼ਾਨ ਛੱਡੇ ਤੇ ਫਿਰ ਖਿੜਕੀ ਖੋਲ੍ਹ ਕੇ ਉਹਦੀ ਚੁਗਾਟ 'ਤੇ ਖੂਨ ਦਾ ਦਾਗ ਲਾਇਆ ਤੇ ਬਿਨਾਂ ਕਿਸੇ ਦੀ ਨਜ਼ਰ ਪਿਆ ਭੱਜ ਵੀ ਗਿਆ। ਦੱਸੋ ਮੈਨੂੰ, ਕੀ ਇਹ ਸੰਭਵ ਹੈ? ਮੈਂ ਉਹ ਪੇਂਡੂ ਪੁਲਿਸ ਅਫਸਰ ਨੂੰ ਪ੍ਰਸ਼ੰਸਾਮਈ ਨਿਗਾਹਾਂ ਨਾਲ ਦੇਖਦਾ ਹੋਇਆ ਮਨ ਹੀ ਮਨ ਉਹਦੀ ਤਰਕ ਸ਼ਕਤੀ ਦੀ ਤਾਰੀਫ ਕਰਨ ਲੱਗਾ। ਤੁਸੀਂ ਬੜੇ ਹੀ ਸੁੰਦਰ ਢੰਗ ਨਾਲ ਆਪਣੀ ਗੱਲ ਨੂੰ ਪੇਸ਼ ਕੀਤਾ ਹੈ, ਹੋਮਸ ਨੇ ਸਹਿਮਤੀ 'ਚ ਸਿਰ ਹਿਲਾਉਂਦਿਆਂ ਕਿਹਾ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਸਵਾਲ ਇਹ ਹੈ ਕਿ ਕੀ ਇਹ ਕੰਮ ਵਾਕਈ ਕਿਸੇ ਬਾਹਰਲੇ ਆਦਮੀ ਦਾ ਹੈ? ਇਸ ਮਾਮਲੇ 'ਚ ਵੀ ਸਾਡੇ ਸਾਹਮਣੇ ਬਹੁਤ ਸਾਰੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ, ਫਿਰ ਵੀ ਉਹਨਾਂ ਨੂੰ ਅਸੰਭਵ ਮੰਨ ਕੇ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਇਸ ਥਿਊਰੀ ਦੇ ਮੁਤਾਬਕ ਇਹ ਮੰਨਿਆ ਜਾ ਸਕਦਾ ਹੈ ਕਿ ਕਥਿਤ ਹਥਿਆਰਾ 4:30 ਤੋਂ 6 ਵਜੇ ਦੇ ਵਿਚਕਾਰ ਸੂਰਜ ਡੁੱਬਣ 'ਤੇ ਪੁਲ ਚੁੱਕੇ ਜਾਣ ਤੋਂ ਪਹਿਲਾਂ ਕਿਸੇ ਵੀ ਵੇਲੇ ਅੰਦਰ ਵੜ ਆਇਆ ਸੀ। ਉਸ ਵੇਲੇ ਇੱਥੇ ਕੁਝ ਮਹਿਮਾਨ ਆਏ ਹੋਏ ਸਨ ਤੇ ਦਰਵਾਜ਼ੇ ਖੁੱਲ੍ਹੇ ਸਨ, ਇਸ ਲਈ ਇਸ ਕੰਮ 'ਚ ਉਹਨੂੰ ਕੋਈ ਮੁਸ਼ਕਿਲ ਦਰਪੇਸ਼ ਨਹੀਂ ਆਈ ਹੋਏਗੀ। ਉਹ ਕੋਈ ਮਾਮੂਲੀ ਚੋਰ ਵੀ ਹੋ ਸਕਦਾ ਹੈ ਤੇ ਉਹ ਕੋਈ ਅਜਿਹਾ ਆਦਮੀ ਵੀ ਹੋ ਸਕਦਾ ਹੈ ਜਿਹਦੀ ਡਗਲਸ ਨਾਲ ਕਿਸੇ ਕਿਸਮ ਦੀ ਕੋਈ ਪੁਰਾਣੀ ਰੰਜਿਸ਼ ਹੋਏ, ਕਿਉਂਕਿ ਡਗਲਸ ਅਮਰੀਕਾ 'ਚ ਰਹਿ ਚੁੱਕਾ ਸੀ ਤੇ ਸ਼ਾਟਗਨ ਵੀ ਇੱਕ ਅਮਰੀਕਨ ਹਥਿਆਰ ਹੈ। ਇਸ ਲਈ ਇਹ ਮੰਨ ਲੈਣਾ ਗਲਤ ਨਹੀਂ ਹੋਏਗਾ ਕਿ ਮਾਮਲਾ ਵਾਕਈ ਪੁਰਾਣੀ ਰੰਜਿਸ਼ ਦਾ ਹੈ। ਇਹ ਕਮਰਾ ਕਿਉਂਕਿ ਸਭ ਤੋਂ ਪਹਿਲਾਂ ਆਉਂਦਾ ਹੈ, ਸੋ ਉਹ ਆਦਮੀ ਇਸ 'ਚ ਵੜ ਗਿਆ ਤੇ ਇੱਕ ਕੋਨੇ 'ਚ ਪਰਦੇ ਪਿੱਛੇ ਲੁੱਕ ਕੇ ਖੜਾ ਹੋ ਗਿਆ। ਉਹ ਇੱਥੇ ਰਾਤ ਦੇ 11 ਵਜੇ ਤੱਕ ਲੁਕਿਆ ਰਿਹਾ। ਇਸੇ ਸਮੇਂ ਡਗਲਸ ਨੇ ਕਮਰੇ 'ਚ ਪ੍ਰਵੇਸ਼ ਕੀਤਾ। ਦੋਵਾਂ ਵਿਚਕਾਰ ਜੇ ਕੋਈ ਗੱਲਬਾਤ ਹੋਈ ਵੀ ਹੋਏਗੀ ਤਾਂ ਬੜੇ ਹੀ ਸੰਖੇਪ 'ਚ ਹੋਈ ਹੋਏਗੀ, ਕਿਉਂਕਿ ਮਿਸਿਸ ਡਗਲਸ ਦਾ ਕਹਿਣਾ ਹੈ ਕਿ ਉਹਦੇ ਪਤੀ ਨੂੰ ਗਿਆ ਹੋਇਆਂ ਕੁਝ ਮਿੰਟ ਤੋਂ ਵੱਧ ਨਹੀਂ ਸੀ ਹੋਏ ਜਦੋਂ ਉਹਨੇ ਅਚਾਨਕ ਧਮਾਕੇ ਦੀ ਆਵਾਜ਼ ਸੁਣੀ। ਮੋਮਬੱਤੀ ਵੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ, ਹੋਮਸ ਨੇ ਕਿਹਾ। ਬਸ ਤਾਂ ਫਿਰ ਇਹਨਾਂ ਗੱਲਾਂ ਦੇ ਆਧਾਰ 'ਤੇ ਅਸੀਂ ਕੱਲ੍ਹ ਰਾਤ ਦੇ ਦ੍ਰਿਸ਼ ਨੂੰ ਇੱਕ ਵਾਰ ਫਿਰ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡਗਲਸ ਕਮਰੇ 'ਚ ਵੜਿਆ। ਉਹਨੇ ਮੋਮਬੱਤੀ ਮੇਜ਼ 'ਤੇ ਰੱਖ ਦਿੱਤੀ। ਪਰਦੇ ਪਿੱਛੇ ਇੱਕ ਆਦਮੀ ਨਿਕਲ ਆਉਂਦਾ ਹੈ। ਉਹਦੇ ਹੱਥ 'ਚ ਸ਼ਾਟਗਨ ਹੈ। ਉਹ ਡਗਲਸ ਤੋਂ ਵੈਡਿੰਗ ਰਿੰਗ ਦੀ ਮੰਗ ਕਰਦਾ ਹੈ। ਭਗਵਾਨ ਜਾਣੇ ਕਿਉਂ ਮੰਗਦਾ, ਪਰ ਹੋਇਆ ਇੰਝ ਹੀ ਕੁਝ ਹੋਏਗਾ। ਡਗਲਸ ਉਹਨੂੰ ਅੰਗੂਠੀ ਦੇ ਦਿੰਦਾ ਹੈ। ਉਸ ਪਿੱਛੋਂ ਮੌਕਾ ਮਿਲਣ 'ਤੇ ਜਾਂ ਆਪਸੀ ਹੱਥਾਪਾਈ ਦੌਰਾਨ ਡਗਲਸ ਹਥੌੜਾ ਚੁੱਕ ਲੈਂਦਾ ਹੈ, ਜਿਹੜਾ ਉੱਥੇ ਕਿਤੇ ਨੇੜੇ ਹੀ ਪਿਆ ਸੀ। ਉਹ ਡਗਲਸ ਨੂੰ ਗੋਲੀ ਮਾਰ ਦਿੰਦਾ ਹੈ ਤੇ ਡਗਲਸ ਇਸ ਭਿਆਨਕ ਢੰਗ ਨਾਲ ਡਿੱਗ ਕੇ ਮਰ ਜਾਂਦਾ ਹੈ। ਉਹ ਆਦਮੀ ਸ਼ਾਟਗਨ ਦੇ ਨਾਲ ਹੀ ਇਹ ਵਿਚਿੱਤਰ ਕਾਰਡ VV 341, ਜਿਹਦਾ ਭਗਵਾਨ ਜਾਣੇ ਕੀ ਮਤਲਬ ਹੈ, ਇੱਥੇ ਸੁੱਟ ਕੇ ਖਿੜਕੀ ਰਾਹੀਂ ਨਦੀ 'ਚ ਕੁੱਦ ਜਾਂਦਾ ਹੈ। ਹੋ ਸਕਦਾ ਜਿਸ ਵੇਲੇ ਸੇਸਿਲ ਬਾਰਕਰ ਨੇ ਇੱਥੇ ਪਹੁੰਚ ਕੇ ਲਾਸ਼ ਨੂੰ ਪਹਿਲੀ ਵਾਰ ਦੇਖਿਆ ਸੀ, ਉਸ ਵੇਲੇ ਉਹ ਖਾਈ ਪਾਰ ਕਰਨ ਲਈ ਪਾਣੀ 'ਚੋਂ ਲੰਘ ਰਿਹਾ ਹੋਵੇ। ਕਹੋ ਮਿਸਟਰ ਹੋਮਸ, ਇਹ ਜਿਹੜਾ ਨਕਸ਼ਾ ਮੈਂ ਤੁਹਾਡੇ ਲਈ ਸਾਹਮਣੇ ਖਿੱਚਿਆ ਹੈ, ਉਸ ਬਾਰੇ ਤੁਹਾਡੇ ਕੀ ਖਿਆਲ ਹੈ? ਨਕਸ਼ਾ ਤਾਂ ਬੜਾ ਵਧੀਆ ਖਿੱਚਿਆ, ਪਰ ਕੁਝ ਜੱਚ ਨਹੀਂ ਰਿਹਾ। ਕੁਝ ਕੀ? ਬਿਲਕੁਲ ਨਹੀਂ ਜੱਚ ਰਿਹਾ ਤੇ ਜੱਚ ਵੀ ਨਹੀਂ ਸਕਦਾ, ਮੈਕਡੋਨਾਲਡ ਨੇ ਤਿੱਖੀ ਸੁਰ 'ਚ ਵਿਰੋਧ ਕਰਦਿਆਂ ਕਿਹਾ, ਕਿਉਂਕਿ ਇਹ ਗੱਲ ਬਿਲਕੁਲ ਸਮਝ ਤੋਂ ਬਾਹਰ ਹੈ ਕਿ ਉਹ ਉਸ ਹਾਲਤ ਵਿੱਚ ਕਿਸੇ ਧਮਾਕੇਦਾਰ ਸ਼ਾਟਗਨ ਦਾ ਇਸਤੇਮਾਲ ਕਿਉਂ ਕਰੇਗਾ, ਜਦਕਿ ਖਾਮੋਸ਼ੀ ਉਸ ਹਥਿਆਰੇ ਦਾ ਸਭ ਤੋਂ ਵੱਡਾ ਸੁਰੱਖਿਆ ਕਵਚ ਹੈ। ਉਹ ਕਿਉਂ ਉਹਦੀ ਤੇਜ਼ ਧਮਾਕੇਦਾਰ ਆਵਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ, ਜਦਕਿ ਉਹ ਉੱਥੋਂ ਸੁਰੱਖਿਅਤ ਨਿਕਲ ਜਾਣਾ ਚਾਹੁੰਦਾ ਹੈ? ਕਿਉਂ ਮਿਸਟਰ ਹੋਮਸ, ਮੈਂ ਕੁਝ ਗਲਤ ਤਾਂ ਨਹੀਂ ਕਿਹਾ? ਇਸ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਮੈਂ ਕੁਝ ਹੋਰ ਤੱਥਾਂ ਨੂੰ ਜਾਣ ਲੈਣਾ ਚਾਹੁੰਦਾ, ਇੰਸਪੈਕਟਰ ਮੈਕ। ਹੋਮਸ ਲਾਸ਼ ਉੱਤੇ ਝੁਕਦਾ ਹੋਇਆ ਬੋਲਿਆ, ਜਿਹੜੀ ਅਜੇ ਤੱਕ ਉੱਥੇ ਹੀ ਪਈ ਸੀ। ਕੁਝ ਚਿਰ ਲਾਸ਼ ਦਾ ਨਿਰੀਖਣ ਕਰਨ ਪਿੱਛੋਂ ਉਹਨੇ ਬਟਲਰ ਨੂੰ ਅੰਦਰ ਬੁਲਾਇਆ। ਬੋਲਿਆ, ਹਾਂ ਤਾਂ ਏਮਸ, ਤੁਹਾਡਾ ਕਹਿਣਾ ਹੈ ਕਿ ਤੁਸੀਂ ਇਹ ਗੋਲ ਘੇਰੇ ਵਿਚਕਾਰ ਤ੍ਰਿਭੁਜ ਦਾ ਨਿਸ਼ਾਨ ਮਿਸਟਰ ਡਗਲਸ ਦੀ ਬਾਂਹ ਉੱਤੇ ਪਹਿਲਾਂ ਵੀ ਕਈ ਵਾਰ ਦੇਖਿਆ ਸੀ? ਬਿਲਕੁਲ ਦੇਖਿਆ ਸੀ ਸਰ। ਕੀ ਉਹਨਾਂ ਨੇ ਕਦੀ ਦੱਸਿਆ ਕਿ ਇਹਦਾ ਮਤਲਬ ਕੀ ਹੈ? ਜੀ ਨਹੀਂ ਸਰ, ਇਹ ਉਸੇ ਤਰ੍ਹਾਂ ਦਾ ਇੱਕ ਨਿਸ਼ਾਨ ਹੈ ਜਿਹੜਾ ਅਮਰੀਕਾ ਦੇ ਪਸ਼ੂ ਪਾਲਕ ਆਮ ਤੌਰ 'ਤੇ ਪਸ਼ੂਆਂ 'ਤੇ ਆਪਣੀ ਪਛਾਣ ਬਣਾਉਣ ਲਈ ਲਾਉਂਦੇ ਨੇ। ਲੋਹੇ ਨੂੰ ਪੂਰੀ ਤਰ੍ਹਾਂ ਗਰਮ ਕਰਨ ਪਿੱਛੋਂ ਸਰੀਰ 'ਤੇ ਲਾ ਦਿੱਤਾ ਜਾਂਦਾ ਹੈ, ਜਿਸ ਨਾਲ ਨਿਸ਼ਾਨ ਦੇ ਹਿੱਸੇ ਦੀ ਖੱਲ ਸੜ ਜਾਂਦੀ ਹੈ। ਬੜੀ ਤਕਲੀਫ ਹੁੰਦੀ ਹੈ ਉਸ ਸਮੇਂ। ਖੈਰ, ਮੈਂ ਦੇਖ ਰਿਹਾ
ਮਿਸਟਰ ਡਗਲਸ ਦੇ ਜਬਾੜੇ ਦੇ ਹੇਠ ਇੱਕ ਛੋਟਾ ਜਿਹਾ ਟੁਕੜਾ ਪਲਾਸਟਰ ਦਾ ਲੱਗਾ ਹੋਇਆ ਹੈ। ਕੀ ਤੁਸੀਂ ਵੀ ਇਸ ਤੋਂ ਪਹਿਲਾਂ ਕਦੀ ਦੇਖਿਆ ਸੀ? ਜੀ ਹਾਂ, ਕੱਲ੍ਹ ਸ਼ੇਵ ਕਰਦਿਆਂ ਹੋਇਆਂ ਇੱਥੇ ਥੋੜ੍ਹਾ ਕੱਟ ਲੱਗ ਗਿਆ ਸੀ। ਕੀ ਸ਼ੇਵ ਕਰਨ ਵਾਲੇ ਉਹਨਾਂ ਦੇ ਅਕਸਰ ਕਿਤੇ ਨਾ ਕਿਤੇ ਕੱਟ ਲੱਗ ਜਾਂਦਾ ਸੀ? ਜੀ ਨਹੀਂ ਸਰ, ਕੱਲ੍ਹ ਤਾਂ ਉਹਨਾਂ ਨੇ ਬੜੀ ਮੁੱਦਤ ਬਾਅਦ ਕੱਟ ਲੱਗਿਆ ਸੀ। ਦਿਲਚਸਪ ਗੱਲ ਹੈ, ਹੋਮਸ ਬੋਲਿਆ। ਇਹ ਵੀ ਹੋ ਸਕਦਾ ਹੈ ਕਿ ਕੱਟ ਸੰਯੋਗ ਵਸ ਲੱਗਿਆ ਹੋਏ। ਇਹ ਵੀ ਹੋ ਸਕਦਾ ਹੈ ਕਿ ਉਹਨੂੰ ਪਹਿਲਾਂ ਹੀ ਕਿਸੇ ਖਤਰੇ ਦੀ ਸ਼ੰਕਾ ਹੋਏ, ਜਿਸ ਕਰਕੇ ਉਹ ਮਨ ਹੀ ਮਨ ਕਾਫੀ ਬੇਚੈਨ ਅਤੇ ਨਰਵਸ ਹੋਏ। ਕੀ ਕੱਲ੍ਹ ਤੁਸੀਂ ਮਿਸਟਰ ਡਗਲਸ ਦੇ ਵਿਹਾਰ 'ਚ ਕੋਈ ਅਸਾਧਾਰਨ ਪਰਿਵਰਤਨ ਮਹਿਸੂਸ ਕੀਤਾ ਸੀ ਏਮਸ? ਕੋਈ ਖਾਸ ਤਾਂ ਨਹੀਂ ਸਰ, ਪਰ ਹੁਣ ਤੁਹਾਡੇ ਕਹਿਣ 'ਤੇ ਮੈਨੂੰ ਇੰਝ ਲੱਗਦਾ ਹੈ ਕਿ ਕੱਲ੍ਹ ਉਹ ਕੁਝ ਬੇਚੈਨ ਅਤੇ ਪਰੇਸ਼ਾਨ ਜੇ ਜ਼ਰੂਰ ਸਨ। ਇਹਦਾ ਮਤਲਬ ਇਹ ਹਮਲਾ ਸ਼ਾਇਦ ਬਿਲਕੁਲ ਅਚਾਨਕ ਜਾਂ ਇਤਫਾਕਨ ਨਹੀਂ ਸੀ। ਚਲੋ ਅਸੀਂ ਇਸ ਮਾਮਲੇ 'ਚ ਕੁਝ ਤਾਂ ਅੱਗੇ ਵਧੇ। ਤੁਸੀਂ ਕੋਈ ਸਵਾਲ ਪੁੱਛਣਾ ਚਾਹੋਗੇ ਇੰਸਪੈਕਟਰ ਮੈਕ? ਨਹੀਂ ਮਿਸਟਰ ਹੋਮਸ, ਤੁਸੀਂ ਮੇਰੇ ਨਾਲੋਂ ਬਿਹਤਰ ਠੀਕ ਲੀਹ 'ਤੇ ਜਾ ਰਹੇ ਹੋ। ਠੀਕ ਹੈ, ਤਾਂ ਹੁਣ ਅਸੀਂ ਇਸ ਕਾਰਡ ਬਾਰੇ ਗੱਲ ਕਰਦੇ ਹਾਂ ਏਮਸ, ਜਿਸ 'ਤੇ ਇਹ VV341 ਲਿਖਿਆ ਹੈ। ਬੜਾ ਘਟੀਆ ਅਤੇ ਰੱਦੀ ਜਿਹਾ ਕਾਰਡ ਹੈ। ਕੀ ਘਰ 'ਚ ਇਸ ਤਰ੍ਹਾਂ ਦੇ ਕੁਝ ਹੋਰ ਕਾਰਡ ਵੀ ਮੌਜੂਦ ਨੇ? ਮੇਰੀ ਜਾਣਕਾਰੀ ਵਿੱਚ ਤਾਂ ਨਹੀਂ ਸਰ। ਤੁਹਾਡਾ ਇਸ ਕਾਰਡ ਬਾਰੇ ਕੀ ਖਿਆਲ ਹੈ ਇੰਸਪੈਕਟਰ ਮੈਕ? ਬਾਂਹ ਦੇ ਉਸ ਵਿਚਿੱਤਰ ਨਿਸ਼ਾਨ ਦੇ ਇਸ ਕਾਰਡ ਨੂੰ ਜੇ ਇੱਕ ਦੂਜੇ ਦੇ ਨਾਲ ਜੋੜ ਕੇ ਸਾਰੇ ਮਾਮਲੇ ਨੂੰ ਦੇਖਿਆ ਜਾਏ ਤਾਂ ਇੰਝ ਲੱਗਦਾ ਜਿਵੇਂ ਇਹ ਦੋਵੇਂ ਚੀਜ਼ਾਂ ਕਿਸੇ ਸੀਕ੍ਰੇਟ ਸੁਸਾਇਟੀ ਯਾਨੀ ਗੁਪਤ ਸੰਗਠਨ ਨਾਲ ਸੰਬੰਧਿਤ ਨੇ। ਮੇਰਾ ਵੀ ਇਹੀ ਖਿਆਲ ਹੈ, ਵਾਈਟ ਮੈਸਨ ਨੇ ਕਿਹਾ। ਤਾਂ ਫਿਰ ਠੀਕ ਹੈ, ਅਸੀਂ ਫਿਲਹਾਲ ਆਪਣੇ ਇਸੇ ਅੰਦਾਜ਼ੇ ਦੇ ਆਧਾਰ 'ਤੇ ਆਪਣਾ ਅਗਲਾ ਕੰਮ ਸ਼ੁਰੂ ਕਰਦੇ ਹਾਂ। ਦੇਖਦੇ ਹਾਂ ਕਿ ਸਾਡੀਆਂ ਕਿੰਨੀਆਂ ਮੁਸ਼ਕਲਾਂ ਆਸਾਨ ਹੁੰਦੀਆਂ ਨੇ, ਹੋਮਸ ਬੋਲਿਆ। ਫਿਲਹਾਲ ਇਸ ਮਾਮਲੇ ਦਾ ਇਹ ਨਕਸ਼ਾ ਬਣਦਾ ਹੈ ਕਿ ਕਿਸੇ ਗੁਪਤ ਸੰਗਠਨ ਦਾ ਕੋਈ ਏਜੰਟ ਅੰਦਰ ਵੜਿਆ। ਉਹਨੇ ਲੁੱਕ ਕੇ ਮਿਸਟਰ ਡਗਲਸ ਦਾ ਇੰਤਜ਼ਾਰ ਕੀਤਾ। ਉਸ ਪਿੱਛੋਂ ਮੌਕਾ ਮਿਲਦੇ ਉਹਦੀ ਖੋਪੜੀ ਇਸ ਸ਼ਾਟ ਗਨ ਨਾਲ ਉਡਾ ਦਿੱਤੀ ਅਤੇ ਖਾਈ ਦੇ ਪਾਣੀ 'ਚ ਕੁੱਦ ਕੇ ਫਰਾਰ ਹੋ ਗਿਆ। ਪਰ ਜਾਣ ਤੋਂ ਪਹਿਲਾਂ ਆਪਣਾ ਕਾਰਡ ਇੱਥੇ ਛੱਡ ਗਿਆ ਤਾਂ ਕਿ ਅਖਬਾਰ ਵਿੱਚ ਜਦੋਂ ਹੱਤਿਆ ਦੀ ਖਬਰ ਛਪੇ ਤਾਂ ਸੰਗਠਨ ਦੇ ਬਾਕੀ ਮੈਂਬਰਾਂ ਨੂੰ ਪਤਾ ਲੱਗ ਜਾਏ ਕਿ ਬਦਲਾ ਲੈ ਲਿਆ ਗਿਆ। ਗੱਲਾਂ ਕਰਦਿਆਂ ਹੋਮਸ ਖਿੜਕੀ ਕੋਲ ਪਹੁੰਚ ਗਿਆ ਸੀ ਅਤੇ ਆਪਣਾ ਲੈਂਸ ਕੱਢ ਕੇ ਚੁਗਾਟ 'ਤੇ ਲੱਗੇ ਖੂਨ ਦੇ ਧੱਬੇ ਦੇਖਣ ਲੱਗਾ ਸੀ। ਇਹ ਵਾਕਈ ਕਿਸੇ ਬੂਟ ਦਾ ਨਿਸ਼ਾਨ ਹੈ, ਪਰ ਇਹਦਾ ਪੰਜਾ ਜ਼ਰੂਰਤ ਨਾਲੋਂ ਵੱਧ ਹੀ ਚੌੜਾ ਅਤੇ ਇੱਕ ਪਾਸਿਓਂ ਉੱਠਿਆ ਹੋਇਆ ਵੀ ਹੈ। ਇਹ ਤਾਂ ਬੜੀ ਅਜੀਬ ਗੱਲ ਹੈ, ਕਿਉਂਕਿ ਕੋਨੇ ਦੀ ਧੂੜ 'ਚ ਜਿਹੜੇ ਬੂਟਾਂ ਦੇ ਨਿਸ਼ਾਨ ਬਣੇ ਹੋਏ ਨੇ ਉਹ ਬਿਲਕੁਲ ਸਿੱਧੇ ਅਤੇ ਸਪਸ਼ਟ ਨੇ, ਪਰ ਇਸ ਕੋਨੇ ਵਾਲੀ ਮੇਜ਼ ਹੇਠ ਕੀ ਚੀਜ਼ ਹੈ? ਇਹ ਮਿਸਟਰ ਡਗਲਸ ਦਾ ਡੰਬਲਸ ਹੈ, ਏਮਸ ਨੇ ਦੱਸਿਆ। ਪਰ ਕਸਰਤ ਲਈ ਤਾਂ 2 ਡੰਬਲ ਹੋਣੇ ਚਾਹੀਦੇ ਨੇ, ਇੱਥੇ ਤਾਂ ਸਿਰਫ ਇੱਕੋ ਹੀ ਹੈ। ਦੂਜਾ ਕਿੱਥੇ ਗਿਆ? ਮੈਨੂੰ ਨਹੀਂ ਪਤਾ ਮਿਸਟਰ ਹੋਮਸ, ਹੋ ਸਕਦਾ ਇੱਥੇ ਇੱਕੋ ਰੱਖਿਆ ਹੋਵੇ। ਮੈਂ ਤਾਂ ਇਹਨਾਂ ਨੂੰ ਕਈ ਮਹੀਨਿਆਂ ਤੋਂ ਨਹੀਂ ਦੇਖਿਆ। ਇੱਕ ਡੰਬਲ ਦਾ ਕੀ ਮਤਲਬ? ਹੋਮਸ ਨੇ ਗੰਭੀਰ ਤੇ ਸੋਚਾਂ 'ਚ ਡੁੱਬੀ ਸੁਰ 'ਚ ਕਿਹਾ। ਪਰ ਉਦੋਂ ਹੀ ਦਰਵਾਜ਼ੇ ਉੱਪਰ ਕਿਸੇ ਨੇ ਦਸਤਕ ਦਿੱਤੀ ਅਤੇ ਉਹਦੀ ਗੱਲ ਅਧੂਰੀ ਰਹਿ ਗਈ। ਇੱਕ ਲੰਮੇ ਝੰਮੇ ਅਤੇ ਕਲੀਨ ਸ਼ੇਵਡ ਆਦਮੀ ਨੇ ਅੰਦਰ ਆ ਕੇ ਸਾਡੇ ਸਾਰਿਆਂ ਦੇ ਚਿਹਰੇ 'ਤੇ ਨਜ਼ਰਾਂ ਦੌੜਾਈਆਂ। ਮੈਨੂੰ ਇਹ ਅੰਦਾਜ਼ਾ ਲਾਉਣ 'ਚ ਜ਼ਰਾ ਵੀ ਦਿੱਕਤ ਨਹੀਂ ਹੋਈ ਕਿ ਇਹੀ ਉਹ ਸੇਸਿਲ ਬਾਰਕਰ ਹੈ ਜਿਹਦਾ ਜ਼ਿਕਰ ਮੇਰੇ ਸਾਹਮਣੇ ਹੋ ਚੁੱਕਾ ਸੀ। ਮੈਨੂੰ ਤੁਹਾਡੀ ਗੱਲਬਾਤ 'ਚ ਵਿਘਨ ਪਾਉਣ ਦਾ ਬੇਹੱਦ ਅਫਸੋਸ ਹੈ, ਉਹ ਬੋਲਿਆ, ਪਰ ਮੈਂ ਸਮਝਦਾ ਕਿ ਤੁਹਾਨੂੰ ਇਹ ਖਬਰ ਫੌਰਨ ਮਿਲਣੀ ਚਾਹੀਦੀ ਹੈ। ਕਾਤਲ ਫੜਿਆ ਗਿਆ ਕਿ ਨਹੀਂ? ਅਜੇ ਚੰਗੇ ਭਾਗ ਕਿੱਥੇ, ਹੋਣ ਵਾਲੇ ਨੇ ਕਿਹਾ। ਪਰ ਉਹਦੀ ਸਾਈਕਲ ਮਿਲ ਗਈ ਹੈ। ਉਹ ਆਦਮੀ ਆਪਣੀ ਸਾਈਕਲ ਖਾਈ ਵਾਲੇ ਬਾਗ ਦੇ ਨਾਲ ਵਾਲੀਆਂ ਝਾੜੀਆਂ 'ਚ ਛੱਡ ਗਿਆ। ਅਸੀਂ ਜਦੋਂ ਉੱਥੇ ਪਹੁੰਚੇ ਤਾਂ 3-4 ਨੌਕਰ ਅਤੇ ਕੁਝ ਤਮਾਸ਼ਬੀਨ ਖਾਈ ਕੋਲ ਬਣੇ ਉਸ ਪੁਰਾਣੇ ਬਾਗ ਦੇ ਬਾਹਰ ਝਾੜੀਆਂ ਦੇ ਝੁੰਡ ਦੇ ਨੇੜੇ ਖੜੀ ਇੱਕ ਸਾਈਕਲ ਨੂੰ ਘੂਰ ਰਹੇ ਸਨ, ਜਿਹੜੀ ਉੱਥੋਂ ਬਾਹਰ ਕੱਢ ਲਈ ਗਈ ਸੀ ਅਤੇ ਜਿੱਥੇ ਉਹਨੂੰ ਲੁਕਾਇਆ ਗਿਆ ਸੀ। ਉਹ ਇੱਕ ਪੁਰਾਣੀ ਜਿਹੀ ਸਾਈਕਲ ਸੀ ਜਿਹੜੀ ਕਾਫੀ ਚਲਾਏ ਜਾਣ ਕਰਕੇ ਬਿਲਕੁਲ ਖਟਾਰਾ ਹੋ ਗਈ ਸੀ। ਉਹਦੀ ਗੱਦੀ ਹੇਠੋਂ ਇੱਕ ਛੋਟਾ ਜਿਹਾ ਬੈਗ ਕੱਢਿਆ, ਜਿਸ ਵਿੱਚ ਤੇਲ ਦੀ ਇੱਕ ਕੁੱਪੀ ਦੇ ਇਲਾਵਾ ਨਟ ਬੋਲਟ ਕੱਸਣ ਵਾਲਾ ਇੱਕ ਛੋਟਾ ਜਿਹਾ ਸਪੈਨਰ ਵੀ ਸੀ। ਪਰ ਉਹਦੇ ਮਾਲਕ ਬਾਰੇ ਕੋਈ ਭਿਣਕ ਨਹੀਂ ਮਿਲੀ। ਜੇ ਇਹਨਾਂ ਸਾਈਕਲਾਂ ਨੂੰ ਵੀ ਦੂਜੇ ਹੋਰ ਵਾਹਨਾਂ ਵਾਂਗ ਰਜਿਸਟਰ ਕੀਤਾ ਜਾਂਦਾ ਤਾਂ ਅਜਿਹੇ ਮੌਕਿਆਂ 'ਤੇ ਪੁਲਿਸ ਨੂੰ ਬੜੀ ਮਦਦ ਮਿਲਦੀ, ਇੰਸਪੈਕਟਰ ਮੈਕਡੋਨਾਲਡ ਨੇ ਕਿਹਾ। ਪਰ ਫਿਰ ਵੀ ਜੋ ਕੁਝ ਮਿਲਿਆ ਹੈ ਉਹ ਵੀ ਕੋਈ ਘੱਟ ਨਹੀਂ ਹੈ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਇਹਨੂੰ ਇੱਥੇ ਛੱਡ ਕਿਉਂ ਗਿਆ, ਜਦਕਿ ਇਹਦੀ ਮਦਦ ਨਾਲ ਉਹ ਜ਼ਿਆਦਾ ਤੇਜ਼ੀ ਨਾਲ ਜ਼ਿਆਦਾ ਦੂਰ ਤੱਕ ਜਾ ਸਕਦਾ ਸੀ। ਫਿਰ ਵੀ ਇਹਦੀ ਮਦਦ ਨਾਲ ਅਸੀਂ ਇਹ ਜਾਣਨ ਦੀ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ ਕਿ ਉਹ ਕਿੱਥੋਂ ਆਇਆ ਸੀ। ਇਹਦੇ ਬਾਵਜੂਦ ਮੈਨੂੰ ਇਹ ਕਹਿਣ 'ਚ ਕੋਈ ਹਿਚਕ ਨਹੀਂ ਕਿ ਇਸ ਕੇਸ 'ਚ ਅੱਗੇ ਵਧਣ ਲਈ ਮੈਨੂੰ ਫਿਲਹਾਲ ਕਿਤੇ ਕੋਈ ਰੌਸ਼ਨੀ ਦੀ ਕਿਰਨ ਨਜ਼ਰ ਨਹੀਂ ਆ ਰਹੀ। ਕੀ ਵਾਕਈ? ਹੋਮਸ ਨੇ ਇੱਕ ਅਜੀਬ ਜਿਹੀ ਭੇਦ ਭਰੀ ਸੁਰ 'ਚ ਕਿਹਾ।
ਹੈਰਾਨੀ ਹੈ